जिसमें है अमृत ज्ञान है मानक भगत वैराग। गुरु ग्रंथ साहिब उदद बंदों कर अनुराग। श्री सतगुर शब्द कमाए जिन जीते पंच विकार। तिन संतन को बंदना सिर चरणन पग धार। दोहरा श्री गुर पग है सांत सर मन मृग तिस है मिलाए। कहूँ कथा बर पावनी जथा मोर मत आए। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਅਧਿਆਏ 61ਵਾਂ। ਸੋ ਕਵੀ ਸੰਤੋਖ ਸਿੰਘ ਜੀ ਦੋਹਰੇ ਦੇ ਵਿੱਚ ਜੋ ਮੰਗਲ ਰੂਪ ਦੇ ਵਿੱਚ ਕਹਿੰਦੇ ਹਨ, ਸ੍ਰੀ ਗੁਰੂ ਪੱਗ ਹੈ ਸ਼ਾਂਤ ਸਰ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਜੋ ਚਰਨ ਹਨ ਉਹ ਇੱਕ ਸ਼ਾਂਤੀ ਦਾ ਸਰੋਵਰ ਹੈ ਜਿਹਦੇ ਵਿੱਚ ਸਾਰੇ ਹੀ ਸੁੱਖ ਪ੍ਰਾਪਤ ਹੁੰਦੇ ਹਨ। ਮਨ ਮਨ ਮ੍ਰਿਗ ਤਿਸ ਹੈ ਮਿਲਾਏ। ਮਨ ਮੇਰੇ ਮਨ ਰੂਪੀ ਮਿਰਗ ਨੂੰ ਮੈਂ ਉਸ ਸ਼ਾਂਤ ਰੂਪੀ ਸਰੋਵਰ ਦੇ ਵਿੱਚ ਮਿਲਾਉਂਦਾ ਹਾਂ। ਮਤਲਬ ਕਿ ਮੈਂ ਉਸ ਸਰੋਵਰ ਦੇ ਵਿੱਚ ਜਾ ਇਸ਼ਨਾਨ ਕਰਾਂ। ਮੰਨੋ ਕਿ ਮੈਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਧੂੜੀ ਦੇ ਨਾਲ ਇਸ਼ਨਾਨ ਕਰਾਂ। ਕਹੂੰ ਕਥਾ ਬਰ ਪਾਵਨੀ। ਇਹ ਕਥਾ ਮੈਂ ਜਦੋਂ ਮੈਂ ਕਹਿ ਰਿਹਾ ਹਾਂ, ਜੋ ਕਥਾ ਮੈਂ ਲਿਖ ਰਿਹਾ ਹਾਂ, ਕਹੂੰ ਕਥਾ ਬਰ ਪਾਵਨੀ। ਇਹ ਕਥਾ ਨੂੰ ਜੋ ਕਿ ਵਰ ਦੇਣ ਵਾਲੀ ਹੈ, ਇੱਛਿਆ ਨੂੰ ਪੂਰੀਆਂ ਕਰਨ ਵਾਲੀ ਹੈ, ਮਨੋਕਾਮਨਾ ਨੂੰ ਪੂਰੀਆਂ ਕਰਨ ਵਾਲੀ ਹੈ। ਜਥਾ ਮੋਰ ਮਤ ਆਏ। ਪਰ ਇਹ ਕਥਾ ਮੈਂ ਆਪਣੇ ਜਿੰਨੀ ਕੁ ਮੈਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਮੱਤ ਬਖਸ਼ੀ ਹੈ, ਮੈਂ ਉਹ ਮੱਤ ਅਨੁਸਾਰ ਤੁਹਾਨੂੰ ਦੱਸਦਾ ਹਾਂ। ਸੋਈਆ 8ਵੇਂ ਬਾਸਰ ਧਿਆਨ ਛੁਟਾ ਜਬ। ਆਪ ਜੀ ਨੇ ਪਿਛਲੇ ਅਧਿਆਇ ਵਿੱਚ ਸਰਵਣ ਕੀਤਾ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਜੋ ਜੀਵਨ ਸੁਣ ਕਰਕੇ ਜਿਸ ਵੇਲੇ ਮਹਾਰਾਜ ਜੀ ਜੋ ਸੁਮੇਰ ਪਰਬਤ ਤੇ ਜਾ ਰਹੇ ਹਨ, ਉਹ ਜਿਹੜਾ ਪ੍ਰਸੰਗ ਸਰਵਣ ਕਰਕੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਿਰਤੀ ਜੁੜ ਗਈ। ਮਹਾਰਾਜ ਦੀ ਸਮਾਧੀ ਲੱਗੀ ਜੋ 7 ਦਿਨ 7 ਰਾਤਾਂ ਤੱਕ ਮਹਾਰਾਜ ਜੀ ਉੱਠੇ ਨਹੀਂ, ਇੱਕੇ ਅਸਥਾਨ ਤੇ ਬੈਠੇ ਰਹੇ। ਨਾ ਮਹਾਰਾਜ ਨੇ ਇਸ਼ਨਾਨ ਕੀਤਾ, ਨਾ ਮਹਾਰਾਜ ਨੇ ਕੋਈ ਜਿਹੜਾ ਹੈ ਜਲ ਛਕਿਆ, ਨਾ ਭੋਜਨ ਛਕਿਆ। 7 ਦਿਨਾਂ ਤੱਕ ਸਤਿਗੁਰੂ ਜੀ ਆਪਣੀ ਸਮਾਧੀ ਵਿੱਚ ਬੈਠੇ ਰਹੇ। 8ਵੇਂ ਬਾਸਰ ਧਿਆਨ ਛੁਟਾ ਜਬ। ਜਦੋਂ 8ਵਾਂ ਦਿਨ ਚੜਿਆ ਤਾਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨੇਤਰ ਜੋ ਕਿਰਪਾ ਦੇ ਭਰੇ ਹਨ, ਜੋ ਰੋਗੀਆਂ ਦੇ ਰੋਗ ਦੂਰ ਕਰਨ ਵਾਲੇ ਹਨ, ਉਹ ਪ੍ਰਕਾਸ਼ ਹੋਏ, ਖੁੱਲੇ। ਦੇਹ ਵਿਖੇ ਤਬ ਹੀ ਸੁਧ ਆਈ। ਤੇ ਦੇਹ ਦੇ ਵਿੱਚ ਤਾਂ ਸੁੱਧ ਕੌਨਸ਼ੀਅਸਨੈਸ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੀਰ ਵਿੱਚ ਮਹਾਰਾਜ ਜੀ ਆਪਣੀ ਹੋਸ਼ ਨੂੰ ਲੈ ਕੇ ਆਏ। ਲੋਚਨ ਸੁੰਦਰ ਯੋਂ ਬਿਕਸੇ। ਮਹਾਰਾਜ ਦੇ ਲੋਚਨ, ਮਹਾਰਾਜ ਦੇ ਜੋ ਅੱਖਾਂ ਹਨ, ਆਈਸ ਹਨ, ਨੇਤਰ ਹਨ, ਕਹਿੰਦੇ ਇੰਨੇ ਸੁੰਦਰ ਹਨ ਜਦੋਂ ਮਾਨੋ ਉਹ ਨੇਤਰ ਖੁੱਲੇ। ਅਰਬਿੰਦ ਪ੍ਰਫੁੱਲਤ ਜਿਉਂ ਛਬ ਛਾਈ। ਜਿਵੇਂ ਕਵਲ ਫੁੱਲ ਸਵੇਰ ਦੀਆਂ ਜੋ ਸੂਰਜ ਦੀਆਂ ਕਿਰਨਾਂ ਦੇ ਕਰਕੇ ਜੋ ਖੁੱਲਦਾ ਹੈ, ਪ੍ਰਕਾਸ਼ ਕਰਦਾ ਹੈ, ਤਾਂ ਉਸ ਵੇਲੇ ਬਹੁਤ ਹੀ ਸੁੰਦਰ ਹੁੰਦਾ ਹੈ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨੇਤਰ ਐਸੇ ਸੁੰਦਰ ਹਨ ਜਿਨ੍ਹਾਂ ਨੂੰ ਦੇਖ ਕਰਕੇ ਇਉਂ ਲੱਗਦਾ ਹੈ ਕਿ ਸਾਰੇ ਹੀ ਸੰਸਾਰ ਦੀ ਸੁੰਦਰਤਾ ਨੂੰ ਮਹਾਰਾਜ ਨੇ ਆਪਣੇ ਅੱਖਾਂ ਵਿੱਚ ਸਮੇਟਿਆ ਹੋਇਆ ਹੈ। ਮੰਜਨ ਕੋ ਕਰ ਭੋਜਨ ਪਾਏ। ਮਹਾਰਾਜ ਨੇ ਉੱਠ ਕਰਕੇ ਇਸ਼ਨਾਨ ਕੀਤਾ ਤੇ ਭੋਜਨ ਛਕਿਆ। ਅਸੀਨੇ ਹੈ ਆਸਨ ਪੈ ਸੁਖਦਾਈ। ਅਸੀਨੇ ਮਹਾਰਾਜ ਥੋੜੇ ਜੇ ਲੰਮੇ ਪਏ ਆਰਾਮ ਕਰਨ ਵਾਸਤੇ ਆਪਣੇ ਆਸਨ ਤੇ, ਉਹ ਸੁੱਖਾਂ ਨੂੰ ਦੇਣ ਵਾਲੇ। ਇਹ ਸਜੈ ਤਨ ਸ਼ਾਂਤ ਧਰਾ। ਦੇਖੋ ਮਾਨੋ ਸ਼ਾਂਤੀ ਨੇ ਹੀ ਸਰੀਰ ਧਾਰਨ ਕੀਤਾ ਹੋਇਆ ਹੈ। ਗੁਰੂ ਅੰਗਦ ਦੇਵ ਜੀ ਦੀ ਬੋਡੀ ਵਾਸ ਜਸਟ ਲਾਈਕ ਅ ਫਾਰਮ ਆਫ ਪੀਸ। ਜਿਵੇਂ ਮਹਾਰਾਜ ਨੇ ਆਪ ਹੀ ਇੱਕ ਪੀਸ ਨੇ, ਇੱਕ ਸ਼ਾਂਤੀ ਨੇ ਰੂਪ ਧਾਰਨ ਕੀਤਾ ਹੋਇਆ ਹੈ। ਕਿ ਖਿਮਾ ਇਹ ਆਪਣੋ ਬੇਖ ਬਣਾਈ। ਕੀ ਕਹਿੰਦਾ ਜਾਂ ਖਿਮਾ ਫੋਰਗਿਵਨੈਸ ਨੇ ਹੀ ਇੱਕ ਫਾਰਮ ਧਾਰਿਆ ਹੋਇਆ ਹੈ। ਜਿਹੜਾ ਹਨ ਖਿਮਾ ਨੇ ਆਪਣਾ ਸਰੂਪ ਧਾਰਨ ਕੀਤਾ ਹੋਇਆ ਹੈ। ਦੋਹਰਾ ਸਰੋਤਾ ਬਖਤਾ ਜੇ ਹੁਤੇ। ਜੋ ਵੀ ਸਰੋਤਾ ਤੇ ਬਖਤਾ ਸੀਗੇ, ਜੋ ਇਹ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਨਮ ਸਾਖੀ ਨੂੰ ਭਾਈ ਬਾਲੇ ਤੋਂ ਸੁਣ ਰਹੇ ਹਨ, ਜੋ ਸਰੋਤਾ ਹਨ, ਜੋ ਸੁਣਨ ਵਾਲੇ ਹਨ, ਬਖਤਾ ਭਾਈ ਬਾਲਾ ਜੀ ਹਨ, ਉਹਨਾਂ ਨੂੰ ਸਾਰਿਆਂ ਨੂੰ ਸੱਦ ਲਿਆ ਗੁਰੂ ਅੰਗਦ ਸਾਹਿਬ ਮਹਾਰਾਜ ਨੇ, ਉਹਨਾਂ ਨੂੰ ਇਨਵਾਈਟ ਕਰ ਲਿਆ। ਦੀਨੇ ਸਰਬ ਹਕਾਰ। ਸਾਰਿਆਂ ਨੂੰ ਸੱਦ ਕਰਕੇ ਬੋਲੇ ਸ੍ਰੀ ਅੰਗਦ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਬੋਲੇ, ਹੁਕਮ ਕੀਤਾ। ਕਥਾ ਸੁਣਨ ਧਰ ਪਿਆਰ। ਕਹਿੰਦੇ ਕਥਾ ਹੁਣ ਆਪ ਜੀ ਸਾਰੇ ਹੁਣ ਸਰਵਣ ਕਰੋ। ਤੇ ਇਹ ਕਥਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋ ਧਰ ਪਿਆਰ ਦੇ ਨਾਲ ਸੁਣਨਾ ਕਰੋ। ਕਬਿਤ ਐਸੇ ਗੁਰੂ ਭਾਖੀ ਬਾਲਾ ਕਹੋ ਅਬ ਸਾਖੀ ਇਹ। ਦੇਖੋ ਉਸ ਵੇਲੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਭਾਈ ਬਾਲੇ ਵੱਲ ਦੇਖ ਕੇ ਕਿਹਾ
ਕਿ ਭਾਈ ਬਾਲਿਆ ਹੁਣ ਉਹ ਕਥਾ ਜਿਹੜੀ ਹੈ ਆਪ ਜੀ ਉਹ ਸਾਖੀਆਂ ਜਿਹੜੀਆਂ ਹਨ ਸੁਣਾਓ। ਹੋਈ ਹੈ ਹਦੂਰ ਤੇਰੇ ਸਭੈ ਸੋ ਕਹੀ ਜੀਏ। ਜੋ ਤੇਰੇ ਸਾਹਮਣੇ ਹੋਈ ਹੈ, ਜੋ ਕਿ ਸਭੇ ਸੋ ਕਹੀਏ, ਉਹ ਕਥਾ ਸਾਰੀ ਚੰਗੀ ਤਰ੍ਹਾਂ ਦੱਸ, ਇਨ ਡਿਟੇਲ ਦੱਸ, ਜੋ ਤੇਰੇ ਸਾਹਮਣੇ ਹੋਈ ਹੈ, ਜੋ ਤੂੰ ਆਪ ਸੁਣੀ ਹੈ ਤੇ ਦੇਖੀ ਹੈ। ਸੁਦਾ ਇਤਿਹਾਸ ਗੁਰ ਆਵਾ ਤੁਝ ਪਾਸ ਸਭ। ਕਹਿੰਦੇ ਸੁਦਾ ਅੰਮ੍ਰਿਤ ਰੂਪ ਇਤਿਹਾਸ ਹੈ ਗੁਰੂ ਨਾਨਕ ਸਾਹਿਬ ਜੀ ਦਾ। ਮਹਾਰਾਜ ਦੀ ਜਿਹੜੀ ਹਿਸਟਰੀ ਹੈ, ਇਟਸ ਲਾਈਕ ਅ ਨੈਕਟਰ, ਇਹ ਅੰਮ੍ਰਿਤ ਹੈ। ਗੁਰ ਆਵਾ ਤੁਝ ਪਾਸ, ਇਹ ਅੰਮ੍ਰਿਤ ਰੂਪੀ ਇਤਿਹਾਸ ਤੇਰੇ ਕੋਲ ਆਇਆ ਹੈ, ਇਹ ਤੇਰੇ ਹਿੱਸੇ ਵਿੱਚ ਆਇਆ ਹੈ, ਕਿਉਂਕਿ ਗੁਰੂ ਨਾਨਕ ਨੇ ਇਹ ਤੈਨੂੰ ਦਿੱਤਾ ਹੈ। ਸਭ ਔਰ ਕੋ ਸੁਨਾਏ ਨਾ ਅਗਾਏ ਨਿਤ ਪੀਜੀਏ। ਕਹਿਣਗੇ ਸਭ ਔਰ ਕੋ ਸੁਣਾਏ, ਇਹ ਅੰਮ੍ਰਿਤ ਨੂੰ ਹੁਣ ਤੂੰ ਦੂਜਿਆਂ ਵਿੱਚ ਵੀ ਵੰਡ। ਇਹ ਅੰਮ੍ਰਿਤ ਜਿਹੜਾ ਹੈ ਦੂਜਿਆਂ ਦੇ ਕੰਨਾਂ ਦੇ ਡੋਰੀਆਂ ਦੇ ਵਿੱਚ ਵੀ ਤੂੰ ਪਾਉਣਾ ਕਰ, ਤਾਂ ਕਰਕੇ ਉਹਨਾਂ ਨੂੰ ਵੀ ਅੰਮ੍ਰਿਤ ਦਾ ਰਸ ਮਿਲੇ। ਬਾਲਾ ਕਹੈ ਐਸੇ ਹੋਏ ਮੋਹਿ ਢਿਗ ਵੈਸੇ। ਨਾ ਅਗਾਏ ਨਿਤ ਪੀਜੀਏ, ਜਿਹੜੇ ਅੰਮ੍ਰਿਤ ਰੂਪੀ ਇਤਿਹਾਸ ਨੂੰ ਕੰਨਾਂ ਦੇ ਡੋਲਿਆਂ ਨਾਲ ਸੁਣ ਕਰਕੇ ਕਿਤੇ ਵੀ ਬੰਦਾ ਰੱਜਦਾ ਨਹੀਂ, ਜੀ ਕਰਦਾ ਹੈ ਮੁੜ ਮੁੜ ਕੇ ਸੁਣੀ ਜਾਈਏ ਇਹ ਗੁਰੂ ਮਹਾਰਾਜ ਦਾ ਪਿਆਰਾ ਇਤਿਹਾਸ। ਬਾਲਾ ਕਹੈ ਐਸੇ ਹੋਈ ਮੋਹਿ ਢਿਗ ਵੈਸੇ। ਕਹਿਣ ਲੱਗੇ ਹੁਣ ਭਾਈ ਬਾਲੇ ਨੇ ਸ਼ੁਰੂ ਕੀਤਾ। ਭਾਈ ਬਾਲਾ ਜੀ ਹੁਣ ਦੱਸ ਰਹੇ ਹਨ, ਜਿਹਨੂੰ ਭਾਈ ਜਿਹੜਾ ਹਨ ਭਾਈ ਪੈੜਾ ਜੀ ਲਿਖ ਰਹੇ ਹਨ। ਭਾਈ ਬਾਲਾ ਜੀ ਨੇ ਕਿਹਾ ਐਸੇ ਹੋਈ ਮੋਹਿ ਢਿਗ ਵੈਸੇ। ਜਦੋਂ ਮੈਂ ਕੋਲੇ ਬੈਠਾ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ, ਉਹਨਾਂ ਥਾਂ ਸੀ ਜਿੱਥੇ ਜਿਹੜੇ ਪਰਬਤ ਤੇ ਮਹਾਰਾਜ ਜੀ ਬੈਠੇ ਸਨ। ਸਭ ਜੈਸੇ ਬਿਦ ਭਈ ਤੈਸੇ ਵਰਨੋ ਸੁਨੀਜੀਏ। ਮਹਾਰਾਜ ਹੁਣ ਮੈਂ ਵੈਸਾ ਜੈਸਾ ਉੱਥੇ ਹੋਇਆ, ਜੋ ਮੈਂ ਦੇਖਿਆ, ਜੋ ਮੈਂ ਸੁਣਿਆ, ਮੈਂ ਵੈਸਾ ਹੀ ਤੁਹਾਨੂੰ ਦੱਸਾਂਗਾ। ਬਾਲਾ ਯੋ ਅਲਾਏ ਪੈੜਾ ਲਿਖਤ ਬਣਾਏ। ਦੇਖੋ ਭਾਈ ਬਾਲਾ ਜੀ ਬੋਲਦੇ ਹਨ, ਇਤਿਹਾਸ ਦੱਸਦੇ ਹਨ, ਭਾਈ ਪੈੜਾ ਜੀ ਉਹਨੂੰ ਸੁਣ ਕੇ ਲਿਖਦੇ ਹਨ। ਸੋ ਇਹ ਭਾਈ ਪੈੜਾ ਜੀ ਜਿਹੜੇ ਹਨ, ਭਾਈ ਪੈੜਾ ਮੋਖਾ ਜੀ ਨੇ ਇਹ ਸਾਰਾ ਇਤਿਹਾਸ ਲਿਖਿਆ, ਜਿਹਨੂੰ ਜਨਮ ਸਾਖੀ ਕਰਕੇ ਆਪਾਂ ਜਾਣਦੇ ਹਾਂ। ਗੁਰੂ ਅੰਗਦ ਸੁਨਾਏ ਸੋ ਤੁਮ ਸੁਣ ਲੀਜੀਏ। ਕਹਿਣਗੇ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਨੂੰ ਸੁਣਾਉਣਾ ਕੀਤਾ, ਸੋ ਤੁਮ ਸੁਣ ਲੀਜੀਏ। ਕਵੀ ਜੀ ਕਹਿੰਦੇ ਹਨ ਜਿਵੇਂ ਭਾਈ ਬਾਲੇ ਨੇ ਗੁਰੂ ਅੰਗਦ ਦੇਵ ਜੀ ਨੂੰ ਸੁਣਾਇਆ, ਹੇ ਸੰਗਤ ਜੀ ਤੁਸੀਂ ਵੀ ਹੁਣ ਸਾਰੇ ਸੁਣੋ ਉਹ ਇਤਿਹਾਸ ਜੋ ਭਾਈ ਬਾਲੇ ਨੇ ਦੱਸਿਆ ਉਸ ਵੇਲੇ। ਸ੍ਰੀ ਬਾਲਾ ਸੁੰਦਰ ਵਾਚ ਦੋਹਰਾ ਲਹਰੀਪਾ ਰਖਿਓ ਬਹੁਤ ਜਾਣਿਓ ਸਫਲ ਸਰੀਰ। ਉਸ ਵੇਲੇ ਲੋਹਰੀਪਾ ਜਿਹੜਾ ਸੀ ਨਾ, ਲਾਸਟ ਕਨਵਰਸੇਸ਼ਨ ਜਿਹੜੀ ਸੀਗੀ, ਉਹ ਜਿਹੜਾ ਸੀ ਲੋਹਰੀਪਾ ਸੀਗਾ, ਉਹ ਸਿੱਧ ਉਹਦੀ ਜੋ ਕਨਵਰਸੇਸ਼ਨ ਗੁਰੂ ਨਾਨਕ ਸਾਹਿਬ ਜੀ ਨਾਲ ਹੋਈ, ਉਹ ਜਿਹੜਾ ਹੈ ਉਹਨੇ ਸੁਣ ਕੇ ਬਹੁਤ ਖੁਸ਼ ਹੋਇਆ। ਉਹਨੂੰ ਲੱਗਿਆ ਕਿ ਮੇਰੀ ਦੇਹ ਅੱਜ ਸਫਲ ਹੋ ਗਈ, ਆਈ ਹੈਵ ਜਿਹੜਾ ਹੈ ਅਚੀਵ ਦ ਗੋਲ ਆਫ ਮਾਈ ਲਾਈਫ। ਕਹਿੰਦਾ ਵੀ ਅੱਜ ਮੈਂ ਉਹ ਜਿਹੜਾ ਹੈ ਮੇਰਾ ਜਿਹੜਾ ਉਹ ਮਤਰਬਾ ਜਿਹੜਾ ਹੈ, ਉਹ ਜਿਹੜੀ ਮੁਕਤੀ ਰੂਪੀ ਜਿਹੜਾ ਹੈ ਲੈਵਲ ਮੈਂ ਅਚੀਵ ਕਰ ਲਿਆ ਹੈ, ਮੇਰਾ ਸਰੀਰ ਸਫਲ ਹੋ ਗਿਆ। ਸੁਭਗ ਵਾਕ ਗੋਸਤ ਕਰੀ ਬੈਠ ਗੁਰੂ ਤੇ ਤੀਰ। ਸੁਭਗ ਸ੍ਰਿਸ਼ਟ ਉਹਨੇ ਜਿਹੜੇ ਹਨ ਮਹਾਰਾਜ ਦੇ ਨਾਲ ਗੱਲਬਾਤ ਕੀਤੀ, ਜੋ ਮੁਕਤੀ ਦੀ ਦਾਤੀ ਹੈ, ਮੁਕਤੀ ਨੂੰ ਦੇਣ ਵਾਲੀ ਉਹ ਕਨਵਰਸੇਸ਼ਨ ਹੈ, ਉਹ ਗੁਰੂ ਨਾਨਕ ਸਾਹਿਬ ਦੇ ਕੋਲ ਬਹਿ ਕੇ ਉਹਨੇ ਕੀਤੀ। ਸਵਈਆ ਹੋਏ ਬਿਦਾ ਪੁਨ ਗੋਰਖ ਕੇ ਢਿਗ ਜਾਏ ਆਦੇਸ਼ ਆਦੇਸ਼ ਕਰੀ। ਉਹ ਲੋਹਰੀਪਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਨਮਸਕਾਰ ਕਰਕੇ ਨਾ ਵਾਪਸ ਚਲਿਆ ਗਿਆ, ਜਿੱਥੇ ਗੋਰਖਨਾਥ ਬੈਠਾ ਸੀ। ਉਹਨੂੰ ਆਦੇਸ਼ ਕਿਹਾ। ਪੂਰਨ ਭਾ ਅਵਤਾਰ ਸਹੀ। ਉਹਨੂੰ ਜਾ ਕੇ ਲੋਹਰੀਪਾ ਨੇ ਦੱਸਿਆ, ਕਹਿੰਦੇ ਹੇ ਗੋਰਖ, ਉਹ ਕੋਈ ਬਾਲਕ ਨਹੀਂ ਹੈ, ਉਹ ਤਾਂ ਪੂਰਨ ਭਾ ਅਵਤਾਰ ਸਹੀ, ਉਹ ਤਾਂ ਪਰਮਾਤਮਾ ਦਾ ਸਹੀ ਅਵਤਾਰ ਹੈ, ਉਹ ਤਾਂ ਪਰਮੇਸ਼ਰ ਆਪ ਆਇਆ ਹੈ। ਅਵਤਾਰਨ ਕੋ ਪਗ ਧੂਰ ਤਰੀ। ਕਹਿਣ ਲੱਗੇ ਉਹਨਾਂ ਨੇ ਤਾਂ ਇੱਕ ਜਹਾਜ਼ ਬਣਾਉਣਾ ਆਪਣੇ ਚਰਨਾਂ ਦਾ, ਉਹਨਾਂ ਦੀ ਚਰਨਾਂ ਦੀ ਧੂੜ ਇੱਕ ਜਹਾਜ਼ ਹੈ ਇਹ ਕਲਯੁਗ ਨੂੰ ਪਾਰ ਕਰਨ ਦਾ। ਉਹਨਾਂ ਦੀ ਚਰਨ ਦੀ ਧੂੜ ਵਿੱਚ ਇੰਨੀ ਸ਼ਕਤੀ ਹੈ ਕਿ ਬੰਦੇ ਨੂੰ ਲਿਬਰੇਸ਼ਨ ਦੇ ਦਿੰਦੀ ਹੈ। ਕੋਈ ਨਾ ਤਾਹੇ ਸਮਾਨ ਲਖੋ। ਮਹਾਰਾਜ ਅੱਜ ਤੱਕ ਮੈਂ ਉਹਨਾਂ ਵਰਗਾ ਕੋਈ ਮਹਾਨ ਨਹੀਂ ਦੇਖਿਆ। ਮਹਾਰਾਜ ਦ ਗ੍ਰੇਟੈਸਟ ਆਈ ਹੈਵ ਐਵਰ ਸੀਨ ਉਹ ਗੁਰੂ ਨਾਨਕ ਹਨ। ਕਿਤ ਜਾ ਮਿਲ ਮੱਧ ਕਬੁੱਧ ਟਰੀ। ਹਾਂ ਕਹਿੰਦੇ ਜਿਨ੍ਹਾਂ ਨੂੰ ਮਿਲ ਕਰਕੇ ਮੇਰੀ ਸਾਰੀ ਕੁਬੁੱਧ ਭੈੜੀ ਮੱਤ ਖਤਮ ਹੀ ਹੋ ਗਈ। ਮਹਾਰਾਜ ਹੁਣ ਮੇਰੇ ਵਿੱਚ ਪਰਮੇਸ਼ਰ ਦਾ ਨਾਮ ਆਪ ਮੁਹਾਰੇ ਉਹ ਜਿਹੜਾ ਹੈ ਚੱਲਦਾ ਹੈ। ਮਹਾਰਾਜ ਉਹ ਪਰਮੇਸ਼ਰ ਦਾ ਸਿਮਰਨ ਆਪਣੇ ਆਪ ਚੱਲਣ ਲੱਗ ਗਿਆ ਹੁਣ। ਕੌਣ ਹੈ ਜੀਤਨ ਕੋ ਸਮਰੱਥ। ਮਹਾਰਾਜ ਇੱਕ ਗੱਲ ਮੰਨ ਲਓ, ਗੋਰਖਨਾਥ ਨੂੰ ਕਹਿੰਦਾ ਲੋਹਰੀਪਾ, ਉਸ ਗੁਰੂ ਨਾਨਕ ਨੂੰ ਜਿੱਤਣ ਵਾਲਾ ਕੋਈ ਨਹੀਂ ਜੰਮਿਆ ਹੁਣ ਤੱਕ, ਕੋਈ ਨਹੀਂ ਹੈਗਾ ਜਿਹੜਾ ਗੁਰੂ ਨਾਨਕ ਨੂੰ ਜਿੱਤ ਸਕਦਾ ਹੈ। ਸੁਨੇ ਪੁਨ ਗੋਰਖ ਯੋ ਉਚਰੀ। ਸੋ ਇਉਂ ਸੁਣ ਕੇ ਗੋਰਖਨਾਥ ਨੇ ਕਿਹਾ, ਕਬੇਤ ਬੈਸ ਢਿਗ ਆਈਏ ਮੁਖ ਤੂਸਨ ਕਰਈਏ। ਗੋਰਖਨਾਥ ਆਲੇ ਦੁਆਲੇ ਦੇਖਣ ਲੱਗ ਗਿਆ। ਜਦੋਂ ਲੋਹਰੀਪਾ ਨੇ ਇਹ ਦੱਸਿਆ ਨਾ, ਗੋਰਖਨਾਥ ਦੇਖਣ ਲੱਗ ਗਿਆ ਹੋਰ ਕਿਸੇ ਨੇ ਤਾਂ ਨਹੀਂ ਸੁਣੀ ਗੱਲ, ਤੇ ਚੁੱਪ ਕਰਕੇ ਲੋਹਰੀਪਾ ਨੂੰ ਕਹਿੰਦਾ ਕੰਨ ਦੇ ਵਿੱਚ ਚੁੱਪ ਕਰਕੇ ਬਹਿ ਜਾ, ਹੁਣ ਨਾ ਤੂੰ ਬੋਲੀ। ਕਹਿੰਦੇ ਮੁਖ ਤੂਸ਼ਣ ਕਰੀਏ, ਕਹਿੰਦੇ ਚੁੱਪ ਕਰਕੇ ਬਹਿ ਜਾ ਤੇ ਮੇਰੇ ਕੋਲ ਬੈਠਾ ਰਹਿ, ਕਿਸੇ ਕੋਲ ਨਾ ਜਾਈ,
ਕਿਸੇ ਕੋ ਕੋਈ ਗੱਲ ਨਹੀਂ ਦੱਸਣੀ। नह और को सुनाइए जयु करें अभिमान को। ਹਾਂ ਕਹਿੰਦਾ ਨਹਿ ਔਰ ਕੋ ਸੁਣੀਏ ਕਹਿੰਦੇ ਕਿ ਕਿਸੇ ਨੂੰ ਸੁਣਾਈ ਨਾ, ਦੱਸੀ ਨਾ, ਜੇਯੂ ਕਰੇ ਅਭਿਮਾਨ ਕੋ। ਕਹਿਣ ਲੱਗੇ ਇਹ ਜਿਹੜੀ ਗੱਲ ਹੈ, ਇਹ ਜਿਹੜਾ ਹੈ ਅਭਿਮਾਨ ਉਹਦਾ ਵੱਧਦਾ ਹੈ। ਗੁਰੂ ਨਾਨਕ ਨੂੰ ਤੂੰ ਵੱਡਾ ਕਰ ਰਿਹਾ ਮੇਰੇ ਨਾਲੋਂ। ਗੋਰਖ ਕਹਿੰਦਾ ਮੈਂ ਤੇਰਾ ਗੁਰੂ ਹਾਂ, ਉਹ ਤੇਰਾ ਗੁਰੂ ਨਹੀਂਗਾ। ਸੋ ਇਸ ਕਰਕੇ ਮੇਰੇ ਅਭਿਮਾਨ ਨੂੰ ਠੇਸ ਪਹੁੰਚ ਰਹੀ ਹੈ, ਤੂੰ ਉਹਨੂੰ ਵੱਡਾ ਕਰਕੇ ਦਿਖਾ ਰਿਹਾ। ਹਾਂ बाद को कराए जब मान मिट जाए तब। ਕਹਿਣ ਲੱਗੇ ਬਾਦ ਕੋ ਕਰਾਏ ਕੋਈ ਨਹੀਂ। ਗੋਰਖਨਾਥ ਕਹਿੰਦਾ ਤੂੰ ਦੇਖੀ ਲੋਹਰੀਪਾ ਨੂੰ ਕਹਿੰਦਾ ਮੈਨੂੰ ਹਰਾ ਕੇ ਛੱਡਾਂਗਾ। ਕਹਿਣ ਲੱਗੇ ਉਹਦੇ ਨਾਲ ਮੈਂ ਐਸਾ ਝਗੜਾਲੂ ਜਿਹੜਾ ਹੈ ਡਿਸਕਸ਼ਨ ਕਰਾਂਗਾ, ਐਸਾ ਆਰਗੂਮੈਂਟ ਮੈਂ ਕਰਾਂਗਾ ਜਿਹਦੇ ਕਰਕੇ ਉਹਦਾ ਮਾਣ ਮੈਂ ਗਵਾਵਾਂਗਾ ਗੁਰੂ ਨਾਨਕ ਦਾ। जानत सो नहीं अब हमरे समान को। ਹਾਂ ਕਹਿਣ ਲੱਗੇ ਜਾਣਤ ਸੋ ਨਹੀਂ। ਕਹਿਣ ਲੱਗੇ ਜਿਹੜਾ ਹੈ ਉਹ ਗੁਰੂ ਨਾਨਕ ਨੂੰ, ਉਹ ਬਾਲਕ ਨੂੰ ਤੂੰ ਮੇਰੇ ਵਰਗਾ ਨਾ ਕਹਿ। ਮੈਂ ਕਿਤੇ ਵੱਡਾ ਹੈ। ਗੋਰਖ ਕਹਿੰਦਾ ਮੈਂ ਬਹੁਤ ਵੱਡਾ ਹਾਂ, ਨਾਨਕ ਤਾਂ ਮੇਰੇ ਤੋਂ ਬਹੁਤ ਛੋਟਾ ਹੈ, ਉਹਨੂੰ ਮੇਰੇ ਲੈਵਲ ਤੇ ਕਿਉਂ ਲੈ ਕੇ ਆ ਰਿਹਾ ਤੂੰ ਹੈ। ਸੋ ਇਹ ਨਾ ਕੰਮ ਕਰ। ਇਸ ਕਰਕੇ ਕਹਿੰਦਾ ਜਾਣ ਸੋ ਨਹੀਂ, ਉਹਨੂੰ ਜਾਣਨਾ ਨਾ ਕਰ ਕਿ ਹਮਰੇ ਸਮਾਨ ਕੋ ਵੀ ਮੇਰੇ ਵਰਗਾ ਹੈ। ਉਹ ਕਿਵੇਂ ਹੋ ਸਕਦਾ ਹੈ? ਗੋਰਖਨਾਥ ਕਹਿੰਦਾ ਹਾਂਜੀ। गोरख अलाय से दलीने है बुलाए सब। ਸੋ ਗੋਰਖਨਾਥ ਨੇ ਇਸ ਤਰ੍ਹਾਂ ਦਾ ਹੰਕਾਰ ਕੀਤਾ। ਹੰਕਾਰ ਕਰਕੇ ਗੋਰਖ ਲਾਏ, ਕਹਿੰਦੇ ਸਿੱਧ ਸੱਦ ਲਏ। ਹੁਣ ਗੋਰਖਨਾਥ ਨੇ ਜਿੰਨੇ ਬਾਕੀ ਸਿੱਧ ਸੀਗੇ ਸਾਰੇ ਹੀ ਸੱਦ ਲਏ ਉੱਥੇ। वैसे आए आए के अदेशत महान को। ਆ ਕੇ ਬਹਿ ਗਏ ਜੀ। ਫਿਰ ਮੀਟਿੰਗ ਰੂਮ 'ਚ ਬਹਿ ਗਏ, ਮੀਟਿੰਗ ਪਲੇਸ ਤੇ ਆ ਗਏ। ਆਦੇਸ਼ ਇੱਕ ਦੂਜੇ ਨੂੰ ਆਦੇਸ਼ ਕਰਦੇ ਬਹਿ ਗਏ ਜੀ ਸਾਰੇ। गोरख उचारी तुम सिद्ध कलाधारी को। ਗੋਰਖਨਾਥ ਨੇ ਕਿਹਾ, ਚੈਲੰਜ ਦਿੱਤੀ ਜੀ। ਕਹਿੰਦੇ ਤੁਹਾਡੇ ਵਿੱਚੋਂ ਕੌਣ ਆਪਣੇ ਆਪ ਨੂੰ ਸ਼ਕਤੀ ਵਾਲਾ ਸਮਝਦਾ ਹੈ? ਹੂ ਥਿੰਕਸ ਦੈਟ ਹੀ ਇਜ਼ ਮਿਰੇਕਲਸ। ਹਾਂ ਕੌਣ ਆ ਤੁਹਾਡੇ ਵਿੱਚੋਂ? जीते बाद कारी जाए नानक सुजान को। ਹਾਂ ਕਹਿਣਾ ਜੋ ਕੋ ਜਾ ਕੇ ਬਾਦਕਾਰੀ ਝਗੜਾਲੂ ਨਾਨਕ ਨਾਲ ਜਾ ਕੇ ਜਿੱਤ ਕੇ ਆਵੇ। ਉਹ ਜਿਹੜਾ ਝਗੜਾ ਜਾ ਪਾ ਰਿਹਾ ਹੈ ਨਾਨਕ, ਕਹਿੰਦੇ ਉਹਨੂੰ ਕੋਈ ਜਿੱਤ ਕੇ ਆਵੇ। ਦੱਸ ਕੋਈ ਹੈ ਤੁਹਾਡੇ ਵਿੱਚੋਂ? सवैया यो सुन भंगरनाथ उठियो। ਉਹਦਾ ਵਿੱਚੋਂ ਜਿਹੜਾ ਭੰਗਰਨਾਥ ਉੱਠਿਆ, ਇੱਕ ਭੰਗਰਨਾਥ ਸੀਗਾ ਉੱਥੇ, ਕਾਫੀ ਜਿਹੜਾ ਹੈ ਭੜਕਾਲੂ ਜਾ ਸੀ। ਇਹ ਉੱਠਿਆ ਜੀ, ਕਹਿੰਦਾ ਹਾਂਜੀ ਹਾਂਜੀ। मुझ आयस देहो बिलोक हो जाई। ਕਹਿੰਦਾ ਮੈਨੂੰ ਆਇਸ ਦਿਓ, ਆਗਿਆ ਦੇ ਦਿਓ ਗੋਰਖਨਾਥ, ਮੈਂ ਜਾਣਾ ਕਰਦਾ ਠੀਕ ਮੈਂ ਜਾ ਕੇ। को समर्थ अरे हमरे संग। ਕਹਿੰਦਾ ਕੌਣ ਹੈ ਇਹ ਜਿਹਾ ਸਮਰੱਥ, ਕੌਣ ਕੇਪੇਬਲ ਆ ਮੈਨੂੰ ਹਰਾਉਣ ਵਾਸਤੇ? ਕਹਿੰਦਾ ਆਈ ਐਮ ਦ ਮੋਸਟ ਪਾਵਰਫੁਲ, ਮੇਰੇ ਵਰਗਾ ਸਿਆਣਾ ਕੋਈ ਨਹੀਂ ਹੈਗਾ, ਮੈਨੂੰ ਕੌਣ ਹਰਾ ਸਕਦਾ ਹੈ? या कल काल ना देत दिखाई। ਦੇਖੋ ਇਹ ਕਲਯੁਗ ਦੇ ਸਮੇਂ 'ਚ ਤਾਂ ਭੰਗਰਨਾਥ ਕਹਿੰਦਾ ਮੈਨੂੰ ਤਾਂ ਕੋਈ ਦਿਖਾਈ ਨਹੀਂ ਦਿੰਦਾ ਜਿਹੜਾ ਮੈਨੂੰ ਹਰਾ ਸਕਦਾ ਹੈ। ਬਾਕੀ ਤਾਂ ਮੈਨੂੰ ਪਤਾ ਨਹੀਂ, ਪਰ ਇਹ ਸਮੇਂ ਦੇ ਵਿੱਚ ਕੋਈ ਨਹੀਂ ਹੈਗਾ। कह तो हटाए के पाछे पठाए हों। ਹਾਂ ਕਹਿੰਦੇ ਦੇਖੋ ਕਹਿ ਤੋਂ ਹਟਾਏ, ਜਾਂ ਤਾਂ ਮੈਂ ਉਹਨੂੰ ਕਹੂੰਗਾ ਵਾਪਸ ਮੁੜ ਜਾ, ਤੇ ਦੂਸਰਾ ਜਾਂ ਫਿਰ ਜਿਹੜਾ ਹੈ ਜਾਂ ਕੋ ਹਟਾਏ ਕੋ ਪਾਛੇ ਪਠਾਏ ਹੋ, ਮੈਂ ਭੇਜ ਕੇ ਆਵਾਂਗਾ ਉਹਨੂੰ ਪਿੱਛੇ, ना तुर आनोंगो पाए लगाई। ਜਾਂ ਮੈਂ ਉਹਨੂੰ ਤੁਹਾਡੇ ਕਦਮਾਂ ਤੇ ਆ ਕੇ ਸੱਟਾਂਗਾ। ਗੋਰਖਨਾਥ ਨੂੰ ਕਹਿੰਦਾ ਮੈਂ ਉਹਨੂੰ ਕਦਮਾਂ ਤੇ ਤੁਹਾਡੇ ਲੈ ਕੇ ਆਵਾਂਗਾ। ਜਿਹੜਾ ਹੈ ਭੰਗਰਨਾਥ ਓਵਰ ਕੌਨਫੀਡੈਂਸ ਸੀਗਾ ਵਿਚਾਰਾ। तारन तोरन की शक्ति मम। ਹਾਂ ਕਹਿੰਦੇ ਭੰਗਰਨਾਥ ਕਹਿੰਦਾ ਮੇਰੇ ਕੋ ਪਤਾ ਕਿੰਨੀ ਸ਼ਕਤੀ ਆ, ਮੈਂ ਤਾਰੇ ਤੋੜ ਕੇ ਲਿਆ ਸਕਦਾ ਆਕਾਸ਼ ਵਿੱਚੋਂ। ਉਹ ਕੋਈ ਪੁਰਾਣੀ ਲਵ ਸਟੋਰੀ ਪੜ੍ਹੀ ਹੋਣੀ ਆ ਵਿਚਾਰੇ ਨੇ। को बपुरा नर धीर तराई। ਹਾਂ ਕਿਹੜਾ ਜਿਹੜਾ ਨਰ ਹੈ ਵਿਚਾਰਾ ਜਿਹੜਾ ਮੇਰੇ ਮੂਹਰੇ ਅੜੇ ਆ ਕੇ, ਕੌਣ ਮੇਰੇ ਨਾਲ ਆ ਕੇ ਆਰਗੂਮੈਂਟ ਕਰ ਸਕਦਾ ਹੈ? ਕੌਣ ਮੇਰੇ ਨਾਲ ਟੱਕਰ ਲਾ ਸਕਦਾ ਹੈ? ਭੰਗਰਨਾਥ ਨੇ ਇਸ ਤਰ੍ਹਾਂ ਹੰਕਾਰ ਦੇ ਬਚਨ ਕੀਤੇ। सवैया गोरख आयस देत भयो। ਉਹ ਗੋਰਖਨਾਥ ਖੁਸ਼ ਹੋ ਗਿਆ ਵੀ ਮਿਲ ਗਿਆ ਜੀ ਵਿਕਟਿਮ। ਕਹਿੰਦਾ ਹਾਂਜੀ ਹਾਂਜੀ। ਕੀ ਕਿਹਾ ਜੀ ਗੋਰਖਨਾਥ ਨੇ ਖੁਸ਼ ਹੋ ਕੇ? ਆਈਐਸ ਦਿੱਤੀ, ਆਗਿਆ ਦਿੱਤੀ। तुम जीत हो जाए के बाद उचारो। ਕਹਿਣਗੇ ਜਾ ਭਾਈ ਭੰਗਰਨਾਥ ਤੂੰ ਜਾ, ਜਿੱਤ ਕੇ ਆ, ਜੋ ਮਰਜੀ ਕਰ, ਜਿੱਤ ਕੇ ਆਈ ਬਸ ਹੁਣ। बोलन में सब भांत प्रवीण हो। ਪਰ ਯਾਦ ਰੱਖ ਜਿਹੜਾ ਹੈ ਭੰਗਰਨਾਥ ਤੂੰ ਬੋਲਣ ਵਿੱਚ ਬਹੁਤ ਸਿਆਣਾ ਹੈ। ਦੇਖੋ ਬਕਵਾਸ ਕਰਦਾ ਸੀ ਪਹਿਲਾਂ, ਕਹਿੰਦਾ ਤੂੰ ਬੋਲਣ ਵਿੱਚ ਬੜਾ ਸਿਆਣਾ ਹੈ। पंथ में अन्न हो जैसे निहारो। ਕਹਿਣ ਲੱਗੇ ਜਿਵੇਂ ਵੀ ਹੋਵੇ, ਜਿਵੇਂ ਵੀ ਤੂੰ ਕਰੇ, ਉਹਨੂੰ ਪੰਥ ਵਿੱਚ ਲੈ ਕੇ ਆ ਜਾ, ਉਹਨੂੰ ਸਿੱਧ ਬਣਾ ਦੇ। श्रोण प्रशंस सुनी गर्भ्यो और। ਉਹ ਹੁਣ ਜਿਹੜਾ ਭੰਗਰਨਾਥ ਜਿਵੇਂ ਇੱਕ ਫਾਈਏ ਦੇ ਉੱਤੇ ਹੋਰ ਫਾਈ ਉਠ ਪਾਏ ਜਾਣ ਨਾ, ਉਹ ਹੋਰ ਹੰਕਾਰੀ ਹੋ ਗਿਆ। ਵਾਹ ਗੋਰਖਨਾਥ ਨੇ ਐਂਡੋਸ ਕਰਤਾ ਵੀ ਮੈਂ ਸਿਆਣਾ ਹੈ। ਉਹਨੂੰ ਵੀ ਪਤਾ ਸੀ ਉਹ ਬਕਵਾਸ ਕਰ ਰਿਹਾ ਹੈ, ਪਰ ਉਹ ਕਹਿੰਦਾ ਫਿਰ ਵੀ ਮੇਰੇ ਬਕਵਾਸ ਨੂੰ ਵੀ ਸਿਆਣਪ ਕਹਿ ਰਹੇ ਨੇ। ਸੋ ਉਹ ਹੋਰ ਖੁਸ਼ ਹੋ ਗਿਆ। पंथ में अन्न हो जैसे निहारो। ਹਾਂ ਕਹਿੰਦੇ ਵੀ ਉਹਨੇ ਜਿਹੜਾ ਹੈ ਕਹਿੰਦਾ ਵੀ ਮੈਂ ਐਸਾ ਕਰਾਂਗਾ। ਭੰਗਰ ਤੂਰਨ ਕੀਨ ਪਧਾਰੋ। ਹਾਂ ਭੰਗਰਨਾਥ ਉਥੋਂ ਉਸੇ ਵੇਲੇ ਤੁਰ ਪਿਆ ਜੀ। ਮੂਰਖ ਭੇਦ ਨਾ ਜਾਣਤ ਯੋ। ਉਹ ਮੂਰਖ ਜਿਹੜਾ ਭੰਗਰਨਾਥ ਹੈ ਗੁਰੂ ਨਾਨਕ ਨੂੰ ਨਹੀਂ ਜਾਣਦਾ ਵੀ ਗੁਰੂ ਨਾਨਕ ਕੌਣ ਹਨ। ਨਿਗਮਾਗਮ ਕੋ ਇਹ ਰੂਪ ਆਧਾਰੋ। ਉਹਨੂੰ ਇਹ ਨਹੀਂ ਪਤਾ ਜਿਹੜੇ ਵੇਦ ਸ਼ਾਸਤਰ ਦੁਨੀਆ ਦੇ ਪ੍ਰਗਟ ਰੂਪ ਵਿੱਚ ਹਨ ਜਾਂ ਗੁਪਤ ਰੂਪ ਵਿੱਚ ਹਨ, ਸਾਰੇ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਧਾਰ ਤੇ ਚੱਲਦੇ ਨੇ। ਜਿੰਨਾ ਗਿਆਨ ਦੁਨੀਆ ਦਾ, ਜਿੰਨਾ ਧਰਮ ਦੁਨੀਆ ਦੇ ਹਨ, ਸਾਰੇ ਆਸਰਾ ਲੈਂਦੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ।
ਗੁਰੂ ਨਾਨਕ ਹੀ ਸਾਰਿਆਂ ਦੀ ਸਪੋਰਟ ਹੈ। ਜੇ ਗੁਰੂ ਨਾਨਕ ਨਹੀਂ ਤਾਂ ਕੋਈ ਧਰਮ ਨਹੀਂ ਰਹਿਣਾ ਦੁਨੀਆ ਦੇ ਵਿੱਚ। ਹਾਂਜੀ, ਕਿਉਂ ਉਹ ਇਹ ਨਹੀਂ ਜਾਣਦਾ ਸੀ। ਸਵਈਆ ਸ੍ਰੀ ਗੁਰੂ ਜੀ ਗਮਨੇ ਇਤ ਆਗੇ ਕੋ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਅੱਗੇ ਜਾ ਰਹੇ ਨੇ। ਸੋ ਮਹਾਰਾਜ ਜੀ ਅੱਗੇ ਚਲੇ ਗਏ। ਉਹ ਮੰਦ ਹੀ ਮੰਦ ਸੋ ਚਾਲ ਸੁਹਾਈ। ਹੌਲੀ ਹੌਲੀ ਗੁਰੂ ਨਾਨਕ ਸਾਹਿਬ ਦੀ ਤੁਰਦੇ ਜਾਂਦੇ ਹਨ। ਉੱਚੇ ਗਏ ਜਬ ਹੀ ਬਹੁਤੇ। ਜੋ ਬਹੁਤੇ ਉੱਚੇ ਚਲੇ ਗਏ। ਹਾਂਜੀ, ਸੁਮੇਰ ਪਰਬਤ ਦੇ ਕਾਫੀ ਉਚਾਈ ਤੱਕ ਚਲੇ ਗਏ। ਮਰਦਾਨੇ ਤਬੈ ਮੁਖ ਬਾਣੀ ਅਲਾਈ। ਉਸ ਵੇਲੇ ਭਾਈ ਮਰਦਾਨੇ ਨੇ ਕਿਹਾ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੂੰ, ਦੇਖ ਰਹੇ ਹੋ ਨਿਜ ਲੋਚਨ ਸੰਗ। ਮਹਾਰਾਜ ਮੈਂ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਹਾਂ। ਅੰਕ ਅਬੈ ਨਹਿ ਦੇਤ ਦਿਖਾਈ। ਮਹਾਰਾਜ ਹੁਣ ਤਾਂ ਚੰਦਰਮਾ ਵੀ ਨਹੀਂ ਦਿਸਦਾ। ਪਹਿਲਾਂ ਤਾਂ ਉਹ ਜਿਹੜਾ ਪਿਛਲੇ ਪ੍ਰਸੰਗ 'ਚ ਤਾਂ ਕਹਿੰਦਾ ਸੀ ਵੀ ਸੂਰਜ ਨਹੀਂ ਦਿਸਦਾ, ਕਹਿੰਦੇ ਮਹਾਰਾਜ ਹੁਣ ਤਾਂ ਚੰਦਰਮਾ ਵੀ ਨਹੀਂ ਦਿਸਦਾ। ਉੱਪਰ ਹੈ ਕਿ ਨਹੀਂ ਇਸ ਥਾਨ। ਮਹਾਰਾਜ ਇਹ ਥਾਂ ਦੇ ਉੱਤੇ ਆ ਚੰਦਰਮਾ ਜਾਂ ਥੱਲੇ? ਮਹਾਰਾਜ ਕਿੱਥੇ ਹੈ? ਕਹਾਂ ਲੱਗ ਜਾਵੋ ਦੇਹੋ ਬਤਾਈ। ਮਹਾਰਾਜ ਆਪਾਂ ਹੁਣ ਤੁਰਦੇ ਤਾਂ ਜਾਂਦੇ ਆ, ਪਹਾੜ ਚੜੀ ਜਾਂਦੇ ਆ, ਆਪਾਂ ਕਿੱਥੋਂ ਤੱਕ ਜਾਣਾ? ਹਾਂਜੀ, ਰਸਤਾ ਮੁੱਕਣ 'ਚ ਨਹੀਂ ਆਉਂਦਾ। ਸੁਣ ਕੇ ਗੁਣ ਐਨ ਭਨੇ ਮੁਖ ਬੈਨ। ਸੁਣ ਕੇ ਕਹਿੰਗੇ ਇਹ ਗੱਲ ਜਿਹੜੇ ਹੈ ਭਾਈ ਮਰਦਾਨੇ ਦੇ ਬਚਨ ਸੁਣ ਕੇ ਗੁਨਾਹ ਦੇ ਘਰ ਗੁਰੂ ਨਾਨਕ ਸਾਹਿਬ ਜੀ ਬੋਲੇ, ਰਹਿਓ ਪਤ ਰਹਿਨ ਸੋ ਨੀਚ ਹਮਾਰੇ। ਕਹਿਣ ਲੱਗੇ ਜੋ ਚੰਦਰਮਾ ਹੈ ਇਸ ਪੋਜੀਸ਼ਨ ਤੋਂ ਜੇ ਦੇਖਿਆ ਜਾਵੇ ਆਪਾਂ ਨੂੰ ਲੱਗਦਾ ਆਪਣੇ ਥੱਲੇ ਹੈ, ਕਿਉਂਕਿ ਉਹ ਪੋਜੀਸ਼ਨ ਡਿਫਰੈਂਟ ਹੈ। ਕਹਿੰਦੇ ਹੁਣ ਤਾਂ ਆਪਾਂ ਨੂੰ ਇਉਂ ਲੱਗੇਗਾ ਜਿਵੇਂ ਚੰਦਰਮਾ ਆਪਣੇ ਥੱਲੇ ਹੈ। ਜੁਗ ਸੂਰਜ ਚੰਦ ਪ੍ਰਕਾਸ਼ਕ ਜੇ ਜਗ। ਕਹਿਣਗੇ ਜਿਹੜੇ ਦੋਵੇਂ ਸੂਰਜ ਤੇ ਚੰਦਰਮਾ ਹਨ ਉਹ ਪ੍ਰਕਾਸ਼ ਕਰਨ ਵਾਲੇ ਹਨ ਦੁਨੀਆ ਤੇ, ਇੱਕ ਸਵੇਰ ਨੂੰ ਇੱਕ ਰਾਤ ਨੂੰ। ਨੈਣ ਤੇਰੇ ਕਰ ਲੈ ਹੋ ਨਿਹਾਰੇ। ਆ ਹੁਣ ਤੇਰੇ ਨੈਣਾ ਤੋਂ ਥੱਲੇ ਹੋਣਗੇ। ਤੂੰ ਜੇ ਦੇਖਾਂਗਾ ਜਿਹੜਾ ਤੇਰਾ ਪੋਜੀਸ਼ਨ ਹੈ ਇੱਥੋਂ ਥੱਲੇ ਲੱਗਣਗੇ ਤੁਹਾਨੂੰ, ਪਰ ਹੈ ਤਾਂ ਉੱਚੇ, ਪਰ ਉਹ ਪੋਜੀਸ਼ਨ ਕਰਕੇ ਲੱਗੇਗਾ ਵੀ ਤੇਰੇ ਥੱਲੇ, ਬਿਕੋਜ਼ ਕੀ ਹੈ ਪਹਾੜ ਸਿੱਧਾ ਉੱਤੇ ਨੂੰ ਜਾ ਰਿਹਾ ਹੈ। ਸੋ ਇਸ ਕਰਕੇ ਉਹ ਪੋਜੀਸ਼ਨ ਜਿਹੜਾ ਹੈ ਉਹਦੇ ਕਰਕੇ ਲੱਗਦਾ ਹੈ, ਉਹ ਟਿਲਟ ਹੋ ਜਾਂਦਾ ਹੈ। ਜਦੋਂ ਟਿਲਟ ਆਉਂਦਾ ਹੈ ਤਾਂ ਫੇਰ ਕਹਿੰਦੇ ਇਹ ਦੋਵੇਂ ਥੱਲੇ ਲੱਗਣਗੇ। ਪੁਨ ਔਰੰਗ ਸਥਾਨ ਜੋ ਬੂਝਤ ਉੱਪਰ। ਕਹਿਣ ਲੱਗੇ ਹੋਰ ਜਿਹੜੇ ਪੁਨ ਔਰੰਗ ਕਹਿੰਦੇ ਕਿ ਫਿਰ ਹੋਰ ਵੀ ਬੜੇ ਥਾਂ ਨੇ ਜੋ ਹਜੇ ਵੀ ਆਪਾਂ ਨੂੰ ਉੱਤੇ ਦਿਖਾਈ ਦਿੰਦੇ ਹਨ। ਹੈ ਬਹੁ ਰੂਰੇ ਅਨੇਕ ਪ੍ਰਕਾਰੇ। ਕਹਿਣ ਲੱਗੇ ਹੋ ਬਹੁਤ ਰੂਰੇ ਬਹੁਤ ਸੁੰਦਰ ਹਨ, ਅਨੇਕ ਪ੍ਰਕਾਰ ਦੇ, ਮੈਨੀ ਟਾਈਪਸ ਆਫ ਜਿਹੜੇ ਸਟਾਰਸ ਹਨ, ਹੋਰ ਜਿਹੜੇ ਮੰਡਲ ਹਨ, ਮੰਡਰਾਕਾਰ ਹੈ, ਹੋਰ ਵੀ ਬਹੁਤ ਕੁਝ ਹੈ ਜਿਹੜਾ ਅਜੇ ਉੱਤੇ ਦਿਖਾਈ ਦਿੰਦਾ ਹੈ। ਜਹ ਮੇਰ ਕੋ ਸੇਖਰ ਸਿੱਧ ਰਹਿਤ ਹੈ। ਆਪਾਂ ਹੁਣ ਕਿੱਥੇ ਜਾਣਾ ਹੈ ਉਹਦਾ ਆਨਸਰ ਦਿੰਦੇ ਨੇ, ਆਪਾਂ ਸੁਮੇਰ ਦੀ ਟਿਪ ਤੇ ਜਾਣਾ ਹੈ, ਪਿਕ ਤੇ ਜਾਣਾ ਹੈ, ਜਿੱਥੇ ਇਹ ਸਿੱਧ ਲੋਕ ਰਹਿੰਦੇ ਹਨ। ਹੈ ਸ਼ਕਤੀ ਜਨ ਬੀਚ ਉਦਾਰੇ। ਕਹਿਣ ਲੱਗੇ ਹੈ ਸ਼ਕਤੀ, ਜਿਨ੍ਹਾਂ ਦੇ ਬਹੁਤ ਜ਼ਿਆਦਾ ਸ਼ਕਤੀ ਹੈ, ਉਹ ਸਿੱਧ ਲੋਕ ਆਪਣੀਆਂ ਸ਼ਕਤੀਆਂ ਨੂੰ ਲੈ ਕੇ ਉੱਤੇ ਬੈਠੇ ਹਨ, ਜਿੱਥੇ ਕੋਈ ਨਹੀਂ ਇਨਸਾਨ ਰਹਿ ਸਕਦਾ। ਉੱਥੇ ਤਾਂ ਕੋਈ ਜਾਨਵਰ ਨੂੰ ਰਹਿਣਾ ਵੀ ਔਖਾ ਹੈ। ਕਾਕ ਪਸੁੰਡ ਤੇ ਆਦ ਰਿਖੀਸੁਰ। ਦੇਖੋ ਉੱਥੇ ਤੱਕ ਪਹੁੰਚ ਕੀਦੀ ਆ ਕਾਕ ਪਸੁੰਡ। ਕਾਕ ਪਸੁੰਡ ਜਿਹੜਾ ਸੀਗਾ ਉਹ ਉੱਥੇ ਰਹਿ ਸਕਦਾ, ਜਾਂ ਕੋਈ ਰਿਸ਼ੀ ਮੁਨੀ ਜਿਹੜੇ ਹਨ ਵੱਡੇ ਉਹ ਰਹਿੰਦੇ ਹਨ। ਤਾਂ ਦਰਸਿਓ ਸੁਣਿਏ ਮਰਦਾਨਾ। ਸੋ ਤਾਂ ਕੋ ਦਰਸੋ, ਕਹਿਣਗੇ ਉਹਨਾਂ ਦੇ ਜਾ ਕੇ ਦਰਸ਼ਨ ਕਰੋ। ਸੁਣੀਏ ਮਰਦਾਨਾ ਜਾ ਕੇ ਆਪਾਂ ਉਹਨਾਂ ਦੇ ਵੀ ਦਰਸ਼ਨ ਕਰਨੇ ਹਨ। ਫੇਰ ਸੁਮੇਰ ਤੋਂ ਆਪਾਂ ਅੱਗੇ ਜਾਵਾਂਗੇ ਜਿੱਥੇ ਕਾਕ ਪਸੁੰਡ ਹੈ, ਜਿੱਥੇ ਇਹ ਸਾਰਾ ਹੋਰ ਮੰਡਲਾਕਾਰ ਆਉਂਦੇ ਹਨ। ਧਰੂ ਪ੍ਰਹਿਲਾਦ ਵੱਡੇ ਜਨ ਦੱਤ। ਫੇਰ ਜਿਹੜੇ ਹਨ ਹੁਣ ਗੁਰੂ ਨਾਨਕ ਸਾਹਿਬ ਜੀ ਨੇ ਐਸਾ ਕਿਹਾ ਭਾਈ ਮਰਦਾਨੇ ਨੂੰ, ਧਰੂ ਪ੍ਰਹਿਲਾਦ ਜਿਹੜੇ ਵੱਡੇ ਹਨ ਸਾਰੇ, ਜਿਹੜੇ ਦੱਤਾਤਰੇ ਅਦ। ਸੋ ਊਰਦ ਸੋਹਤ ਸੁੰਦਰ ਥਾਨਾ। ਜਿਨ੍ਹਾਂ ਦੇ ਥਾਂ ਹੋਰ ਵੀ ਉੱਚੇ ਨੇ, ਹੋਰ ਵੀ ਉੱਤੇ ਨੇ, ਜਿੱਥੇ ਧਰੂ ਤੇ ਪ੍ਰਹਿਲਾਦ ਤੇ ਜਿਹੜਾ ਦੱਤਾਤਰੇ ਰਹਿੰਦੇ ਹਨ। ਮੰਦ ਹੈ ਮੰਦ ਚਲੇ ਤਹਿ ਕੋ। ਸੋ ਹੌਲੀ ਹੌਲੀ ਸਤਿਗੁਰੂ ਜੀ ਚਲੇ ਜਾ ਰਹੇ ਹਨ। ਮਨ ਸਿੱਧਨ ਕੇ ਬਹੁਤਾ ਅਭਿਮਾਨਾ। ਦੇਖੋ ਇਹ ਸਿੱਧਾਂ ਦਾ ਜਿਹੜਾ ਬਹੁਤਾ ਅਭਿਮਾਨ ਹੋਇਆ ਹੈ, ਜਿਹੜੇ ਸਿੱਧ ਜਿਹੜੇ ਹਨ ਬਹੁਤ ਹੰਕਾਰੀ ਹੋਏ ਬੈਠੇ ਹਨ। ਦੇਹ ਮਿਟਾਏ ਭਲੇ ਮਗ ਪਾਏ। ਮਹਾਰਾਜ ਉਹਨਾਂ ਦਾ ਅਭਿਮਾਨ, ਉਹਨਾਂ ਦੇ ਦੇਹ ਅਭਿਮਾਨ ਨੂੰ ਮਿਟਾ ਕੇ ਉਹਨਾਂ ਨੂੰ ਮਾਰਗ ਦਿਖਾਉਣ ਵਾਸਤੇ ਆਏ ਹਨ। ਉਹਨਾਂ ਦਾ ਹੰਕਾਰ ਤੋੜਨ ਵਾਸਤੇ, ਉਹਨਾਂ ਨੂੰ ਸੱਚਾ ਪਰਮੇਸ਼ਰ ਦਾ ਰਾਹ, ਦ ਰਾਈਟ ਵੇ ਟੂ ਜਿਹੜਾ ਹੈ ਅਟੇਨ ਗੋਡ ਪਰਮਾਤਮਾ, ਉਹ ਰਸਤਾ ਦਿਖਾਉਣ ਵਾਸਤੇ ਆਏ ਹਨ। ਵਖਾਨਤ ਤਾਛਨ ਯੋ ਗਤ ਦਾਨਾ। ਵਖਾਨਤ ਯੋ ਕਹਿੰਦੇ ਇਉਂ ਕਰਕੇ ਮਹਾਰਾਜ ਐਸੇ ਬਚਨ ਭਾਈ ਮਰਦਾਨੇ ਭਾਈ ਬਾਲੇ ਨਾਲ ਕਰਦੇ ਹਨ ਜੋ ਗਤੀ ਨੂੰ ਦੇਣ ਵਾਲੇ ਹਨ। ਕਬਿਤ ਭੰਗਰ ਸੋ ਆਏ ਮੁਖ ਬਚਨ ਅਲਾਏ। ਇਹ ਗੱਲਾਂ ਬਾਤਾਂ ਅਜੇ ਹੋ ਹੀ ਰਹੀਆਂ ਸਨ ਕਿ ਭੰਗਰਨਾਥ ਉੱਥੇ ਪਹੁੰਚ ਗਿਆ ਆ ਕੇ। ਮਾਈ ਮੁੰਡੇ ਕਹਾਂ ਜਾਏ ਤੋਹੇ ਗਮਤਾ ਨਾ ਜਾਣ ਕੋ। ਦੇਖੋ ਇਹਨੇ ਆ ਕਿਸੇ ਦੀ ਕਿਹੜੀ ਗੱਲ ਕਹੀ, ਮਾਈ ਮੁੰਡੇ ਹੁੰਦਾ ਹੈ ਵੀ ਤੇਰੀ ਮਾਂ ਨੂੰ ਮੁੰਨਦੀ ਏ, ਇਹ ਜੀ ਗੱਲ ਹੁੰਦੀ ਆ, ਇੱਕ ਗਾਲ ਹੈ। ਸੋ ਇਹ ਆ ਕੇ ਸਿੱਧਾ ਹੀ ਇਸ ਤਰ੍ਹਾਂ ਜਾ ਕੇ ਕੌੜਾ ਬੋਲਿਆ ਜੀ ਆ ਕੇ, ਮਾਈ ਮੁੰਡੇ ਕਹਿੰਦੇ। ਸੋ ਮੁੰਡਾ ਹੁੰਦਾ ਨਾ, ਮੁੰਡਾ ਸ਼ਬਦ ਜਿਹੜਾ ਹੈ ਇਹ ਵੀ ਅਸਲ ਵਿੱਚ ਆਪਾਂ ਨੂੰ ਨਹੀਂ ਵਰਤਣਾ ਚਾਹੀਦਾ। ਆਪਾਂ ਮੁੰਡਾ ਤਾਂ ਕਹਿ ਦਿੰਦੇ ਹਾਂ ਜਾਂ ਮੁੰਡਿਓ ਕਹਿ ਦਿੰਦੇ ਹਾਂ, ਇਹ ਮੁੰਡਾ ਹੁੰਦਾ ਜਿਹੜਾ ਮੁੰਨਿਆ ਹੋਇਆ, ਜਿਹਦਾ ਸਰ ਗੰਜਾ ਕੀਤਾ ਹੁੰਦਾ ਹੈ, ਉਹਨੂੰ ਮੁੰਡਾ ਕਹਿੰਦੇ ਹਨ। ਸੋ ਇਉਂ ਕਰਕੇ ਕਹਿੰਦੇ ਕਹਾਂ ਜਾਏ, ਗੁਰੂ ਨਾਨਕ ਸਾਹਿਬ ਨੂੰ ਕਿੱਥੇ ਚੱਲੇ ਹੋ?
ਤੋਹੇ ਗਮਤਾ ਨਾ ਜਾਣ ਕੋ, ਉੱਥੇ ਜਾਣ ਦੀ ਤੇਰੇ ਕੋਲ ਤਾਕਤ ਨਹੀਂ ਹੈ, ਤੇਰੇ ਕੋਲ ਕੈਪੇਬਿਲਿਟੀ ਨਹੀਂ ਉੱਥੇ ਪਹੁੰਚਣ ਦੀ। ਆਗੇ ਦੁੱਖ ਪਾਏ ਜਹ ਪ੍ਰਾਣ ਕੋ ਗਵਾਏ। ਕਹਿਣਗੇ ਉੱਥੇ ਜਾ ਕੇ ਤੈਨੂੰ ਬੜਾ ਦੁੱਖ ਮਿਲੇਗਾ, ਹੋ ਸਕਦਾ ਤੂੰ ਮਰ ਵੀ ਜਾਵੇਂ ਉੱਥੇ, ਤੂੰ ਆਪਣੇ ਪ੍ਰਾਣ ਵੀ ਗਵਾ ਲੈਣੇ ਹਨ। ਕਉ ਸਕੈ ਨਾ ਬਚਾਏ ਹੱਠ ਕੀਜੈ ਨਹਿ ਮਾਨ ਕੋ। ਇਸ ਕਰਕੇ ਤੂੰ ਹੱਠ ਢੀਠਪਣਾ ਨਾ ਕਰ, ਉੱਥੇ ਜਾ ਕੇ ਤੈਨੂੰ ਕਿਸੇ ਨੇ ਬਚਾਉਣਾ ਵੀ ਨਹੀਂ, ਆ ਕੇ ਕੋਈ ਨਹੀਂ ਤੈਨੂੰ ਉੱਥੇ ਬਚਾ ਸਕਦਾ। ਆਗੇ ਚੱਲ ਬੇਖੀ ਚਾਹੇ ਗੋਰਖ ਕੋ ਗੁਰੂ ਕਰੋ। ਹਾਂ, ਜੇ ਤੈਨੂੰ ਅੱਗੇ ਜਾਣ ਦੀ ਚਾਹਨਾ ਹੈ, ਤੂੰ ਜਾਣਾ ਚਾਹੁੰਦਾ ਹੈ, ਤਾਂ ਗੋਰਖ ਨੂੰ ਆਪਣਾ ਗੁਰੂ ਬਣਾ ਲਾ। ਸੇਵਕ ਹੈ ਜਾ ਕੇ ਬਹੁਤ ਬਹੁਤ ਦੇਤ ਮਨ ਗਿਆਨ ਕੋ। ਦੇਖੋ ਉਹ ਗੋਰਖਨਾਥ ਜਿਹਦੇ ਬਹੁਤ ਸਾਰੇ ਚੇਲੇ ਹਨ, ਕਿੰਨੇ ਹੀ ਸੇਵਕ ਹਨ, ਤੇ ਉਹ ਤੇਰੇ ਮਨ ਦੇ ਵਿੱਚ ਗਿਆਨ ਦੇ ਦੇਗਾ, ਤੈਨੂੰ ਗਿਆਨ ਦੀ ਬਖਸ਼ਿਸ਼ ਕਰੇਗਾ, ਤੇਰੇ ਕੋਲ ਗਿਆਨ ਹੋਵੇਗਾ। ਦੇਖੋ ਕੋਈ ਜਿਹੜਾ ਫਾਇਰ ਫਲਾਈ ਜਿਹੜਾ ਹੁੰਦਾ ਹੈ ਨਾ, ਉਹ ਸੂਰਜ ਨੂੰ ਜਾ ਕੇ ਚੈਲੰਜ ਕਰੇ, ਇਉਂ ਭੰਗਰਨਾਥ ਜਿਹੜਾ ਹੈ ਇੱਕ ਫਾਇਰ ਫਲਾਈ ਦਾ ਵਿਚਾਰਾ ਹੈ ਜੀ, ਇੱਕ ਸੂਰਜ ਗੁਰੂ ਨਾਨਕ ਨੂੰ ਚੈਲੰਜ ਕਰ ਰਿਹਾ ਹੈ। ਪਾਛੇ ਹਟ ਜਾਈਏ ਨਾ ਤਾਂ ਗੁਰੂ ਕਰ ਲਈਏ ਅਬ। ਕਹਿਣਗੇ ਪਾਛੇ ਹਟ ਜਾਈਏ, ਹਟ ਜਾ ਪਿੱਛੇ, ਮੁੜ ਜਾ ਕੇ, ਜਾਂ ਫਿਰ ਗੋਰਖਨਾਥ ਨੂੰ ਗੁਰੂ ਕਰ। ਓਨਲੀ 2 choices you have, nothing else। ਫਿਰ ਦੋ ਮੈਂ ਇੱਕ ਕਹੀਏ ਜੇ ਤੂੰ ਚਾਹੇ ਨਿਜ ਪ੍ਰਾਨ ਕੋ। ਹਾਂ, ਬਸ ਤੇਰੀਆਂ 2 choices ਹਨ, ਇਹ ਤੂੰ ਦੇਖ ਲਾ। ਤੀਜਾ ਕੀ ਹੋਵੇਗਾ? ਤੂੰ ਆਪਣੇ ਪ੍ਰਾਣ ਗਵਾ ਲੇਗਾ, ਤੂੰ ਮਰ ਜਾਏਗਾ, ਯੂ ਵਿਲ ਡਾਈ, ਤੂੰ ਇੱਥੇ ਹੀ ਗਲ ਜਾਣਾ ਹੈ, ਤੇਰਾ ਕੁਝ ਨਹੀਂ ਰਹਿਣਾ। ਕਬਿਤ ਮਨਸਾ ਹੈ ਮਾਈ ਤਾਂ ਕੋ ਮੂੰਡ ਹੈ ਮੁੰਡਾਈ। ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਬਚਨ ਹੋਇਆ, ਜਦੋਂ ਉਹਨੇ ਕਿਹਾ ਨਾ ਇਹ ਗਾਲ ਜੀ ਕੱਢੀ ਉਹਨੇ, ਮਹਾਰਾਜ ਕਹਿੰਦੇ ਮਨਸਾ ਹੈ, ਮਹਾਰਾਜ ਕਹਿੰਦੇ ਦੇਖ ਕਾਮਨਾ ਹੈ, ਭੰਗਰਨਾਥ ਕਹਿੰਦੇ ਤੇਰੀ ਇੱਛਾ ਹੈ, ਮਾਈ ਤਾਂ ਕੋ ਮੂੰਡ ਹੈ ਮੁੰਡਾਈ। ਕਹਿੰਦੇ ਜਿਹੜਾ ਹੈ, ਕਹਿੰਦੇ ਮਾਈ ਦਾ ਸਿਰ ਮੁੰਨਿਆ ਕਿ ਨਹੀਂ ਮੁੰਨਿਆ, ਤੇਰਾ ਤਾਂ ਮੁੰਨਿਆ ਗਿਆ ਨਾ ਸਿਰ, ਹਾਂਜੀ ਤੇਰਾ ਤਾਂ ਸਿਰ ਮੁੰਨਿਆ ਗਿਆ ਨਾ, ਤੂੰ ਮਾਈ ਦੇ ਪਿੱਛੇ ਕਿਉਂ ਪਿਆ? ਮਾਈ ਤਾਂ ਕੋ ਮੂੰਡ ਹੈ ਮੁੰਡਾਈ। ਕਹਿੰਦੇ ਜਿਹੜਾ ਤੂੰ ਸਿਰ ਮੁੰਨ ਲਿਆ, ਤੇਰੀ ਮਾਈ ਦਾ ਕੀ ਰਹਿ ਗਿਆ ਵਿਚਾਰੀ ਦਾ, ਜਿਹਦੇ ਮੁੰਡੇ ਨੇ ਆਪਣਾ ਸਿਰੇ ਮੁੰਨੀ ਫਿਰਦਾ ਹੈ, ਗੰਜਾ ਹੋਇਆ ਫਿਰਦਾ ਹੈ, ਸੀਸ ਤੇ ਕੋਈ ਕੇਸ ਹੀ ਨਹੀਂ ਰਿਹਾ। ਪੁੰਨ ਮਾਈ ਹੂੰ ਕੀ ਮਾਈ ਸੰਗ ਤਜਾ ਨਾ ਸੰਭਾਰਿਆ। ਹਾਂ, ਕਹਿਣ ਲੱਗੇ ਜਿਹੜੀ ਪੁੰਨ ਮਾਈ ਜਿਹੜੀ ਹਨ ਤ੍ਰਿਸ਼ਨਾ ਦੀ ਮਾਂ ਕੌਣ ਹੈ? ਮਾਇਆ। ਤੂੰ ਸਿਰ ਤਾਂ ਮੁੰਨ ਲਿਆ ਉਹਦਾ, ਉਹ ਜਿਹੜੀ ਹੈ ਮਾਈ ਕੀ ਮਾਈ ਤ੍ਰਿਸ਼ਨਾ ਦੀ ਮਾਂ ਜਿਹੜੀ ਮਾਇਆ, ਉਹ ਤਾਂ ਛੱਡੀ ਕੋਈ ਨਹੀਂ, ਉਹ ਤਾਂ ਹੰਕਾਰ ਤੂੰ ਨਾਲ ਲਈ ਫਿਰਦਾ ਹੈ, ਸੰਗ ਤਜਾ ਨਾ ਸੰਭਾਰੀ ਹੈ। ਕਹਿਣ ਲੱਗੇ ਉਹਨੂੰ ਤੂੰ ਛੱਡਿਆ ਨਹੀਂ, ਤੇ ਉਹ ਮਾਇਆ ਦੇ ਹੰਕਾਰ ਨੂੰ ਲੈ ਕੇ ਕੋਲੇ ਫਿਰਦਾ ਹੈ, ਤੇ ਮੈਨੂੰ ਕਹਿੰਦਾ ਮਾਈ ਮੁੰਡੇ, ਤੇਰਾ ਸਿਰ ਫਿਰਿਆ। ਭੰਗਰਨਾਥ ਨੂੰ ਕਹੇ ਤੂੰ ਕੀ ਗੱਲਾਂ ਕਰ ਰਿਹਾ? ਹਾਂ, ਦੁੱਖ ਤਾਂ ਕੋ ਹੋਏ ਭੁੱਲੇ ਪੰਥ ਫਿਰੈ ਜੋਏ। ਹਾਂ, ਕਹਿੰਦੇ ਦੁੱਖ ਤਾਂ ਉਹਨੂੰ ਹੁੰਦਾ ਹੈ ਜਿਹੜਾ ਰਾਹ ਵਿੱਚ ਕਿਤੇ ਭੁੱਲ ਜਾਵੇ, ਹਾਂਜੀ ਜਿਹੜਾ ਕਿਤੇ ਭੁੱਲਿਆ ਫਿਰੇ, ਭਟਕਿਆ ਫਿਰੇ, ਕਹਿੰਦਾ ਉਹਨਾਂ ਨੂੰ ਦੁੱਖ ਹੁੰਦਾ ਹੈ। ਪੰਥ ਫਿਰੇ ਜੋਏ, ਹਾਂਜੀ ਮਾਨ ਤੁਮਰੇ ਕੋ ਖੋਏ ਲੈਉ ਮਾਰਗ ਨਿਹਾਰਿਆ। ਕਹਿ ਲਗੇ ਮਾਨ ਤੁਮਾਰੇ ਕੋ, ਭੰਗਰਨਾਥ ਤੇਰਾ ਮਾਨ ਮੈਂ ਤੋੜਾਂਗਾ, ਹਾਂਜੀ ਖੋਏ ਲਿਓ ਮਾਰਗ ਨਿਹਾਰੀਐ। ਕਹਿੰਦਾ ਮੈਂ ਤੈਨੂੰ ਦਿਖਾਊਂਗਾ ਸੱਚਾ ਰਸਤਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੈਨੂੰ ਉਹ ਪਰਮਾਤਮਾ ਦਾ ਰਸਤਾ ਦਿਖਾਵਾਂਗਾ, ਤੇਰਾ ਮਾਨ ਮੈਂ ਭੰਨੂਗਾ। ਤੇ ਫਿਰ ਉਹ ਭੰਗਰਨਾਥ ਹੈ ਨਾ, ਭੰਨਣਾ ਹੁੰਦਾ ਹੈ, ਹਾਂਜੀ ਫਿਰ ਗੋਰਖ ਬਿਲੋਕਿਓ ਤੇਰੋ ਔਦ ਹੈ ਵਧਾਈ ਬਾਦ। ਹਾਂ, ਕਹਿ ਲਗੇ ਤੇਰਾ ਗੁਰੂ ਜਿਹਨੂੰ ਤੂੰ ਗੋਰਖ ਕਹਿੰਦਾ, ਹਾਂ ਕਹਿੰਦੇ ਉਹਨੇ ਵਾਧੂ ਦੀ ਆਪਣੀ ਉਮਰ ਵਧਾਈ ਬੈਠਾ, ਪਤਾ ਨਹੀਂ ਕਿਉਂ ਬੁੱਢਾ ਜਿਹਾ ਹੋਇਆ ਬੈਠਾ ਹੈ, ਹਾਂਜੀ ਕਿੰਨੀ ਉਮਰ ਵਧਾਈ ਬੈਠਾ ਵਾਧੂ ਦੀ, ਕੋਈ ਉਹਦੇ ਵਿੱਚ ਪ੍ਰਯੋਜਨ ਵੀ ਨਹੀਂ, ਕੋਈ ਮਤਲਬ ਵੀ ਨਹੀਂ, ਵਾਧੂ ਦੀ ਉਮਰ ਵਧਾਈ ਜਾਂਦਾ, ਵਿਹਲਾ ਬੈਠਾ। ਬਾਦ ਕੋ ਰਚਾਵੇ ਨਾ ਹੈ ਮਾਨ ਕੋ ਨਿਵਾਰਿਆ। ਹਾਂ, ਕਹਿ ਲਗੇ ਜੋ ਬਾਦ ਕੋ ਰਚਾਵੇ, ਕਹਿਣ ਲੱਗੇ ਤੂੰ ਬਾਦ ਨੂੰ ਰਚਾ ਰਿਹਾ, ਤੂੰ ਝਗੜਾ ਕਰ ਰਿਹਾ ਹੈ, ਤੇ ਗੋਰਖਨਾਥ ਹਰ ਇੱਕ ਨਾਲ ਜਾ ਕੇ ਝਗੜਾ ਕਰਦਾ ਹੈ। ਨਾ ਮਾਨ ਕੋ ਨਿਵਾਰਿਆ, ਆਪਣਾ ਮਾਨਤਾ ਨਹੀਂ ਮੁਕਾਉਂਦਾ, ਉਹਨੇ ਆਪਣਾ ਹੰਕਾਰ ਤਾਂ ਛੱਡਿਆ ਕੋਈ ਨਹੀਂ, ਹਰ ਇੱਕ ਨਾਲ ਜਾ ਕੇ ਝਗੜੇ ਕਰੀ ਜਾਂਦਾ ਹੈ। ਇਹ ਕਿਹੜਾ ਧਰਮ ਹੋਇਆ ਜਿਹੜਾ ਸਾਰਿਆਂ ਨੂੰ ਜਾ ਕੇ ਸਿੰਘ ਫਸਾਈ ਜਾਓ, ਲੜੀ ਜਾਓ? ਇਹ ਵੀ ਕੋਈ ਧਰਮ ਹੈ? ਫਿਰ ਖੋਇਓ ਨੇ ਜੇ ਗਿਆਨ ਕੈਸੇ ਦੇਹੋਗਾ ਤ ਆਨ। ਹਾਂ, ਕਹਿਣ ਲੱਗੇ ਉਹਨੇ ਆਪਣਾ ਗਿਆਨ ਤਾਂ ਗਵਾ ਲਿਆ, ਗੋਰਖ ਨੇ ਤੇਰੇ ਗੁਰੂ ਨੇ, ਉਹ ਤੈਨੂੰ ਕੀ ਮੁਕਤੀ ਦੇਗਾ? ਉਹ ਤੇਰੇ ਸਰੀਰ ਨੂੰ ਕਿਵੇਂ ਮੁਕਤੀ ਦੇਗਾ ਜਿਹਦੇ ਕੋ ਆਪਦਾ ਜਿਹੜਾ ਗਿਆਨ ਗਵਾ ਕੇ ਬੈਠਾ ਵਿਚਾਰਾ, ਆਪਣੇ ਮਾਨ ਨੂੰ ਸੰਭਾਲ ਕੇ ਬੈਠਾ ਗੋਰਖ, ਉਹਨੇ ਤੈਨੂੰ ਕੀ ਦੇਣਾ ਹੈ? ਦੰਬ ਧਾਰੇ ਸਨ ਮਾਨ ਹਿਤ ਲੋਕਾਂ ਨੇ ਭੁਲਾਰਿਆ। ਹਾਂ, ਤੇ ਫਿਰ ਕਹਿੰਦਾ ਇੱਕ ਗੋਰਖਨਾਥ ਨੇ ਤੇ ਤੁਸੀਂ ਸਾਰੇ ਸਿੱਧਾਂ ਨੇ ਪਖੰਡ ਧਾਰਿਆ ਹੋਇਆ, ਯੋ ਹਿਪੋਕ੍ਰਿਟਸ। ਕਹਿੰਦੇ ਧਾਰੇ ਸਨਮਾਨ ਹੈ ਤਾਂ ਕਿਉਂ ਹਿਪੋਕ੍ਰਿਟ ਕਰਦੇ ਹੋ ਤੁਸੀਂ? ਹਿਪੋਕ੍ਰਿਟਸ ਕਿਉਂ ਬਣੇ? ਲੋਕਾਂ ਤੋਂ ਵਡਿਆਈ ਲੈਣ ਵਾਸਤੇ, ਲੋਕਾਂ ਨੂੰ ਆਪਣੀ ਪੂਜਾ ਕਰਾਉਣ ਵਾਸਤੇ, ਤੇ ਕਹਿੰਦੇ ਲੋਕਾਂ ਨੂੰ ਭੁਲਾਇਆ, ਜਿਹੜਾ ਭੁੱਲ ਰਾਇਆ, ਕਹਿੰਦੇ ਕਿ ਸਾਰੇ ਲੋਕਾਂ ਨੂੰ ਭੁੱਲ ਭੁਲੇਖੇ ਚ ਪਾਤਾ ਤੁਸੀਂ ਆਪਣੇ ਚੇਲੇ ਬਣਾਉਣ ਵਾਸਤੇ, ਇਹ ਦਿਖਾਉਣ ਵਾਸਤੇ ਕਿ ਸਾਡੇ ਬਹੁਤ ਚੇਲੇ ਨੇ। ਸੋ ਇਸ ਤਰ੍ਹਾਂ ਦਾ ਜਿਹੜਾ ਹੈ ਖਿਆਲ ਅੱਜ ਤੱਕ ਵੀ ਲੋਕਾਂ ਵਿੱਚ ਹੈ ਨਾ, ਜਿਹੜੇ ਪਖੰਡੀ ਗੁਰੂ ਬਣੇ ਬੈਠੇ ਰਹਿੰਦੇ ਹਨ, ਕਿੰਨੇ ਗੁਰੂ ਬਣੇ ਬੈਠੇ, ਡੇਰੇ ਬਣਾ ਕੇ ਉੱਥੇ ਬੈਠੇ ਹਨ, ਲੋਕਾਂ ਨੂੰ ਪਿੱਛੇ ਲਾਉਂਦੇ ਹਨ, ਇਸੇ ਕਰਕੇ ਤਾਂ ਕਰਦੇ ਆ ਨਾ। ਇਹੀ ਤਾਂ ਸਿੱਧਾਂ ਦੀ ਜਿਹੜੀ ਉਹ ਮੈਂਟੈਲਿਟੀ ਸੀ, ਉਹੀ ਸੀ। ਕਾਨ ਕੋ ਛਿਦਾਏ ਮੁੰਦਾ ਫਟਕ ਬਣਾਏ। ਕਹਿਣ ਲੱਗੇ ਤੂੰ ਤਾਂ ਤੇਰਾ ਸਿਰ ਤਾਂ ਬਣਾ ਲਿਆ, ਤੂੰ ਤਾਂ ਕੰਨ ਵੀ ਪੜਾ ਲਏ, ਕੰਨ ਪੜਾ ਕੇ ਵਿੱਚ ਕਾਂਟੇ ਵੀ ਪਾ ਲਏ, ਕਿਉਂਕਿ ਪਿਛਲੇ ਸਮਿਆਂ 'ਚ ਜਿਹੜੇ ਈਅਰਿੰਗਸ ਹੁੰਦੇ ਸਨ ਉਹ ਪਾਉਂਦੇ ਸਨ ਜੋ ਗੁਲਾਮ ਸਨ। ਓਨਲੀ ਦ ਸਲੇਵਸ ਜਿਹੜੇ ਹੁੰਦੇ ਸਨ, ਉਹਨਾਂ ਦੇ ਕੰਨਾਂ ਵਿੱਚ ਮੁੰਦਰੀਆਂ ਪਾਈਆਂ ਜਾਂਦੀਆਂ ਸਨ,
ਤੇ ਫਿਰ ਜਿਹੜੇ ਨੱਕ ਵਿੱਚ ਕੋਕੇ ਪਾਉਂਦੇ ਹਨ ਉਹ ਤਾਂ ਪਸ਼ੂਆਂ ਦੇ ਪਾਈਦੇ ਆ ਨਾ। ਹਾਂਜੀ, ਜਿਵੇਂ ਹੁਣ ਗਾਂ ਦੇ ਕੋਈ ਪਾ ਦਿੰਦਾ ਹੈ, ਹਾਂਜੀ, ਕੋਈ ਕਿਸੇ ਦੇ ਪਾ ਦਿੰਦਾ ਹੈ, ਉਹ ਬੰਦੇ ਆਪਣੀ ਖੁਸ਼ੀ ਨਾਲ ਆਪੇ ਪਵਾਈ ਫਿਰਦੇ ਹਨ। ਹਾਂਜੀ, ਸੋ ਜਿਹੜੇ ਸਲੇਵ ਦੀਆਂ ਨਿਸ਼ਾਨੀਆਂ ਹਨ ਇਹ ਸੇਲੀ ਅੰਗ ਹੂੰ ਮੈਂ ਪਾਏ ਵੇਖ ਦੰਭ ਕੇ ਨਿਧਾਨ ਹੋ। ਹਾਂ, ਸੈਲੀ ਅੰਗ ਹੂੰ ਮੈਂ ਪਾਏ। ਹਾਂਜੀ, ਚੰਗੇ ਭਲੇ ਰਾਜੇ ਸੀਗੇ, ਉਹ ਲਾ ਕੇ ਚੋਲੇ ਤੇ ਜਾਂ ਸੈਲੀਆਂ ਆਪਣੇ ਗਲ ਵਿੱਚ ਪਾਲੀਆਂ ਲੀਰਾਂ। ਹਾਂਜੀ, ਭੇਖ ਦੰਭ ਨਿਧਾਨ ਕੋ, ਸਾਰਾ ਭੇਖ ਤੁਹਾਡਾ ਪਖੰਡ ਹੈ, ਹਿਪੋਕ੍ਰਿਟਸ ਹੋ ਤੁਸੀਂ ਸਾਰੇ। ਭਸਮ ਲਗਾਏ ਪੱਟ ਭਗਵੇ ਰੰਗਾਏ। ਹਾਂ, ਕਹਿੰਦੇ ਜਿਹੜਾ ਸਰੀਰ ਤੇ ਸੁਆਹ ਮਲ ਲਈ, ਲੋਕੀ ਤਾਂ ਪਾਊਡਰ ਲਾਉਂਦੇ ਨੇ, ਇਹਦੇ ਸੁਆਹ ਮਲੀ ਬੈਠੇ ਨੇ। ਲੋਕੀ ਜਿਹੜੇ ਲੋਸ਼ਨ ਲਾਉਂਦੇ ਨੇ, ਇਹ ਜਿਹੜੇ ਸੁਆਹ ਮੱਲੀ ਬੈਠੇ ਨੇ। ਕਹਿੰਦੇ ਭਗਵੇ, ਹਾਂਜੀ, ਤੇ ਜਿਹੜੇ ਖੱਟੇ ਜੇ ਕੱਪੜੇ ਪਾਈ ਫਿਰਦੇ ਹੋ ਉਹ ਵੀ ਗੰਦੇ ਜੇ। ਝੋਲੀ ਲੀਨੀ ਹੈ ਸਿਵਾਏ ਨੇ ਜ਼ਮਾਨਤ ਮਹਾਨ ਹੋ। ਹਾਂ, ਫਿਰ ਝੋਲੀ ਲਈ ਫਿਰਦੇ ਹਨ ਵੀ ਮੰਗਾਂਗੇ, ਹਾਂਜੀ, ਮੰਗ ਕੇ ਖਾਂਦੇ ਹੋ, ਤੇ ਉਹੀ ਬੰਦਿਆਂ ਨੂੰ ਤੁਸੀਂ ਆਪਣਾ ਚੇਲਾ ਬਣਾਉਂਦੇ ਹੋ ਤੇ ਉਹਨਾਂ ਤੋਂ ਹੀ ਫਿਰ ਖਾਂਦੇ ਹੋ ਤੁਸੀਂ। ਇਹ ਕੀ ਗੱਲ ਹੋਈ? ਕਹਿੰਦੇ ਝੋਲੀ ਲੀਨੀ ਸਵਾਏ ਨੇ ਜ਼ਮਾਨਤ ਮਹਾਨ ਹੋ, ਤੇ ਮੰਗਦੇ ਤੁਸੀਂ ਬੈਗਰਸ ਹੋ ਤੇ ਆਪਣੇ ਆਪ ਨੂੰ ਵੱਡਾ ਕਹਿੰਦੇ ਹੋ। ਕਹਿੰਦੇ ਇਹ ਕੀ ਗੱਲ ਹੋਈ? ਵੱਡਾ ਤਾਂ ਦੰਦਾ ਏ, ਲੈਂਦਾ ਨਹੀਂ। ਤੁਸੀਂ ਤਾਂ ਬੈਕ ਕਰਦੇ ਫਿਰਦੇ ਹੋ ਕਰ ਕਰ। ਕਿਵੇਂ ਤੁਸੀਂ ਵੱਡੇ ਹੋਗੇ, ਕਿਵੇਂ ਮਹਾਨ ਹੋਗੇ? ਜੋਗ ਕੀ ਜੁਗਤ ਨ ਹੈ ਜਾਣੀਏ ਤੈ ਬੇਮਤ। ਕਹਿਣਗੇ ਅੱਜ ਤੱਕ ਪਰਮਾਤਮਾ ਨਾਲ ਜੋਗ ਕਰਨ ਦੀ, ਯੂਨਾਈਟ ਹੋਣ ਦੀ ਪਰਮਾਤਮਾ ਨਾਲ ਤੁਹਾਡੇ ਕੋਲ ਤਰੀਕਾ ਹੀ ਕੋਈ ਨਹੀਂ ਹੈਗਾ। ਕਹਿਣਗੇ ਇਹ ਤਾਂ ਤੁਸੀਂ ਆਪਣੇ ਤੋਂ ਜਾਣਿਆ ਹੀ ਨਹੀਂ, ਪੁੱਠੀਆਂ ਰੀਤਾਂ ਆਪਣੀਆਂ ਬਣਾਈ ਬੈਠੇ ਹੋ। ਨਿਜ ਜੋਗੀ ਹੋ ਕਹੈ ਤੇ ਜੋਗ ਹੋ ਤੇ ਅਣਜਾਣ ਹੋ। ਹਾਂ, ਨਿਜ ਆਪਣੇ ਆਪ ਨੂੰ ਜੋਗੀ ਕਹਾਉਂਦੇ ਹੋ, ਪਰ ਤੁਸੀਂ ਪਰਮਾਤਮਾ ਨਾਲ ਤਾਂ ਇੱਕ ਹੋਈ ਨਹੀਂ ਹੁਣ ਤੱਕ। ਤੁਹਾਡਾ ਯੋਗ ਤਾਂ ਹੋਇਆ ਨਹੀਂ ਤੇ ਆਪਣਾ ਆਪ ਨੂੰ ਜੋਗੀ ਖਾਈ ਜਾਂਦੇ ਹੋ। ਔਦ ਹੈ ਵਧਾਈ ਕੂਰ ਪੰਥ ਸੁਭ ਰਹਿਓ ਦੂਰ। ਦੇਖੋ, ਔਦ ਉਮਰ ਵਧਾਉਣ ਤੇ ਜ਼ੋਰ ਲਾਇਆ ਹੋਇਆ ਹੈ ਵੀ ਉਮਰ ਵੱਧ ਜਾਵੇ ਸਾਡੀ, ਹੋਰ ਵੱਧ ਜਾਵੇ, ਹੋਰ ਵੱਧ ਜਾਵੇ। ਤੇ ਕਹਿੰਦੇ ਪੰਥ ਸੁਭ ਰਹਿਓ ਦੂਰ। ਚੰਗਾ ਪੰਥ, ਜਿਹੜਾ ਮੁਕਤੀ ਵਾਲਾ ਪੰਥ ਸੀ, ਉਹ ਤਾਂ ਦੂਰ ਰਹਿ ਗਿਆ। ਹਾਂਜੀ, ਪਖੰਡ ਨੂੰ ਧਾਰਿਆ ਹੋਇਆ ਹੈ ਸਾਰਾ। ਸਹਿਜ ਸਵਰੂਪ ਕੋ ਹਦੂਰ ਕੇ ਵਜਾਨ ਹੋ। ਤੇ ਫਿਰ ਸਹਿਜ ਸਰੂਪ ਜੋ ਆਪਣੇ ਸਾਹਮਣੇ ਪਰਮਾਤਮਾ ਦਾ ਸਰੂਪ ਹੈ, ਜੋ ਆਪਣੇ ਅੰਦਰ ਆਤਮਾ ਸਰੂਪ ਕਰਕੇ ਵਸਦਾ ਹੈ, ਉਹ ਤਾਂ ਸਾਹਮਣੇ ਹੈ, ਉਹਨੂੰ ਤੁਸੀਂ ਦੇਖ ਨਹੀਂ ਸਕਦੇ। ਗੱਲਾਂ ਵੱਡੀਆਂ ਵੱਡੀਆਂ ਕਰਦੇ ਹੋ। ਅੱਜ ਤੱਕ ਪਰਮਾਤਮਾ ਨੂੰ ਦੇਖਿਆ ਤੁਸੀਂ? ਫਿਰ ਯੋ ਸਨ ਛੂਸਤ ਹੋਤ ਭਇਓ। ਉਹ ਭੰਗਰ ਨਾ ਸੀ ਨਾ ਜਿਹੜਾ, ਉਹ ਜਿਵੇਂ ਨਾ ਉਹ ਜੋ ਦੁੱਧ ਨੂੰ ਵਾਲੀ ਦਾ ਹੁੰਦਾ ਨਾ, ਉਹਦੇ ਵਿੱਚ ਜਿਹੜੀ ਹੈ ਉਹ ਜਿਹੜਾ ਉੱਤੇ ਨੂੰ ਉਬਲਦਾ ਹੈ, ਜਦੋਂ ਫਿਰ ਇੱਕਦਮ ਆਪਾਂ ਅੱਗ ਬੰਦ ਕਰ ਦਈਏ ਨਾ, ਉਹ ਐਂ ਥੱਲੇ ਡਿੱਗ ਪੈਂਦਾ ਹੈ। ਭੰਗਰਨਾਥ ਦਾ ਵੀ ਇਹੀ ਹਾਲ ਹੋਇਆ, ਵਿਚਾਰਾ ਚੁੱਪੇ ਕਰ ਗਿਆ। ਜਿਹੜਾ ਬੜਾ ਹੰਕਾਰ ਕਰਕੇ ਆਇਆ ਸੀ, ਤਾਰੇ ਤੋੜਨ ਵਾਸਤੇ ਤਿਆਰ ਹੋਇਆ ਸੀ, ਕਹਿੰਦਾ ਮੇਰੇ ਵਰਗਾ ਨਹੀਂ ਕੋਈ ਹੈਗਾ, ਮੈਨੂੰ ਕੋਈ ਹਰਾ ਨਹੀਂ ਸਕਦਾ, ਚੁੱਪ ਕਰ ਗਿਆ ਜੀ। ਹੁਣ ਬੋਲਣ ਜੋਗਾ ਨਹੀਂ ਰਿਹਾ। ਹੁਣ ਭੰਗਰਨਾਥ ਨਾ ਬਾਨੀ ਅਲਾਈ। ਕੁਝ ਨਹੀਂ ਬੋਲਣ ਜੋਗਾ ਰਿਹਾ, ਚੁੱਪੇ ਕਰ ਗਿਆ ਬਸ। ਹੁਣ ਲੋਪ ਭਇਓ ਪ੍ਰਗਟਿਓ ਢਿੱਗ। ਕੀ ਹੋਇਆ ਜੀ? ਇਨਵਿਜ਼ੀਬਲ ਹੀ ਹੋ ਗਿਆ ਵਿਚਾਰਾ, ਉੱਥੇ ਗੁਆਚੇ ਗਿਆ। ਜਾ ਕੇ ਕੀ ਕੀਤਾ ਜੀ? ਉੱਥੇ ਪ੍ਰਗਟ ਹੋ ਗਿਆ ਜਾ ਕੇ, ਜਿੱਥੇ ਬੈਠਾ ਸੀ ਇਹਨਾਂ ਦਾ ਗੁਰੂ ਗੋਰਖਨਾਥ। ਬੈਠ ਗਏ ਉਹਨੇ ਜਾਂ ਆਸਨ ਲਾਈ। ਆਸਨ ਲਾ ਕੇ ਫੇਰ ਬਹਿ ਗਏ। ਜੋਗੀ ਵਿਹਲੇ ਸੀ ਵਿਚਾਰੇ, ਹਾਂਜੀ, ਉੱਥੇ ਬੈਠ ਜਾਂਦੇ, ਆਸਨ ਲਾ ਕੇ ਬਹਿ ਗਏ ਜੀ। ਹੁਣ ਅਗਲੀ ਮੀਟਿੰਗ ਕਰਨ ਵਾਸਤੇ ਆਗਿਆ ਚਲੇ ਤਹ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਤੁਰੇ ਜਾਂਦੇ ਨੇ, ਮਹਾਰਾਜ ਨੂੰ ਕੋਈ ਪਰਵਾਹ ਨਹੀਂ ਹੈਗੀ। ਹੈ ਬਿਖਰੇ ਗਿਰ ਪੰਥ ਨਾ ਪਾਈ। ਕਹਿਣ ਲਗੇ ਹੈ ਬਿਖਰੇ, ਕਹਿਣ ਲਗੇ ਇਹ ਬੜਾ ਕਠਿਨ ਰਸਤਾ ਹੈ, ਬਹੁਤ ਔਖਾ ਹੈ, ਪਹਾੜ ਦਾ ਰਸਤਾ ਹੈ, ਤੇ ਉੱਥੇ ਕੋਈ ਪਗ ਡੰਡੀ ਵੀ ਨਹੀਂ ਬਣੀ ਹੋਈ, ਕੋਈ ਰਸਤਾ ਵੀ ਨਹੀਂ ਬਣਿਆ ਹੋਇਆ। ਊਨਾ ਪਹਾੜ ਕੇ ਜਾਏ ਕਿਸੇ ਖਰ। ਕਹਿਣ ਲਗੇ ਜਦੋਂ ਊਨਾ ਪਹਾੜ ਦੇ ਸਿਖਰ ਤੇ ਚਲੇ ਗਏ, ਕਿਉਂਕਿ ਕਈ ਪਹਾੜ ਰਸਤੇ ਵਿੱਚ ਆਉਂਦੇ ਨਾ ਹਿਮਾਲਿਆ ਦੇ, ਕਹਿੰਦੇ ਉੱਥੇ ਜਿਹੜਾ ਹੈ ਊਨਾ ਜਿਹੜਾ ਉਹਦੇ ਟੀਸੀ ਤੇ ਪਹੁੰਚ ਗਏ, ਉਹਦੇ ਪਿਕ ਤੇ ਪਹੁੰਚ ਗਏ। ਬੈਸ ਗਏ ਸੁਠ ਰੂਪ ਸੁਹਾਈ। ਕਹਿਣ ਲਗੇ ਉੱਥੇ ਬਹਿ ਗਏ ਹੁਣ ਗੁਰੂ ਨਾਨਕ ਸਾਹਿਬ ਜੀ ਆਰਾਮ ਕਰਨ ਵਾਸਤੇ। ਕਬਿਤ ਬੈਠ ਘਟੀ ਤੀਨ ਮੁਸਕਾਨੇ ਹੈ ਪ੍ਰਬੀਨ। ਕਹਿਣ ਲਗੇ 3 ਘੜੀਆਂ ਮਹਾਰਾਜ ਨੇ ਆਰਾਮ ਕੀਤਾ, ਮਤਲਬ 24 ਮਿੰਟਸ ਦਾ ਜਿਹੜਾ ਹੈ ਟਾਈਮਸ 3 ਕਰ ਲਓ। ਹਾਂਜੀ, ਸੋ ਇੰਨਾ ਸਮਾਂ ਮਹਾਰਾਜ ਨੇ ਉੱਥੇ ਆਰਾਮ ਕੀਤਾ। ਗੁਰ ਬੂਝੇ ਮਰਦਾਨਾ ਕੈਸੇ ਕੀਨੋ ਮੁਸਕਾਵਨੋ। ਤੇ ਉੱਥੇ ਜਿਹੜਾ ਹੈ ਉਸ ਵੇਲੇ ਬੈਠੇ ਹਨ ਜਿਹੜਾ ਮੁਸਕਾਨੇ ਹੈ ਪ੍ਰਬੀਨ ਗੁਰ, ਮਹਾਰਾਜ ਜੀ ਬੈਠੇ ਹਨ। ਭਾਈ ਮਰਦਾਨਾ ਗੁਰੂ ਨਾਨਕ ਨੂੰ ਪੁੱਛਦਾ ਹੈ, ਮਹਾਰਾਜ ਜੀ ਹੱਸਦੇ ਨੇ, ਸਮਾਈਲ ਕਰਦੇ ਨੇ, ਤੇ ਭਾਈ ਮਰਦਾਨਾ ਪੁੱਛਦਾ, ਮਹਾਰਾਜ ਕਿਉਂ ਤੁਸੀਂ ਹੱਸ ਰਹੇ ਹੋ? ਵਾਈ ਆਰ ਯੂ ਸਮਾਈਲਿੰਗ? ਕਿਉਂ ਤੁਸੀਂ ਸਮਾਈਲ ਕਰ ਰਹੇ ਹੋ? ਪ੍ਰਭੂ ਬੈਨ ਕਹਿਓ ਜੋਗੀ ਆਵ ਤੋ ਹੈ ਲਹਿਓ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇੱਕ ਹੋਰ ਜੋਗੀ ਆ ਰਿਹਾ ਹੈ, ਇਸ ਕਰਕੇ ਮੈਂ ਹੱਸ ਰਿਹਾ ਹੈ। ਇੱਕ ਹੋਰ ਆ ਰਿਹਾ ਹੁਣ। ਏਕ ਮਾਨ ਮਨ ਦਹਿਓ ਹੱਸੇ ਦੇਖ ਕਰ ਆਵਨੋ। ਕਹਿਣ ਲੱਗੇ ਜਿਹੜਾ ਮਨ ਦਹਿਓ, ਕਹਿਣਗੇ ਮਨ ਦੇ ਹੰਕਾਰ ਨਾਲ ਵਿਚਾਰਾ ਭੱਜਿਆ ਆ ਰਿਹਾ ਸਾਡੇ ਕੋਲ, ਹੱਸੇ ਦੇਖ ਕਰ ਆਵਣੋ। ਮੈਂ ਉਹਨੂੰ ਦੇਖ ਕੇ ਹੱਸ ਰਿਹਾ ਵੀ ਬੜਾ ਹੰਕਾਰ ਦੇ ਨਾਲ ਚੱਲ ਕੇ ਆ ਰਿਹਾ ਹੈ ਵਿਚਾਰਾ। ਜਿਤ ਚੜਤ ਕਰ ਗੋਰਖ ਜੋ ਹਮ। ਕਹਿਣ ਲੱਗੇ ਜੋ ਕਿਹੜਾ ਜਿਹੜਾ ਹੈ, ਇਹੋ ਮੰਨ ਲਓ ਗੋਰਖਨਾਥ ਨੇ ਇੱਕ ਵਾਰ ਡਿਕਲੇਅਰ ਕੀਤੀ ਹੋਈ ਆ ਸਾਡੇ ਨਾਲ, ਇੱਕ ਸੋਲਜਰ ਨੂੰ ਭੇਜ ਰਿਹਾ ਸਾਡੇ ਕੋਲ। ਸਰ ਔਰ ਧਰ ਹੋਏ ਨਾਲ
ਮਤਸਰ ਜਾਵਨੋ। ਉਹ ਜਿਹੜਾ ਹੈ ਕਹਿੰਦੇ ਮਤਸਰ, ਉਹਦੇ ਮਨ 'ਚ ਇੰਨੀ ਈਰਖਾ ਹੈ ਤੇ ਪੱਕਾ ਬੇਸ਼ਰਮ ਹੈ ਇਹ ਗੋਰਖਨਾਥ, ਇਹਨੂੰ ਸ਼ਰਮ ਹੀ ਨਹੀਂ ਕੋਈ ਆਉਂਦੀ। ਕਿੰਨਾ ਕੁਝ ਸੁਣਾਤਾ ਫੇਰ ਬੰਦੇ ਭੇਜੀ ਜਾਂਦਾ ਹੈ। ਜਿਵੇਂ ਕਿਸੇ ਨੂੰ ਮਿੰਤਾ ਨਹੀਂ ਕਰਿਆ, ਇਹ ਚੇਲਾ ਬਣ ਜਾਓ, ਚੇਲਾ ਬਣ ਜਾਓ, ਵਿਚਾਰਾ ਮਿੰਤਾ ਹੀ ਕਰ ਰਿਹਾ ਵਿਚਾਰਾ, ਬਟ ਇਨ ਦਾ ਮੋਰ ਐਗਰੈਸਿਵ ਵੇ। ਹਾਂਜੀ, ਕਹੇ ਮਰਦਾਨਾ ਜਾਂ ਕੋ ਮਾਰੋ ਚੱਡੇ ਗਾਟੇ ਕਰ। ਭਾਈ ਮਰਦਾਨੇ ਨੂੰ ਚੜ ਗਿਆ ਗੁੱਸਾ ਹੁਣ, ਕਹਿੰਦਾ ਇਹ ਕਰਦੇ ਕੀ ਆ, ਇੱਕ ਇੱਕ ਆਈ ਜਾਂਦੇ ਆ। ਭਾਈ ਮਰਦਾਨੇ ਪਤਾ ਕੀ ਕਿਹਾ, ਕਹਿੰਦਾ ਇਹਨਾਂ ਦੇ ਗੱਟੇ ਮਾਰੋ, ਇਹਨਾਂ ਦੇ ਗੱਟੇ ਮਾਰਨਾ ਪਤਾ ਕੀ ਹੁੰਦਾ ਹੈ, ਕਹਿੰਦਾ ਕੋਈ ਬੰਦਾ ਖੜਾ ਹੋਵੇ ਜਿੱਥੇ ਉਹਦੇ ਗੋਡੇ ਹੁੰਦੇ, ਉਹਦੇ ਪਿੱਛੋਂ ਦੀ ਹੱਥ ਪਾ ਕੇ ਨਾ ਉਹਦੇ ਗੋਡਿਆਂ ਨੂੰ ਮੋੜ ਕੇ ਉਹ ਬੰਦੇ ਨੂੰ ਚੱਕ ਕੇ ਉਹਦੀ ਗਰਦਨ ਨਾਲ ਉਹਨੂੰ ਸਿੱਧਾ ਥੱਲੇ ਮਾਰਨਾ ਧਰਤੀ ਨਾਲ, ਉਹਨੂੰ ਕਹਿੰਦੇ ਗਾਟੇ ਮਾਰੇ। ਇਹਨੂੰ ਕਹਿੰਦੇ ਗਾਟੇ ਮਾਰਨੇ ਹੁੰਦਾ ਹੈ। ਕਹਿੰਦੇ ਜਿਹੜਾ ਲੱਤਾਂ ਤੋਂ ਫੜ ਕੇ ਪੁੱਠਾ ਕਰਕੇ ਧਰਤੀ ਨਾਲ ਮਾਰਨਾ। ਭਾਈ ਮਰਦਾਨਾ ਕਹਿੰਦਾ ਹੁਣ ਆਉਣ ਦੇ ਉਹਨੂੰ, ਮੈਂ ਪੁੱਠਾ ਕਰਕੇ ਉਹਨੂੰ ਧਰਤੀ ਨਾਲ ਮਾਰੂ ਦਾ ਸਿਰ ਚੱਕ ਕੇ। ਹੁਣ ਫਿਰ ਨੈਕ ਮੁਕੋ ਕੀਜੇ ਨਿਜ ਆਇਸ ਅਲਾਵਨੋ। ਕਹਿੰਦੇ ਨੇਕ ਮੁਕੋ, ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਲੈਟ ਮੀ ਡੂ ਇਟ, ਡੋਂਟ ਸਟਾਪ ਮੀ, ਹੁਣ ਮੈਂ ਕਰਕੇ ਹੀ ਛੱਡਣਾ ਹੈ। ਕਹਿੰਦਾ ਨਿਜ ਆਇਸ ਲਾਨੋ, ਤੁਸੀਂ ਬਸ ਹਾਂ ਕਰ ਦੋ, I will take him, ਕਹਿੰਦਾ ਮੈਂ ਉਹਨੂੰ ਚੱਕ ਕੇ ਪੁੱਠਾ ਕਰਕੇ ਮਾਰੂ ਇੱਥੇ। ਦੋਹਰਾ ਲੈਣ ਦੇਣ ਇਨਕੋ ਨਹੀਂ ਆਵਤ ਰੋਸ ਵਢਾਏ। ਹਾਂ, ਕਹਿੰਦਾ ਸਾਡਾ ਕੀ ਲੈਣਾ ਦੇਣਾ ਇਹ ਜੋਗੀਆਂ ਨਾਲ, ਇਹ ਉਹੀ ਔਖੇ ਹੋਏ ਫਿਰਦੇ ਹਨ। ਕਹਿੰਦੇ ਆਵਤ ਰੋਸ ਵਢਾਏ, ਬੜਾ ਗੁੱਸੇ ਨਾਲ ਫਿਰ ਆਉਂਦੇ ਗਾਲਾਂ ਕੱਢਦੇ, ਆਪਾਂ ਨੂੰ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਆ। ਇਹਨਾਂ ਦਾ ਕੋਈ ਲੈਣਾ ਦੇਣਾ ਹੈ ਨਹੀਂ ਆਪਣੀ ਨਾਲ, ਵੀ ਗੋਟ ਨੋ ਬਿਜ਼ਨਸ ਵਿਦ them। ਫਿਰ ਇੱਕ ਕੋ ਜਬ ਹੀ ਮਾਰ ਹੋ ਸਭ ਹੀ ਕੋ ਮਤ ਆਏ। ਮਰ ਭਾਈ ਮਰਦਾਨਾ ਕਹਿੰਦਾ ਮੈਨੂੰ ਇੱਕ ਮਾਰ ਲੈਣ ਦੋ ਤੇ ਦੇਖੀ ਕੋਈ ਆਉਂਦਾ ਕਿ ਨਹੀਂ। ਇੱਕ ਜਿੰਨਾ ਦਾ ਮਰ ਗਿਆ ਨਾ ਫੇਰ ਨਹੀਂ ਮੁੜ ਕੇ ਆਉਂਦੇ ਇਹ, ਮਹਾਰਾਜ ਮੈਨੂੰ ਕਰ ਲੈਣ ਦੋ ਇੱਕ ਵਾਰੀ। ਸੋ ਭਾਈ ਮਰਦਾਨਾ ਜਿਹੜਾ ਹੈ ਕੋਈ ਕਮਜ਼ੋਰ ਨਹੀਂ ਸੀਗਾ ਜਿਹੜਾ ਇਹੋ ਜੀ ਗੱਲ ਕਰ ਸਕਦਾ ਹੈ। ਮਤਲਬ ਭਾਈ ਮਰਦਾਨਾ ਵੀ ਤਕੜਾ ਸੀ। ਸੋਰਠਾ ਗਰੂਓ ਗਰਭ ਗਵਾਰ ਗੁਨਹਿ ਨਾ ਆਪ ਸਮਾਨ ਕੋ। ਮਹਾਰਾਜ ਇਹ ਜਿਹੜੇ ਹਨ ਗਵਾਰ, ਹਾਂਜੀ ਮੂਰਖ ਹੰਕਾਰੀ, ਤੁਰ ਤੁਰ ਕੇ ਆਉਂਦੇ, ਉਹ ਨਹੀਂ ਜਾਣਦੇ ਤੁਸੀਂ ਕੌਣ ਹੋ, ਉਹਨਾਂ ਨੂੰ ਨਹੀਂ ਪਤਾ ਤੁਸੀਂ ਕੌਣ ਹੋ, ਉਹੀ ਵਾਧੂ ਦਾ ਝਗੜਾ ਪਾਇਆ ਹੋਇਆ ਹੈ। ਦੀਜੇ ਸਕਲ ਬਿਦਾਰ ਬਹੁਰ ਨਾ ਬੈਨ ਬਖਾਨ ਕੋ। ਹਾਂ, ਕਹਿੰਦੇ ਦੀਜੇ ਸਕਲ ਬਿਦਾਰ, ਮੈਂ ਸਾਰਿਆਂ ਨੂੰ ਹਟਾ ਦਾਂਗਾ। ਇੱਕ ਵਾਰੀ ਇਹਨਾਂ ਨੂੰ ਕੁੱਟਤਾ ਨਾ, ਇਹ ਕੁੱਟ ਤੋਂ ਠੀਕ ਆਉਣਗੇ, ਡੰਡੇ ਨਾਲ ਠੀਕ ਆਉਣਾ ਇਹਨਾਂ ਨੇ। ਬਹੁਤ ਨਾ ਬਹਿਨ ਬਾ ਫੇਰ ਨਹੀਂ ਮੁੜ ਕੇ ਤੁਹਾਡੇ ਨਾਲ ਪੁੱਠਾ ਸਿੱਧਾ ਬੋਲਣਗੇ। ਮੇਰੇ ਤੋਂ ਨਹੀਂ ਸਹਾਰਿਆ ਜਾਂਦਾ, ਕਹਿੰਦਾ ਮਹਾਰਾਜ ਤੁਸੀਂ ਤਾਂ ਸਹਾਰੀ ਜਾਂਦੇ, ਮੇਰੇ ਕੋਲ ਨਹੀਂ ਸਹਾਰ ਹੁੰਦਾ, ਮੈਂ ਕਰੂੰ ਠੀਕ ਇਹਨਾਂ ਨੂੰ। ਕਬਿਤ ਸ੍ਰੀ ਗੁਰੂ ਅਲਾਈ ਨਹਿ ਹਾਥ ਕੀ ਲੜਾਈ। ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨੇ ਨੂੰ ਕਹਿੰਦੇ ਠੰਡਾ ਹੋ ਜਾ ਭਾਈ, ਕਹਿੰਦਾ ਇਹ ਜਿਹੜੀ ਲੜਾਈ ਆ ਹੱਥਾਂ ਦੀ ਲੜਾਈ ਨਹੀਂ, ਇਹ ਬੋਲਣ ਦੀ ਹੈ, ਬਚਨਾਂ ਦੀ ਲੜਾਈ ਹੈ, ਇਹ ਹੱਥਾਂ ਦੀ ਲੜਾਈ ਨਹੀਂ। ਮਹਾਰਾਜ ਕਹਿੰਦੇ ਉਹ ਵੀ ਕਰਾਂਗੇ ਛੇਵੇਂ ਸਰੂਪ 'ਚ ਜਾ ਕੇ, ਪਰ ਹੁਣ ਤੱਕ ਬਚਨਾਂ ਦੀ ਹੈ। ਚਲੋ ਬਚਨ ਨਾਲ ਇਹਨਾਂ ਨੂੰ ਠੀਕ ਕਰਦੇ ਹਾਂ। ਇਹਾਂ ਬੈਨ ਚਤੁਰਾਈ ਕਰੇ ਬਾਦ ਸਿੱਧ ਆਵਈ। ਕਹਿੰਦੇ ਇਹਾਂ ਜਿਹੜਾ ਹਨ ਚਤਰਾਈਆਂ ਦੇ ਨਾਲ ਇਹ ਆਉਂਦੇ ਨੇ। ਕਹਿੰਦੇ ਇਹਨਾਂ ਦੇ ਅਨਸਰ ਵੀ ਚਤਰਾਈਆਂ ਨਾਲ ਹੀ ਦੇਣੇ ਪੈਣੇ ਆ, ਕਿਉਂਕਿ ਇਹਨਾਂ ਦਾ ਮਾਨ ਖਤਮ ਕਰਨਾ ਹੈ। ਕਰੇ ਬਾਦ ਸਿੱਧ ਆਵੇ, ਝਗੜਾ ਕਰਨ ਵਾਸਤੇ ਹੀ ਆਉਂਦੇ ਹਨ, ਇਹ ਕਿਹੜੇ ਗਿਆਨ ਲੈਣ ਵਾਸਤੇ ਆਉਂਦੇ ਹਨ। ਬੋਲਤ ਪਰਸ ਪਰ ਆਵਾ ਤਬ ਜੋਗੀ ਸੋ। ਬਸ ਬੋਲਦੇ ਸਨ, ਜੋਗੀ ਆ ਗਿਆ ਜੀ ਇੱਕ ਚੱਲ ਕੇ। ਨਾਮ ਹੈ ਕਨੀਫਾ ਐਸੇ ਵਾਕ ਕੋ ਅਲਾਵਈ। ਇਹਦਾ ਨਾਂ ਸੀ ਕਨੀਫਾ। ਹਾਂਜੀ, ਕਨੀਫਾ ਨਾਂ ਤਾਂ ਕਾਫੀ ਸਪੈਸ਼ਲ ਹੈ, ਕਿਉਂਕਿ ਇਹ ਜਿਹੜਾ ਸੀ ਨਾ ਅਫਗਾਨਿਸਤਾਨ ਏਰੀਆ ਦਾ ਸੀਗਾ, ਸੋ ਇਹਦਾ ਨਾਂ ਸੀ ਕਨੀਫਾ। ਹਾਂਜੀ, ਫਿਰ ਆਗੇ ਇਹਾਂ ਆਏ ਕੈਦੋਂ ਪੂਰਬ ਹੈ ਆਏ ਤੁਮ। ਹੁਣ ਉਹ ਪੁੱਛਦਾ ਕਨੀਫਾ ਆ ਕੇ, ਕਹਿੰਦਾ ਅੱਗੇ ਇਹਾਂ ਆਏ, ਗੁਰੂ ਨਾਨਕ ਸਾਹਿਬ ਜੀ ਤੁਸੀਂ ਅੱਗੇ ਇੱਥੇ ਆਏ ਹੋ? ਹਾਂਜੀ, ਤੁਸੀਂ ਆਏ ਆ ਕਿਤੇ ਕਿ ਪਹਿਲੀ ਵਾਰੀ ਆਏ ਹੋ? ਜੀ, ਇਹ ਤਾਂ ਐਂ ਪੁੱਛਦਾ ਜਿਵੇਂ ਕਿ ਟੂਰ ਗਾਈਡ ਹੁੰਦਾ ਹੈ। ਹਾਂਜੀ, ਫਿਰ ਕੌਨੇ ਥਾਨ ਤੀਕ ਅਬ ਚੱਲ ਕਰ ਜਾਵਈ। ਮਹਾਰਾਜ ਤੁਸੀਂ ਕਿੰਨੇ ਕੁ ਉੱਤੇ ਤੱਕ ਜਾਣਾ ਚਾਹੁੰਦੇ ਹੋ? ਹਾਊ ਫਾਰ ਡੂ ਯੂ ਵਾਂਟ ਟੂ ਗੋ? ਕਹਿੰਦੇ ਕਿੰਨੇ ਕੁ ਦੂਰ ਤੱਕ ਤੁਸੀਂ ਜਾਣਾ ਚਾਹੁੰਦੇ ਹੋ? ਚੱਲ ਕਰ ਜਾਵੇ, ਕਿੰਨਾ ਤੁਸੀਂ ਤੁਰ ਕੇ ਜਾਓਗੇ ਅੱਗੇ? ਕੌਣ ਨਾਮ ਤੇਰੋ ਖੋਵੋ ਮਾਨ ਜੋ ਖਨੇਰੋ। ਹਾਂ, ਕਹਿੰਦੇ ਮਹਾਰਾਜ ਇਹ ਦੱਸੋ ਤੁਹਾਡਾ ਨਾਂ ਕੀ ਹੈ? ਖੋਵੋ ਮਾਨ, ਸਾਡੇ ਬੜੇ ਤੁਸੀਂ ਸਿੱਧਾ ਦਾ ਮਾਨ ਗਵਾ ਕੇ ਭੇਜਤਾ ਵਿਚਾਰਿਆਂ ਨੂੰ, ਤੇ ਭੜਕਦੇ ਆਏ ਸੀ ਵਿਚਾਰੇ, ਚੁੱਪ ਕਰਕੇ ਸਿਰ ਨੀਵੇਂ ਹੋ ਕੇ ਵਿਚਾਰੇ ਉੱਥੇ ਆ ਕੇ ਬਹਿ ਜਾਂਦੇ ਆ ਮੰਡਲੀ ਦੇ ਵਿੱਚ। ਮਹਾਰਾਜ ਇਹ ਦੱਸੋ ਤੁਹਾਡਾ ਨਾਂ ਕੀ ਹੈ? ਤੇ ਕਹਿੰਦੇ ਵੀ ਐਡੇ ਵੱਡੇ ਸਾਡੇ ਸਿੱਧਾਂ ਦਾ ਤੁਸੀਂ ਮਾਨ ਗਵਾਤਾ ਕਿ ਇਨੋ ਲਿਜੈ ਉਪਦੇਸ਼ ਮੇਰੋ ਨਿੱਕੋ ਹੋ ਸੁਣਾਵਈ। ਹੁਣ ਇਹ ਬਹੁਤ ਜਿਹੜਾ ਹੈ ਇਹ ਗੁੱਡ ਕਾਪ ਹੈ, ਯਾਨੀ ਗੁੱਡ ਕਾਪ ਦੇ ਨਾਲ ਆਇਆ ਵਿਚਾਰਾ, ਤੇ ਕਹਿੰਦਾ ਮਹਾਰਾਜ ਮੇਰੀ ਇੱਕ ਗੱਲ ਮੰਨ ਲਓ, ਤੁਸੀਂ ਨਾ ਥੋੜਾ ਜਿਹਾ ਉਪਦੇਸ਼ ਲੈ ਲਓ ਸਾਡਾ, ਥੋੜਾ ਜਿਹਾ ਲੈ ਲਓ, ਕੋਈ ਨਹੀਂ ਬਹੁਤਾ ਨਹੀਂ ਲੈਣਾ, ਥੋੜਾ ਜਿਹਾ ਲੈ ਲਓ ਪਰ ਜ਼ਰੂਰ ਲਓ। ਹਾਂਜੀ, ਆਗੇ ਹਮ ਆਏ ਤੋ ਗੈਲ ਜਬ ਜਾਏ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਨੀਫਾ ਨੂੰ, ਕਹਿੰਦੇ ਕਨੀਫਾ ਸੁਣ, ਅੱਗੇ ਹਮ ਆਏ ਤੇ ਉਹ ਕਹਿਣਗੇ ਅੱਗੇ ਅਸੀਂ ਆਏ ਹਾਂ, ਤਾਂ ਹੁਣ ਆਏ ਹਾਂ ਅਸੀਂ ਵੈਸੇ ਤਾਂ ਨਹੀਂ ਇੱਥੇ ਭੁੱਲੇ ਫਿਰਦੇ, ਅਸੀਂ ਇੱਥੇ ਜਿਹੜਾ ਹੈ ਕੋਈ ਇੱਥੇ ਗੁਆਚੇ ਹੋਏ ਤਾਂ ਨਹੀਂ ਨਾ ਹੈਗੇ, ਅੱਗੇ ਆਏ ਹਾਂ ਤਾਂ ਹੁਣ ਆਏ ਹਾਂ। ਦੇਖੇ ਬਿਨਾ ਸੁਨੇ ਕਹੋ ਕਉ ਐਸੇ ਚਲਤ ਜਾਤ ਹਾਂ, ਹੈ। ਕਹਿੰਦੇ ਕੌਣ ਐਸੇ ਆ ਸਕਦਾ ਹੈ ਜਿਹਨੇ ਕਿਤੇ ਸੁਣਿਆ ਹੋਗਾ ਸੁਮੇਰ ਬਾਰੇ, ਰਸਤਾ ਪਤਾ ਹੋਗਾ ਤਾਂ ਹੀ ਉਹ ਆਇਆ ਹੋਗਾ, ਨਹੀਂ ਤਾਂ ਉਹਨੇ ਵੈਸੇ ਕਿਉਂ ਆਉਣਾ ਹੈ? ਨਾਨਕ ਹੈ ਨਾਮ ਉਪਦੇਸ਼ ਤਾਂ ਮਹਾਨ ਜੋ। ਹਾਂ, ਕਹਿੰਦੇ ਨਾਨਕ ਮੇਰਾ ਨਾਮ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਪਦੇਸ਼ ਤਾਂ ਮਹਾਨ ਜੋ, ਕਹਿਣਗੇ ਜਿਹੜਾ ਉਪਦੇਸ਼ ਹੈ, ਤੂੰ ਜਿਹੜਾ ਉਪਦੇਸ਼ ਦੀ ਮੇਰੇ ਨਾਲ ਗੱਲ ਕੀਤੀ ਹੈ, ਉਹ ਕਹਿੰਦਾ ਸੀ ਨਾ ਮੇਰਾ ਉਪਦੇਸ਼ ਲੈ ਲਓ। ਮਹਾਰਾਜ ਕਹਿੰਦੇ ਤੇਰਾ ਉਪਦੇਸ਼ ਜਿਹੜਾ
ਇਹ ਤਮ ਹਨੇਰਾ ਅਗਿਆਨਤਾ ਨੂੰ ਦੂਰ ਕਰ ਸਕਦਾ ਹੈ? ਜਿਹੜਾ ਮੇਰੇ 'ਚ ਹਨੇਰਾ ਹੈ, ਅਗਿਆਨਤਾ ਹੈ, ਉਹਨੂੰ ਦੂਰ ਕਰ ਸਕਦਾ ਹੈ ਕਿ ਨਹੀਂ? ਸੋ ਕਹੋ ਆਨ ਕਰ ਐਸੋ ਬਰ ਰਾਤ ਹੈ। ਹਾਂ, ਕਹਿਣ ਲੱਗੇ ਤੂੰ ਉਹ ਉਪਦੇਸ਼ ਮੈਨੂੰ ਦੇ ਕਨੀਫਾ ਨੂੰ। ਕਹਿੰਦੇ ਗੁਰੂ ਨਾਨਕ ਸਾਹਿਬ ਜੀ, ਜਿਹੜਾ ਮੇਰੇ ਅੰਦਰ ਬਿਲਕੁਲ ਅਗਿਆਨਤਾ ਨੂੰ ਦੂਰ ਕਰ ਦੂਗਾ, ਇਗਨੋਰੈਂਸ ਨੂੰ ਦੂਰ ਕਰਕੇ ਬਿਲਕੁਲ ਅੰਦਰ ਚਾਨਣ ਹੋਵੇ, ਇਉਂ ਲੱਗੇ ਜਿਵੇਂ ਅੰਦਰ ਸਪੌਟਲਾਈਟ ਲੱਗੀਆਂ ਹੁੰਦੀਆਂ ਹਨ। ਹਾਂਜੀ, ਇੰਨਾ ਚਾਨਣ ਹੋ ਜਾਵੇ। ਤੇ ਕਹਿੰਦੇ ਨਹੀਂ ਤਾਂ ਗੁਰੂ ਨਾਨਕ ਸਾਹਿਬ ਚੁੱਪੇ ਕਰ ਜਾ, ਇਹ ਜਿਹੜਾ ਬੜਬੜਾ ਕਰ ਰਿਹਾ ਨਾ, ਜਿਹੜਾ ਮੰਬਲਿੰਗ ਜਾ ਤੂੰ ਕਰ ਰਿਹਾ, ਰਹਿਣੇ ਦੇ ਫਿਰ। ਹਾਂਜੀ, ਦੇਖ ਬੇ ਨਿਰੰਜਨ ਕੀ ਚਾਹੇ ਔਰ ਲਾਗੀ ਮੋਕੋ। ਹਾਂ, ਦੇਖ ਵੀ ਕਹਿਣਗੇ ਮੈਨੂੰ ਦੇਖਣਾ, ਮੈਂ ਦੇਖਣਾ ਕੀ ਹੈ? ਮੈਂ ਉਹ ਪਰਮੇਸ਼ਰ ਨੂੰ ਦੇਖਣਾ ਹੈ। ਮੇਰੀ ਚਿੱਤ ਜਿਹੜਾ ਮੇਰਾ ਕਨਸੈਂਟਰੇਸ਼ਨ ਉਹ ਪਰਮੇਸ਼ਰ ਦੇ ਚਰਨਾਂ ਨਾਲ ਲੱਗਿਆ ਹੋਇਆ। ਮੈਂ ਪਰਮੇਸ਼ਰ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਤਾਂ ਹੀ ਕਿ ਤਖਤ ਬਿਨ ਮਨ ਨਾ ਠਹਿਰਾਤ ਹੈ। ਹਾਂ, ਉਹ ਤੇ ਪਰਮੇਸ਼ਰ ਦਾ ਤਖਤ ਦੇਖੇ ਤੋਂ ਬਗੈਰ ਮੈਨੂੰ ਸ਼ਾਂਤੀ ਨਹੀਂ ਆਉਂਦੀ। ਗੁਰੂ ਨਾਨਕ ਸਾਹਿਬ ਜੀ, ਆਈ ਟੇਕ ਨਥਿੰਗ ਲੈਸ ਦੈਨ ਦ ਗॉड ਹਿਮਸੈਲਫ। ਕਹਿੰਦਾ ਮੈਨੂੰ ਤਾਂ ਉਹੀ ਚਾਹੀਦਾ, ਤੂੰ ਦੱਸ ਦੇ ਜੀ, ਤੂੰ ਦੇ ਸਕਦਾ। ਹਾਂ, ਕੈਸੇ ਮਤ ਤੋਹੇ ਕਹਿ ਦੀਜੇ ਸਭ ਪਾਸ ਮੋਹੇ। ਹਾਂ, ਕਹਿੰਦੇ ਕੈਸੇ ਮਤ ਤੋਹੇ ਕਹਿ, ਤੂੰ ਮੈਨੂੰ ਕੀ ਮਤ ਦੇਂਗਾ? ਤੇਰੇ ਕੋਲ ਕਿੰਨੀ ਕੁ ਮਤ ਹੈ, ਜਾਂ ਤੇਰੇ ਗੁਰੂ ਕੋਲ ਕਿੰਨੀ ਕੁ ਮਤ ਹੈ, ਤੂੰ ਉਹ ਦੱਸ ਦੇ ਮੈਨੂੰ। ਸੁਣ ਕੇ ਕਨੀਫਾ ਤਬ ਬਚਨ ਬਖਾਤ ਹੈ। ਕਨੀਫਾ ਇਹ ਗੱਲ ਸੁਣ ਕੇ ਕਹਿਣ ਲੱਗਾ ਜੀ, ਕਬਿਤ ਕਾਨ ਕੋ ਛਿਦਾਵੋ ਮੁੰਦਰਾ ਫਟਕ ਬਣਾਵੋ। ਦੇਖੋ ਕਿੰਨੇ ਬੇਸ਼ਰਮ ਆ। ਕਹਿੰਦੇ ਮਹਾਰਾਜ ਤੁਸੀਂ ਨਾ ਆਪਣੇ ਕੰਨ ਜੇ ਪੜਾ ਲਓ। ਹਾਂਜੀ, ਚੰਗੇ ਭਲੇ ਕੰਨ ਆ, ਕਹਿੰਦੇ ਪੜਾ ਕੇ ਬਹਿ ਜਾਓ। ਹਾਂਜੀ, ਫਿਰ ਕਹਿੰਦੇ ਮੁੰਦਰਾ ਫਟਕ ਬਣਾਓ, ਫਿਰ ਨਾ ਤੁਸੀਂ ਇਹਦੇ ਚ ਕਾਂਟੇ ਪਾ ਲਓ, ਥੋੜੀਆਂ ਆਪਣੇ ਕਾਂਟੇ 'ਚ ਪਾੜ ਕੇ ਕੰਨ ਪਾੜ ਕੇ ਇਹਦੇ ਚ ਕਾਂਟੇ ਪਾ ਲਓ, ਈਅਰਿੰਗਸ ਪਾ ਲਓ ਜੀ। ਔਰ ਖਿੰਤਾ ਗੁਰ ਪਾਵੋ ਜੋਗ ਰੀਤ ਸਭ ਲੀਜੀਏ। ਹਾਂ, ਤੇ ਕਹਿੰਦੇ ਫਿਰ ਖਿੰਤਾ ਨਾ ਗੋਦੜੀ ਰੱਖ ਲਓ ਕੋਲੇ ਆਪਣੇ, ਤੇ ਕਹਿੰਦੇ ਗਲ ਪਾਵੋ, ਗਲ ਵਿੱਚ ਜਿਹੜਾ ਹਨ ਖਿੰਤਾ ਪਾ ਲਓ। ਜੋਗ ਰੀਤ ਕਹਿੰਦੇ ਸਾਰੀ ਜੋਗਾਂ ਦੀ ਰੀਤਾਂ ਦੀ ਜਿਹੜੀ ਚੀਜ਼ਾਂ ਹੈਗੀਆਂ ਨਾ, ਜਿਹੜੇ ਆਪਣੇ ਕਹਿੰਦੇ ਆ ਕੀ ਕਹੋਗੇ, ਉਹ ਜਿਹੜੇ ਅਟਾਇਰ ਹੈ ਜੋਗੀਆਂ ਵਾਲਾ ਪੂਰਾ ਪਾ ਲਓ ਜੀ। ਸਿੱਧਨ ਮੈਂ ਅਈਐ ਨਿਜ ਮਤ ਦੂਰ ਕਈਐ। ਹਾਂ, ਕਹਿੰਦੇ ਕਿ ਸਿੱਧਾਂ ਵਿੱਚ ਆ ਜਾਓ ਗੁਰੂ ਨਾਨਕ ਸਾਹਿਬ, ਆਪਣਾ ਮਤ ਜਿਹੜਾ ਤੁਸੀਂ ਪਾਸੇ ਕਰ ਦਿਓ, ਤੁਸੀਂ ਸਿੱਧ ਬਣ ਜਾਓ ਹੁਣ ਆ ਕੇ ਇੱਥੇ। ਭੀਖ ਮੰਗ ਖਾਈਐ ਤਨ ਭਸਮ ਲਗੀਜੀਏ। ਦੇਖੋ ਕੀ ਜਿਹੜਾ ਹੈ ਪੈਕੇਜ ਵਿੱਚ ਕੀ ਦੇ ਰਿਹਾ ਹੈ ਮਹਾਰਾਜ, ਮੰਗ ਕੇ ਖਾਓ, ਲੋਕਾਂ ਦੇ ਘਰ ਜਾ ਕੇ ਤਰਲੇ ਕੱਢੋ, ਲੋਕਾਂ ਦੇ ਮੰਗ ਕੇ ਖਾਓ। ਹਾਂਜੀ, ਤਨ ਭਸਮ ਲਗਾਈਏ, ਜਿੱਥੇ ਤੁਸੀਂ ਆ ਸੋਹਣਾ ਪਾਊਡਰ ਲਾਇਆ ਹੋਇਆ, ਸਰੀਰ ਦਾ ਸੋਹਣਾ ਥੋੜਾ ਜਿਹੜਾ ਹੈ ਕੰਪਲੈਕਸ਼ਨ ਜਿਹੜਾ ਬਹੁਤ ਸੋਹਣਾ, ਇਹਨੂੰ ਤੁਸੀਂ ਰਹਿਣ ਦਿਓ। ਇਹਦੇ ਉੱਤੇ ਨਾ ਸਾਰੀ ਸਵਾਹ ਲੈ ਕੇ ਮੰਨ ਲਓ। ਕੋਈ ਮੂਰਖ ਹੋਊਗਾ? ਦੇਖੋ ਕੌਣ ਮੂਰਖ ਇਸ ਜਿਹਾ ਕੰਮ ਕਰੇਗਾ? ਚੰਗਾ ਭਲਾ ਕਿਸੇ ਦਾ ਮੂੰਹ ਹੋਵੇ, ਕਹਿੰਦੇ ਜਾ ਕੇ ਤੂੰ ਨਾ ਉਹ ਜਿਹੜਾ ਰਾਖ ਆ ਉਹ ਮੰਨ ਲਾ ਜਾ ਕੇ ਆਪਣੇ ਮੂੰਹ ਤੇ, ਇੱਥੇ ਭੂਤ ਬਣ ਜਾ। ਜਿਹੜਾ ਕਿ ਬੱਚੇ ਦੇਖ ਲੈਣ ਉਹ ਰੋਂਦੇ ਨਹੀਂ ਹਟਦੇ ਵਿਚਾਰੇ, 4 ਦਿਨ ਉਹ ਰੋਈ ਜਾਂਦੇ ਨੇ ਵੀ ਜਿਹੜਾ ਇਹੋ ਜਿਹਾ ਸ਼ਕਲ ਕਿੱਥੋਂ ਦੇਖ ਲਈ। ਹਾਂਜੀ, ਕਹਿੰਦੇ ਮਹਾਰਾਜ ਤੁਸੀਂ ਐਂ ਕਰ ਲਓ ਹੁਣ। ਜਰਾ ਦੁੱਖ ਜਾਏ ਪੋਹੇ ਕੱਲ ਨਹਿ ਤਾਂ ਆਏ ਤੋਹੇ। ਹਾਂ, ਕਹਿੰਦੇ ਜਰਾ, ਕਹਿਣ ਲੱਗੇ ਦੇਖੋ ਸਿੱਧ ਵਿੱਚ ਆਉਣ ਦਾ ਕੀ ਫਾਇਦਾ ਹੈ, ਤੁਸੀਂ ਬੁੱਢੇ ਨਹੀਂ ਕਿਤੇ ਹੋਵੋਗੇ। ਯੂ ਵਿਲ ਨੈਵਰ ਬਿਕਮ ਓਲਡ। ਜਰਾ ਤੁਹਾਡੇ ਕੋਲ ਨਹੀਂ ਆਉਣੀ। ਤੇ ਫਿਰ ਕਹਿੰਦੇ ਪੋਹੇ ਕਾਲ ਨਹਿ ਆਏ ਤੋਹੇ, ਤੁਹਾਡੇ ਕੋਲ ਕਾਲ ਮੌਤ ਵੀ ਨਹੀਂ ਆਉਣੀ। ਦ ਡੈਥ ਵਿਲ ਨੈਵਰ ਟੱਚ ਯੂ। ਫਿਰ ਨਾਮ ਪ੍ਰਗਟਾਏ ਜਗ ਐਸੀ ਬਿੰਦ ਕੀਜੀਏ। ਹਾਂ, ਫਿਰ ਤੇਰਾ ਤੀਜੀ ਗੱਲ ਕੀ ਹੈ? ਯੂ ਵਿਲ ਬੀ ਫੇਮਸ। everybody will recite your name, everybody will know you। ਹਾਂਜੀ, तो ਤੁਸੀਂ ਮਸ਼ਹੂਰ ਹੋ ਜਾਓਗੇ, ਫੇਮਸ ਹੋ ਜਾਓਗੇ। ਐਸੀ ਵਿਦ ਕੀਜੀਏ, ਇਸ ਕਰਕੇ ਸਿੱਧ ਬਣ ਜਾਓ ਜੀ। ਮੈਂ ਵਿਚਾਰ ਕਰ ਲੀਜੇ ਮਤ ਧਾਰ ਬਾਰ। ਹਾਂ, ਕਹਿੰਦੇ ਮਹਾਰਾਜ ਥੋੜਾ ਸੋਚ ਲਓ, ਤੁਸੀਂ ਵਿਚਾਰ ਕਰ ਲਓ। ਹੈ ਮੈਂ ਪੈਕੇਜ ਬਹੁਤ ਸੋਹਣਾ ਤੁਹਾਡੇ ਵਾਸਤੇ ਲੈ ਕੇ ਆਇਆ। ਇਹ ਤਾਂ ਆਇਆ ਜਿਵੇਂ ਕੋਈ ਰਾਜੇ ਨੂੰ ਕਹੀਏ ਤੂੰ ਬੈਗਾ ਬਣ ਜਾ, ਉਹ ਪੈਕੇਜ ਲੈ ਕੇ ਆਇਆ। ਹਾਂਜੀ, ਤੇ ਐਕਸ਼ਨ ਵੀ ਕਰਦਾ ਹੈ। ਹਾਂਜੀ, ਕਨੀਫਾ ਜਿਹੜਾ ਹੈ ਹੋਏ ਕਿ ਅਮਰ ਜਸ ਸੁਦਾ ਕਿਉਂ ਨਾ ਪੀਜੀਏ। ਹਾਂ, ਕਹਿੰਦੇ ਹੋਏ, ਕਹਿੰਦੇ ਮੈਂ ਜਿਹੜਾ ਹੈ ਇਹ ਮਾਰਗ ਚ ਆਉਣ ਚ ਤੁਸੀਂ ਅਮਰ ਹੋ ਜਾਓਗੇ। ਹਾਂ, ਅਮਰ ਜਿਹੜਾ ਹੋਗੇ ਜਦ ਸੁਦਾ ਕਿਉਂ ਨਾ ਪੀਜੀਏ। ਮੈਂ ਤੇਰੇ ਕੋਲ ਅੰਮ੍ਰਿਤ ਲੈ ਕੇ ਆਇਆ। ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਪੀ ਲਾ, ਤੂੰ ਅਮਰ ਹੋ ਜਾਏਗਾ, ਤੂੰ ਮੁਕਤ ਹੋ ਜਾਏਗਾ। ਮੋਹ ਮਾਨ ਚੀਰ ਕਾਨ ਮੁੰਦਰਾ ਹੈ ਗਰੀਬੀ ਗਿਆਨ। ਦੇਖੋ ਗੁਰੂ ਨਾਨਕ ਸਾਹਿਬ ਨੇ ਉਹਨੂੰ ਗਿਆਨ ਦਿੱਤਾ ਕਨੀਫੇ ਨੂੰ। ਕਹਿੰਦੇ ਇਹ ਜਿਹੜੀਆਂ ਨਾ ਮੋਹ ਮਾਨ ਚੀਰ ਕਾਨ, ਜਿਹੜੇ ਮੇਰੇ ਕੰਨ ਹੈ ਨਾ, ਇਹ ਜਿਹੜੇ ਹਨ ਤੂੰ ਕਹਿੰਦਾ ਚੀਰ ਲਾ। ਮੈਂ ਆਪਣਾ ਮੋਹ ਚੀਰਿਆ ਹੈ, ਮੈਂ ਆਪਣਾ ਹੰਕਾਰ ਚੀਰਿਆ ਹੈ। ਇਹ ਜਿਹੜੇ ਕੰਨ ਰੂਪੀ ਮੇਰਾ ਮੋਹ ਤੇ ਮਾਨ ਹੈ, ਮੈਂ ਇਹਨੂੰ ਚੀਰਨਾ ਕੀਤਾ ਹੈ। ਮੁੰਦਰਾ ਹੈ ਗਰੀਬੀ ਗਿਆਨ। ਹਾਂ, ਦੇਖੋ ਮੇਰੀਆਂ ਮੁੰਦਰਾ ਈਅਰਿੰਗਸ ਮੇਰੀਆਂ ਕਿਹੜੀਆਂ ਨੇ? ਮੇਰੀ ਗਰੀਬੀ ਹੈ ਤੇ ਮੇਰਾ ਗਿਆਨ ਹੈ। ਗਰੀਬੀ ਤੇ ਗਿਆਨ ਇਹ ਮੇਰੀਆਂ 2 ਈਅਰਿੰਗਸ ਹਨ। ਧਿਆਨ ਕੀ ਸਰੀਰ ਖਿੰਥਾ ਸਦਾ ਜੋ ਅਨਾਸ ਹੈ। ਕਹਿਣਗੇ ਧਿਆਨ, ਪਰਮੇਸ਼ਰ ਦਾ ਧਿਆਨ ਹੀ ਮੇਰੀ ਖਿੰਥਾ ਹੈ। ਮੇਰਾ ਉੱਤੇ ਜਿਹੜਾ ਸ਼ਾਲ ਲੰਦੇ ਹੁੰਦੇ ਆ ਜਾਂ ਕੰਬਲੀ ਲੰਦੇ ਆ, ਉਹ ਕੀ ਹੈ? ਧਿਆਨ ਪਰਮੇਸ਼ਰ ਦਾ। ਸਦਾ ਜੋ ਅਨਾਸ ਹੈ। ਜੋ ਸਦਾ ਅਨਾਸ ਹੈ, ਕਿਤੇ ਨਾਸ ਨਹੀਂ ਹੁੰਦਾ ਪਰਮੇਸ਼ਰ। ਭਸਮ ਸੰਤੋਖ। ਹਾਂ, ਭਸਮ ਜਿਹੜੀ ਡਸ ਹੈ, ਐਸ਼ਸ ਜਿਹੜੀ ਮਲਦੇ ਹਾਂ, ਉਹ ਸੰਤੋਖ ਕੰਟੈਂਟਮੈਂਟ ਹੈ, ਉਹੀ ਐਸ਼ਸ ਐਸ਼ਸ ਹੈ। ਭੀਖ ਲੀਨੀ ਸੁਨ ਮੰਡਲ ਕੀ। ਕਹਿਣ ਲੱਗੇ ਮੈਂ ਭੀਖ ਮੰਗਦਾ ਪਰਮੇਸ਼ਰ ਤੋਂ, ਪਰ ਕਿਹੜੀ? ਸੁਨ ਮੰਡਲ ਕੀ। ਕਹਿਣਗੇ ਉਹ ਸੁਨ ਅਵਸਥਾ ਜਿੱਥੇ ਨਿਰਗੁਣ ਸਰੂਪ ਕਰਕੇ ਪਰਮੇਸ਼ਰ ਵਸਦਾ ਹੈ। ਮੈਂ ਉਹ ਮੰਗਦਾ ਹਾਂ, ਉਹ ਭੀਖ, ਉਹਨੂੰ ਬੈਗ ਕਰਦਾ ਹਾਂ ਪਰਮੇਸ਼ਰ ਤੋਂ।
ਨਾਮ ਲਿਵ ਲਾਗੀ ਜਾਂ ਮੈਂ ਦੇਖਿਓ ਸੁਖ ਰਾਸ ਹੈ। ਹਾਂ, ਨਾਮ ਲਿਵ ਲਾਗੀ, ਨਾਮ ਵਿੱਚ ਲਿਵ ਜੋੜ ਕੇ ਕਹਿੰਦਾ ਐਸਾ ਹੀ ਸੁਖ ਰਾਸ ਮੈਂ ਦੇਖਿਆ ਹੈ, ਐਸਾ ਹੀ ਸੁਖ ਮੈਂ ਲੱਭਦਾ ਹਾਂ ਕਿ ਮੇਰਾ ਕਨਸੈਂਟਰੇਸ਼ਨ ਹਮੇਸ਼ਾ ਪਰਮੇਸ਼ਰ ਦੇ ਨਾਮ ਵਿੱਚ ਜੁੜਿਆ ਰਹੇ। ਕਾਲ ਹੈ ਭਲਾਇਓ ਗੁਰ ਸ਼ਬਦ ਕਮਾਇਓ। ਹਾਂ, ਤੂੰ ਕਾਲ ਦੀ ਗੱਲ ਕੀਤੀ, ਮੌਤ ਦੀ, ਕਹਿੰਦੇ ਮੌਤ ਸੋ ਪਲਾਇਓ ਦੌੜ, ਮੇਰੀ ਤਾਂ ਮੌਤ ਪਹਿਲਾਂ ਹੀ ਚਲੀ ਗਈ, ਗੁਰ ਸ਼ਬਦ ਕਮਾਇਓ, ਗੁਰੂ ਦਾ ਸ਼ਬਦ ਪਰਮੇਸ਼ਰ ਦਾ ਸ਼ਬਦ ਕਮਾ ਕੇ ਮੇਰੀ ਤਾਂ ਮੌਤ ਪਹਿਲਾਂ ਹੀ ਭੱਜ ਗਈ। ਸਭ ਜਰਾਇਓ ਮਿਟਾਇਓ ਹਰ ਰੂਪ ਮੈਂ ਨਿਵਾਸ ਹੈ। ਹਾਂ, ਕਹਿਣ ਲੱਗੇ ਸਾਰਿਆਂ ਵਿੱਚ ਪਰਮੇਸ਼ਰ ਦਾ ਰੂਪ ਜਾਣ ਕਰਕੇ ਮੇਰੇ ਵਿੱਚੋਂ ਬੁੱਢੀਪਾ ਵੀ ਚਲਿਆ ਗਿਆ, ਕਿਉਂਕਿ ਹੁਣ ਵੀ ਪਰਮੇਸ਼ਰ ਹੈ। ਬੁੱਢੇ ਵਿੱਚ ਮੈਂ ਬੁੱਢਾ ਕਿਉਂ ਦੇਖਾਂ, ਉਹਦੇ ਵਿੱਚ ਵੀ ਪਰਮੇਸ਼ਰ ਹੈ। ਜਿਹੜੀ ਵੀ ਅਵਸਥਾ ਵਿੱਚ ਮੈਂ ਜਾਵਾਂਗਾ ਪਰਮੇਸ਼ਰ ਹੀ ਪ੍ਰਗਟ ਹੈ। ਇਸ ਕਰਕੇ ਜਿਹੜਾ ਹੈ ਕਹਿੰਦੇ ਸਭ ਜਰਾ ਯੋਂ, ਕਹਿੰਦੇ ਮਿਟਿਓ ਹਰ ਰੂਪ ਮੈਂ ਨਿਵਾਸ ਹੈ। ਪਰਮੇਸ਼ਰ ਦੇ ਰੂਪ ਦੇ ਵਿੱਚ ਨਿਵਾਸ ਕਰਕੇ ਆਪਣੇ ਆਪ ਨੂੰ ਆਤਮਾ ਸਰੂਪ ਜਾਣ ਕੇ ਬੁੱਢੀਪਾ ਤਾਂ ਕੋਲੇ ਆਉਂਦਾ ਹੀ ਨਹੀਂ। ਸ੍ਰੀ ਗੁਰੂ ਉਚਾਰੀ ਸੁਨੋ ਸਿੱਧ ਦੰਭ ਧਾਰੀ। ਕਹਿਣਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ, ਹੇ ਸਿੱਧ ਲੋਕ, ਹੇ ਕਨੀਫਾ, ਤੁਸੀਂ ਆਪਣਾ ਦੰਭ ਧਾਰੀ ਪਖੰਡੀ ਸੁਣੋ ਹੁਣ। ਭਾਰੀ ਜਾਣਿਆ ਕਮਾਇਓ ਜੋਗ ਐਸੇ ਹਮ ਪਾਸ ਹੈ। ਕਹਿਣਗੇ ਭਾਰੀ ਜਣਿਓ, ਕਹਿਣਗੇ ਜਿਹੜਾ ਹੈ ਕਨੀਫਾ, ਅਸੀਂ ਐਸਾ ਜੋਗ ਕਮਾਇਆ ਹੈ, ਐਸਾ ਜੋਗ ਹੈ ਸਾਡਾ, ਤੂੰ ਇਹ ਜਾਣਨਾ ਕਰ ਕਿ ਸਾਡੇ ਪਾਸ ਤੇਰੇ ਵਰਗਾ ਜੋਗ ਨਹੀਂ, ਸਾਡੇ ਵਿੱਚ ਇੱਕ ਪਰਮਾਤਮਾ ਨਾਲ ਇੱਕ ਹੋਣਾ, ਯੂਨਾਈਟ ਹੋਣਾ, ਉਹ ਯੋਗ ਹੈ ਸਾਡਾ। ਸਵਈਆ ਯੋ ਸੁਨ ਕੇ ਸੋ ਜਾਤ ਭਇਓ। ਇਹ ਸੁਣ ਕੇ ਨਾ ਕਨੀਫਾ ਭੱਜ ਗਿਆ ਜੀ, ਇਨਵਿਜ਼ੀਬਲ ਹੋ ਗਿਆ। ਵਿੱਚ ਵਿਚਾਰ ਕੇ ਪੂਰਨ ਜਾਣਾ। ਉਹ ਆਪਣੇ ਹਿਰਦੇ ਵਿੱਚ ਉਹਨੇ ਜਾਣਿਆ ਵੀ ਇਹ ਤਾਂ ਪੂਰਨ ਹੈ, ਇਹ ਤਾਂ ਪਰਮੇਸ਼ਰ ਆਪ ਹੈ। ਸੇਖਰ ਮੇਰ ਚਲੋ ਗੁਰੂ ਜੀ। ਤੇ ਕਹਿੰਦੇ ਸੇਖਰ ਮੇਰ ਚਲੋ ਗੁਰੂ ਜੀ। ਤੇ ਕਹਿੰਦਾ ਹੈ ਕਨੀਫਾ, ਚੱਲ ਗੁਰੂ ਨਾਨਕ ਸਾਹਿਬ ਜੀ ਤੁਸੀਂ ਚਲੋ, ਜਿਹੜਾ ਹੈ ਯੋਂ ਸੁਣ ਕਹੋ ਜੋ ਜਾਤ ਪਇਓ। ਹਾਂਜੀ, ਉਹ ਤਾਂ ਚਲਿਆ ਗਿਆ। ਔਰ ਵਿਚਾਰ ਕੇ ਪੂਰਨ ਜਾਣਾ, ਉਹਨੇ ਆਪਣੇ ਹਿਰਦੇ ਚ ਪੂਰਨ ਜਾਣਿਆ ਗੁਰੂ ਨਾਨਕ ਸਾਹਿਬ ਜੀ ਨੂੰ। ਸੇਖਰ ਮੇਰ ਚਲੋ ਗੁਰੂ ਜੀ। ਹਾਂ, ਕਹਿੰਦੇ ਗੁਰੂ ਜੀ ਹੁਣ ਆਪਾਂ ਅੱਗੇ ਚੱਲੀਏ। ਭਾਈ ਮਰਦਾਨਾ ਤੇ ਭਾਈ ਬਾਲਾ ਕਹਿੰਦੇ ਘਰ ਬੰਦ ਕਹੈ ਤਬ ਹੀ ਮਰਦਾਨਾ। ਇਹ ਹੱਥ ਬੰਨ ਕੇ ਭਾਈ ਮਰਦਾਨੇ ਨੇ ਕਿਹਾ, ਮਹਾਰਾਜ ਹੁਣ ਅੱਗੇ ਚੱਲੀਏ, ਹੁਣ ਆਪਾਂ ਸਿਖਰ ਤੇ ਪਿਕ ਤੇ ਜਾਣਾ ਹੀ ਹੈ। ਸ੍ਰੀ ਪ੍ਰਭ ਬੈਨ ਭਨੇ ਤਿਹ ਸੋ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਕਿਹਾ, ਗਮਨੈ ਮੰਦ ਮੰਦ ਪਿਖੈ ਸੁਖ ਥਾਨਾ। ਕਹਿੰਦੇ ਗਮਨੇ ਆਪਾਂ ਹੌਲੀ ਹੌਲੀ ਜਾਂਦੇ ਭਾਈ ਮਰਦਾਨੇ, ਆਪਾਂ ਸਾਈਟ ਸੀਇੰਗ ਕਰਦੇ ਹਾਂ, ਆਪਾਂ ਆਲੇ ਦੁਆਲੇ ਹੌਲੀ ਹੌਲੀ ਦੇਖ ਕੇ ਰਿਲੈਕਸ ਹੋ ਕੇ ਭਜਾਨੇ ਹਾਂ। ਸਿੱਧਨ ਕੋ ਅਵਲੋਕ ਹੋ ਕੌਤਕ। ਹਾਂ, ਕਹਿਣ ਲੱਗੀ ਚੱਲ ਆਪਾਂ ਦੇਖੀਏ ਤਾਂ ਤਾਈ ਸਿੱਧ ਲੋਕ ਜਿਹੜੇ ਹਨ ਕਿਹੜੇ ਤਮਾਸ਼ੇ ਕਰਦੇ ਹਨ। ਇੱਕ ਤੂੰ ਜਿਹੜਾ ਹੈ ਇਹ ਤਮਾਸ਼ਾ ਹੀ ਦੇਖ, ਕਹਿੰਦੇ ਕੀ ਹੋ ਰਿਹਾ ਸਿੱਧਾਂ ਦੇ ਨਾਲ। ਆਵਤ ਹੈ ਜਿਨ ਕੇ ਬਹੁਮਾਨਾ। ਹਾਂ, ਜਿਹੜੇ ਆਉਂਦੇ ਨੇ ਬੜਾ ਮਾਣ ਲੈ ਕੇ, ਹੰਕਾਰ ਲੈ ਕੇ। ਕਬਿਤ ਆਇਓ ਹੈ ਹਨੀਫਾ ਅਵਲੋਕਤ ਹੀ ਬੋਲਿਓ ਬੈਨ। ਹੁਣ ਕੀ ਹੋਇਆ ਜੀ, ਅਗਲਾ ਆ ਗਿਆ ਜੀ ਹੁਣ ਹਨੀਫਾ। ਅੱਗੇ ਕਨੀਫਾ ਸੀ, ਹੁਣ ਹਨੀਫਾ ਆਇਆ ਜੀ। ਹੁਣ ਹਨੀਫਾ ਜਿਹੜਾ ਯੋਗੀ ਹੈ ਉਹਨੇ ਆ ਕੇ ਆਪਣਾ ਮੂੰਹ ਦਿਖਾਤਾ। ਬਾਲ ਹੈ ਆਦੇਸ਼ ਸੁਨ ਸ੍ਰੀ ਗੁਰੂ ਭਨਤ ਹੈ। ਕਹਿਣਗੇ ਬਾਲ ਹੈ ਆਦੇਸ਼। ਹਨੀਫਾ ਕੀ ਕਹਿੰਦਾ, ਬਾਲ ਮੇਰਾ ਆਦੇਸ਼ ਹੈ, ਮੇਰੀ ਨਮਸਕਾਰ ਹੈ। ਇਹ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਆਦੇਸ਼ ਏਕੰਕਾਰ ਕੋ ਹਨੀਫਾ ਆਓ ਬੈਸ। ਮਹਾਰਾਜ ਨੇ ਕਿਹਾ ਮੇਰਾ ਆਦੇਸ਼ ਮੇਰੀ ਨਮਸਕਾਰ ਉਹ ਪਰਮੇਸ਼ਰ ਨੂੰ ਹੈ। ਹੇ ਹਨੀਫਾ, ਮੇਰੀ ਆਦੇਸ਼ ਮੈਂ ਤਾਂ ਪਰਮਾਤਮਾ ਨੂੰ ਹੀ ਨਮਸਕਾਰ ਕਰਦਾ ਹਾਂ, ਚੱਲ ਹਨੀਫਾ ਕੇ ਬਹਿ ਜਾ ਮੇਰੇ ਕੋਲ। ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਉਹਨੇ ਦੱਸਿਆ ਨਹੀਂ ਸੀ ਨਾ ਆਪਣਾ, ਮਹਾਰਾਜ ਨੇ ਸਿੱਧਾ ਹਨੀਫਾ ਕਹਿ ਕੇ ਮੇਰੇ ਕੋਲ ਬਹਿ ਜਾ। ਬਿਸਮਾਦਿਓ ਸੁਨ ਸੋ ਗਟੀ ਮਨ ਮੈਂ ਗਿਨਤ ਹੈ। ਉਹ ਹਨੀਫਾ ਡਰ ਗਿਆ ਸੁਣ ਕੇ, ਜਦੋਂ ਉਹਦਾ ਨਾਂ ਲਿਆ ਉਹ ਆਪਣੇ ਮਨ 'ਚ ਵਿਚਾਰ ਕਰਨ ਲੱਗ ਪਿਆ। ਬੂਝਤ ਭਾ ਪੂਰਬ ਹੀ ਮੇਲ ਮੇਰੋ ਤੇਰੋ ਭਇਓ। ਕਹਿਣ ਲੱਗਿਆ, ਪੁੱਛਣ ਲੱਗਿਆ ਹਨੀਫਾ ਗੁਰੂ ਨਾਨਕ ਸਾਹਿਬ ਨੂੰ, ਮਹਾਰਾਜ ਇਹ ਆਪਾਂ ਪਹਿਲੀ ਵਾਰੀ ਮਿਲ ਰਹੇ ਹਾਂ ਨਾ, we are meeting for the first time, right? ਫਿਰ ਨਾਮ ਜੋ ਹਨੀਫਾ ਆਗੇ ਕੈਸੇ ਕਿਆ ਜਾਣਤ ਹੈ। ਮਹਾਰਾਜ how do you know my name? ਉਹ ਜਿਹੜੇ ਜੋਗੀ ਸਨ ਉਹਨਾਂ ਨੇ ਕਿਹੜੇ ਨੇਮ ਟੈਗ ਲਾਏ ਹੋਏ ਸਨ, ਜਿਹੜਾ ਗੁਰੂ ਨਾਨਕ ਨੇ ਪੜ੍ਹ ਕੇ ਉਹਦਾ ਨਾਂ ਲੈਤਾ। ਹਾਂਜੀ, ਉਹ ਕਹਿੰਦਾ ਮਹਾਰਾਜ ਆਪਾਂ ਪਹਿਲੀ ਵਾਰੀ ਮਿਲਿਆ, how do you know my name? ਮੇਰਾ ਨਾਂ ਤੁਹਾਨੂੰ ਕਿਵੇਂ ਪਤਾ ਲੱਗ ਗਿਆ? ਕਾਹੂ ਨੇ ਬਤਾਇਓ ਕਿਦੋਂ 3 ਕਾਲ ਗਿਆ ਤਾ ਤੂੰ ਮੈਂ। ਮਹਾਰਾਜ ਕਿਸੇ ਨੇ ਤੁਹਾਨੂੰ ਦੱਸਿਆ ਵੀ ਮੈਂ ਆ ਰਿਹਾ, ਆਈ ਐਮ ਨੈਕਸਟ ਇਨ ਦ ਲਿਸਟ, ਤੁਹਾਨੂੰ ਕਿਸੇ ਨੇ ਦੱਸਿਆ ਸੀ? ਜਾਂ ਮਹਾਰਾਜ ਤੁਸੀਂ ਤਿੰਨਾਂ ਲੋਕਾਂ ਦੇ ਗਿਆਤਾ ਹੋ, ਯੂ ਅੰਤਰਜਾਮੀ, ਯੂ ਨੋ ਐਵਰੀਥਿੰਗ, ਇਟਸ ਇਧਰ ਵਨ ਆਫ ਦਿਸ। ਜਾਂ ਤਾਂ ਤੁਹਾਨੂੰ ਕਿਸੇ ਨੇ ਦੱਸਿਆ ਜਾਂ ਤੁਸੀਂ ਆਪ ਗਿਆਤਾ ਹੋ, ਅੰਤਰਜਾਮੀ ਹੋ। ਭਇਓ ਹੈ ਸੰਦੇਹ ਮੇਰੇ ਕਹਿਓ ਸੋ ਬਣਤ ਹੈ। ਕਹਿੰਦੇ ਭਇਓ ਹੈ ਸੰਦੇਹ, ਕਹਿੰਦਾ ਮਹਾਰਾਜ ਮੇਰੇ ਮਨ 'ਚ ਸ਼ੱਕ ਹੈ, ਕਿਰਪਾ ਕਰਕੇ ਮੈਨੂੰ ਦੱਸੋ। ਇਹ ਥੋੜਾ ਜਿਹਾ ਨਿਮਰਤਾ ਵਿੱਚ ਬੋਲਿਆ। ਦੋਹਰਾ ਸ੍ਰੀ ਗੁਰ ਬੋਲੇ ਬਚਨ ਪੁੰਨ ਸੁਨੋ ਆਪਣੀ ਬਾਤ। ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕਿਹਾ ਕਿ ਹਨੀਫਾ ਤੂੰ ਆਪਣੀ ਸਟੋਰੀ ਨਾ, ਮੈਂ ਤੈਨੂੰ ਤੇਰੀ ਸਟੋਰੀ ਦੱਸਦਾ, ਤੂੰ ਆਪ ਬੈਠ ਕੇ ਇੱਥੇ ਕੋਲ ਮੇਰੇ ਆਪਣੀ ਸਟੋਰੀ ਸੁਣ, ਤੂੰ ਕਿਵੇਂ ਯੋਗੀ ਬਣਿਆ। ਕੰਕ ਕਰਨ ਤਵ ਪਿਤਾ ਕੋ ਨਾਮ ਹੁਤੋ ਬਖਿਆਤ। ਉਹ ਹੈਰਾਨ ਸੀ ਵੀ ਉਹਦਾ ਨਾਂ ਕਿਵੇਂ ਮਹਾਰਾਜ ਜਾਣਦੇ ਆ। ਮਹਾਰਾਜ ਨੇ ਉਹਦੇ ਪਿਓ ਦਾ ਨਾਮ ਵੀ ਲੈਤਾ। ਮਹਾਰਾਜ ਕਹਿੰਦੇ ਤੇਰੇ ਪਿਓ ਦਾ ਨਾਂ ਸੀ ਕੰਕਰਨ। ਕੰਕਰਨ ਕਹਿੰਦੇ ਤੇਰੇ ਪਿਓ ਦਾ ਨਾਂ ਸੀਗਾ।
योर फादर्स नेम। हाँ जी। ਨਗਰ ਸੀਲਪੁਰ ਕੇ ਵਿਖੈ ਕਰਤੇ ਰਾਜ ਵਿਸਾਲ ਤੇ ਉਹ ਸੀ ਰਾਜਾ ਨਗਰ ਦਾ ਜਿਹਦਾ ਨਾਮ ਸੀਗਾ ਸੀਲਾਪੁਰ। ਸੀਲਾਪੁਰ ਨਗਰ ਦਾ ਰਾਜਾ ਸੀ ਤੇਰਾ ਪਿਓ ਜਿਹੜਾ ਕੰਕਰਨ। ਸੋ ਕੰਕਰਨ ਜਿਹੜਾ ਸੀ ਉਹ ਸੀਲਾਪੁਰ ਦਾ ਰਾਜਾ ਸੀ। ਮਿਤੀ ਔਦ ਤਵ ਪਿਤਾ ਕੀ ਪਰਿਓ ਕਾਲ ਕੇ ਜਾਲ ਉਹ ਉੱਥੇ ਰਾਜ ਕਰਦਾ ਸੀ ਤੇ ਕੀ ਹੋਇਆ, ਉਹਦੀ ਉਮਰ ਪੂਰੀ ਹੋ ਗਈ। ਉਮਰ ਪੂਰੀ ਹੋਣ ਕਰਕੇ ਉਹ ਮਰ ਗਿਆ। ਪਰ ਉਹ ਕਾਲ ਕੇ ਜਾਲ, ਉਹ ਕਾਲ ਦੇ ਜਾਲ ਵਿੱਚ ਫਸ ਕੇ ਮਰ ਗਿਆ ਜੀ ਵਿਚਾਰਾ, ਆਪਣੀ ਉਮਰ ਭੋਗ ਗਿਆ ਪੂਰੀ। ਕਬਿਤ ਬਰਖ ਸਪਤ ਦਸ ਬੈਸ ਹੁਤੀ ਤੇਰੀ ਤਬ ਮਹਾਰਾਜ ਨੇ ਦੇਖੋ ਕਿੰਨੇ ਡਿਟੇਲ ਨਾਲ ਕਹਿੰਦੇ, ਹਨੀਫਾ ਤੇਰੀ ਉਮਰ ਸੀ 17 ਇਅਰਸ 올ਡ ਜਦੋਂ ਤੇਰਾ ਪਿਤਾ ਮਰਿਆ ਹੈ, ਆਗੇ ਪਾਛੇ ਦੇਸ ਰਾਜ ਕੋਸ ਸਭ ਲਿਓ ਹੈ। ਤੇ ਤੂੰ ਕੱਲਾ ਉਹਦਾ ਪੁੱਤਰ ਸੀ। ਇਹ ਸਾਰਾ ਰਾਜ ਧਨ ਤੇਰੇ ਕੋਲ ਆ ਗਿਆ। ਇਹ ਸਾਰੇ ਜਿਹੜਾ ਹਨ ਇਹ ਸੀਲਾਪੁਰ ਦਾ ਰਾਜਾ ਤੂੰ ਬਣ ਗਿਆ ਤੇ 17 ਉਮਰ ਦੀ ਤੇਰੀ ਉਮਰ ਹੈ। ਇੱਕ ਦਿਨ ਮਾਹੇ ਤੈ ਅਰੂਫ ਭਇਓ ਬਾਜ ਪਰ ਇੱਕ ਵਾਰੀ ਕੀ ਹੋਇਆ, ਕਹਿੰਦੇ ਜੇ ਤੈਨੂੰ ਰਾਜ ਭਾਗ ਮਿਲ ਗਿਆ ਨਾ, ਤੇਰੀ ਉਮਰ ਤਾਂ ਦੇ ਛੋਟੀ ਹੋ ਸੀ, ਕਹਿੰਦੇ ਤੂੰ ਕੀ ਕੀਤਾ, ਘੋੜੇ ਤੇ ਬਹਿ ਕੇ ਯੂ ਵੈਂਟ ਫॉर ਹੰਟਿੰਗ। ਤੂੰ ਹੰਟਿੰਗ ਕਰਨ ਵਾਸਤੇ ਗਿਆ, ਸ਼ਿਕਾਰ ਖੇਡਣ ਵਾਸਤੇ ਤੂੰ ਗਿਆ। ਮਨ ਕੇ ਹੁਲਾਸ ਸੋ ਅਖੇਰ ਬ੍ਰਿਤ ਗਇਓ ਹੈ। ਕਹਿੰਦੇ ਤੂੰ ਜਿਹੜਾ ਹੈ ਉੱਥੇ ਜਾ ਕੇ ਆਪਣੇ ਮਨ ਭਾਉਂਦਾ ਹੰਟਿੰਗ ਕੀਤੀ ਦੀ, ਜਾ ਕੇ ਬੜੀ ਹੰਟਿੰਗ ਕੀਤੀ ਤੂੰ। ਮਨ ਮੈਂ ਵਿਚਰ ਬਹੁਤ ਜੀਵਨ ਕੋ ਘੇਰ ਕਰ ਕਹਿਣ ਲੱਗੇ ਤੂੰ ਬੜੇ ਹੀ ਬਨ ਵਿੱਚ ਜੰਗਲ ਵਿੱਚ ਜਾ ਕੇ ਜਾਨਵਰਾਂ ਨੂੰ ਘੇਰ ਘੇਰ ਕੇ ਤੂੰ ਮਾਰਿਆ। ਸੁਕਰ ਬਿਹੰਗ ਮ੍ਰਿਗ ਘਾਤ ਤੈਨੇ ਕੀਓ ਹੈ। ਹਾਂ ਕਹਿੰਦੇ ਉੱਥੇ ਤੂੰ ਸੂਵਰ ਜਿਹੜੇ ਪਿਕ ਸਨ ਉਹ ਤੂੰ ਮਾਰੇ, ਬਿਹੰਗ ਜਿਹੜੇ ਵਾਈਲਡ ਬੋ ਹਨ ਹਾਂਜੀ ਉਹ ਮਾਰੇ, ਬਿਹੰਗ ਪੰਛੀ ਮਾਰੇ, ਚਿੜੀਆਂ ਚੁੜੀਆਂ ਉਹ ਮਾਰੀਆਂ, ਫਿਰ ਮਿਰਗ ਹਰਨ ਤੂੰ ਮਾਰੇ। ਇਹ ਸਾਰੇ ਤੂੰ ਸ਼ਿਕਾਰ ਕੀਤਾ ਜਿਨ੍ਹਾਂ ਦਾ। ਹਟਿਓ ਜਬ ਧਾਮ ਔਰ ਗੋਰਖ ਮਿਲਾਪ ਕੀਨੋ। ਤੇ ਫਿਰ ਜਦੋਂ ਤੂੰ ਸ਼ਿਕਾਰ ਖੇਡ ਕੇ ਸ਼ਾਮ ਨੂੰ ਆਪਣੇ ਘਰ ਆ ਰਿਹਾ ਸੀ ਨਾ ਵਾਪਸ ਰਸਤੇ ਵਿੱਚ, ਤਾਂ ਉਸ ਵੇਲੇ ਤੈਨੂੰ ਰਸਤੇ ਵਿੱਚ ਗੋਰਖ ਮਿਲ ਪਿਆ। ਤੂੰ ਗੋਰਖ ਤੈਨੂੰ ਮਿਲਿਆ ਰਾਹ ਵਿੱਚ। ਮਨੇ ਜੀਵ ਦੇਖ ਤਿੰਨ ਬਚਨ ਸੁਨਾਇਓ ਹੈ। ਜਦੋਂ ਉਹ ਗੋਰਖ ਨੇ ਦੇਖਿਆ ਤੇਰੇ ਘੋੜੇ ਦੇ ਨਾਲ ਮਰੇ ਹੋਏ ਜੀਵ ਬੰਨੇ ਹੋਏ ਸਨ ਜਿਨ੍ਹਾਂ ਦਾ ਤੂੰ ਸ਼ਿਕਾਰ ਕਰਕੇ ਆਇਆ ਹਾਂ, ਉਹ ਮਰੇ ਹੋਏ ਬੋਡੀਜ਼ ਜਿਹੜੇ ਸਨ ਜਾਨਵਰਾਂ ਦੇ ਉਹ ਤੂੰ ਬੰਨੇ ਹੋਏ ਸਨ ਆਪਣੇ ਕੋਲ। ਇਹ ਦੇਖ ਕੇ ਗੋਰਖਨਾਥ ਨੇ ਕਿਹਾ, ਸਵਈਆ ਹੈ ਮਨ ਤੇਰੋ ਬਹੀਨ ਦਇਆ। ਉਹ ਗੋਰਖਨਾਥ ਨੇ ਖੜ ਕੇ ਕਹਿੰਦੇ, ਹੇ ਹਨੀਫਾ ਤੈਨੂੰ ਕਿਹਾ ਕਿ ਤੇਰੇ ਕੋਲ ਦਇਆ ਨਹੀਂ ਹੈ, ਤੇਰੇ ਕੋਲ ਮਰਸੀ ਨਹੀਂ ਹੈ। ਮਨ ਜੀਵ ਹਨੇ ਰਸਨਾ ਹਿਤ ਸਾਧੂ। ਤੂੰ ਇਹ ਜਾਨਵਰ ਕਿਉਂ ਮਾਰੇ? ਸਿਰਫ ਇਹਨਾਂ ਨੂੰ ਖਾਣ ਵਾਸਤੇ, ਆਪਣੇ ਜੀਵ ਦੇ ਸਵਾਦ ਵਾਸਤੇ, ਜਸਟ ਟੂ ਟੇਸਟ them you kill them। ਕਹਿੰਦੇ ਤੂੰ ਇਹ ਕੰਮ ਕਿਉਂ ਕੀਤਾ? ਐਸੇ ਹਨੇ ਤੁਮਰੇ ਤਨ ਕੋ ਇਹ। ਕਹਿਣ ਲੱਗੇ ਗੋਰਖਨਾਥ ਨੇ ਕਿਹਾ, ਦੇਖ ਹਨੀਫਾ ਅੱਜ ਤੂੰ ਇਹਨਾਂ ਨੂੰ ਮਾਰ ਕੇ ਖਾ ਰਿਹਾ, ਭਲਕੇ ਤੂੰ ਇਹਨਾਂ ਦੀ ਜੂਨ ਚ ਪਏਗਾ, ਇਹ ਤੈਨੂੰ ਮਾਰ ਕੇ ਖਾਣਗੇ। ਕਹਿੰਦੇ ਇਹ ਤੇਰਾ ਹਾਲ ਹੋਣਾ ਹੈ, ਤੂੰ ਜਿਹੜਾ ਇਹਨਾਂ ਨੂੰ ਮਾਰਿਆ ਇਹ ਵੀ ਤੈਨੂੰ ਆ ਕੇ ਮਾਰਨਗੇ। ਕਿਉਂ ਨੇ ਜ ਆਵ ਗਵਾਵਤ ਬਾਦੂ। ਕਹਿਣਗੇ ਕਿਉਂ ਤੂੰ ਆਪਣੀ ਜਿਹੜੀ ਹੈ ਉਮਰ ਗਵਾ ਰਿਹਾ ਹੈ? ਗੋਰਖਨਾਥ ਹਨੀਫਾ ਨੂੰ ਕਹਿੰਦਾ ਤੂੰ ਕਿਉਂ ਆਪਣੀ ਉਮਰ ਨੂੰ ਬਰਬਾਦ ਕਰ ਰਿਹਾ? ਵਾਈ ਆਰ ਯੂ ਵੇਸਟਿੰਗ ਯੋਰ ਲਾਈਫ? ਹਾਂਜੀ ਜੋ ਸੁਨ ਕੇ ਮਨ ਮੈਂ ਗੁਣ ਕੈ। ਜੋ ਇਹ ਗੱਲ ਸੁਣੀ ਨਾ, ਕਹਿੰਦਾ ਹਨੀਫਾ ਨੇ ਜਦੋਂ ਆਪਣੇ ਸੁਣੀ ਇਹ ਗੱਲ, ਉਹਨੇ ਮਨ ਚ ਵਿਚਾਰ ਕੀਤੀ, ਕੰਟੈਂਪਲੇਟ ਕੀਤੀ। ਤੋ ਵਕੀਨ ਬਿਨੈ ਮ੍ਰਿਤ ਭਾ ਡਰ ਯਾਦੂ। ਕਹਿਣਗੇ ਤੋ ਵਕੀਨ ਬਿਨੈ ਮ੍ਰਿਤ ਭਾ ਡਰ ਯਾਦੂ। ਕਹਿੰਦੇ ਫੇਰ ਜਿਹੜਾ ਹੈ ਤੂੰ ਆਪਣੇ ਮਨ ਵਿੱਚ ਵਿਚਾਰ ਕੀਤੀ ਤੇ ਉਸ ਵੇਲੇ ਗੋਰਖਨਾਥ ਦੀ ਗੱਲ ਨੂੰ ਲੈ ਕੇ ਤੂੰ ਸੋਚਣ ਲੱਗਿਆ ਕਿ ਮੇਰੀ ਮੌਤ ਫੇ ਕਿਵੇਂ ਹੋਊਗੀ। ਤੈਨੂੰ ਆਪਣੀ ਮੌਤ ਦਾ ਡਰ ਆ ਗਿਆ, ਤੈਨੂੰ ਪਤਾ ਲੱਗ ਗਿਆ ਕਿ ਮੈਂ ਵੀ ਮਰਨਾ ਹੈ। ਗੋਰਖ ਕੇ ਪਦ ਕੋ ਗਹਿ ਕਹਿ ਤੁਵ। ਤੇ ਕਹਿੰਦਾ ਭੱਜ ਕੇ ਤੂੰ ਘੋੜੇ ਤੋਂ ਉਤਰ ਕੇ ਗੋਰਖ ਦੇ ਜਾ ਕੇ ਚਰਨ ਫੜ ਲੈ, ਉਹਦੇ ਪੈਰ ਫੜ ਲੈ ਜਾ ਕੇ ਗੋਰਖਨਾਥ ਦੇ। ਚਾਹਿਤ ਪਾਤਿ ਭੂਰ ਪ੍ਰਸਾਦੂ। ਤੇ ਤੂੰ ਬਹੁਤੀ ਕਿਰਪਾ ਉਹ ਤੋਂ ਜਾਚਨਾ ਕੀਤੀ, ਤੂੰ ਕਿਹਾ ਵੀ ਮੈਨੂੰ ਮਾਫ ਕਰ ਦੇ, ਮਾਫ ਕਰ ਦੇ, ਮੇਰੇ ਤੋਂ ਭੁੱਲ ਹੋ ਗਈ, ਮੈਨੂੰ ਮਾਫ ਕਰ ਦੇ। ਤੂੰ ਮੁਆਫੀਆਂ ਮੰਗਣ ਲੱਗਿਆ ਗੋਰਖਨਾਥ ਤੋਂ ਵੀ ਮੈਨੂੰ ਬਖਸ਼ਾਲਾ ਪਰਮਾਤਮਾ ਤੋਂ। ਕਬਿਤ ਨਾਥ ਕੀਜਾ ਦਾਇਆ ਜਿਵ ਰਹਿ ਥਿਰ ਕਾਇਆ। ਤੇ ਫੇਰ ਹੁਣ ਕਹਿੰਦਾ ਮੈਂ ਜਿਹੜਾ ਹੈ, ਕਹਿੰਦੇ ਹਨੀਫਾ ਤੂੰ ਉਸ ਵੇਲੇ ਗੋਰਖ ਨੂੰ ਇਹ ਕਿਹਾ, ਦੇਖੋ ਮਹਾਰਾਜ ਐਗਜ਼ੈਕਟ ਡਾਇਲੌਗ ਵੀ ਕਹਿ ਕੇ ਦੱਸਦੇ ਹਨ। ਕਹਿੰਦੇ ਕਿ ਦੇਖ ਹਨੀਫਾ ਤੂੰ ਕਿਹਾ, ਨਾਥ ਗੋਰਖਨਾਥ ਮੇਰੇ ਤੇ ਦਇਆ ਕਰ ਜਿਹਦੇ ਕਰਕੇ ਮੇਰਾ ਸਰੀਰ ਹਮੇਸ਼ਾ ਵਾਸਤੇ ਰਹਿ ਜਾਵੇ, that I am safe from death, I don't have to die, I can live forever। ਫਿਰ ਸੁਨ ਗੋਰਖ ਅਲਾਇਆ ਜੇ ਤੂੰ ਜੋਗ ਕੋ ਕਮਾਵਈ। ਹੁਣ ਆ ਜਾ ਗੋਰਖ ਨੂੰ ਤਾਂ ਹੁਣ ਮਿਲ ਗਿਆ ਜੀ ਘਰ ਖੁੱਲਾ, ਉਹਨੇ ਕੀ ਕਰਨਾ, ਉਹਨੇ ਲੁੱਟਣਾ ਹੀ ਸੀ। ਕਹਿੰਦੇ ਉਹਨੇ ਕੀ ਕੀਤਾ ਜੀ, ਗੋਰਖ ਸੁਣ ਕੇ ਕਹਿੰਦਾ ਤੂੰ ਜੋਗ ਕਮਾ, ਤੂੰ ਯੋਗੀ ਬਣ ਜਾ। ਮੁੰਡ ਕੋ ਮੁੰਡਈਆ ਨਿਤ ਗੋਤ ਕੋ ਲਜਾਈਐ। ਦੇਖੇ ਪਹਿਲੀ ਗੱਲ ਪਤਾ ਕੀ ਕਰ ਕਹਿੰਦਾ, ਤੂੰ ਆਪਣਾ ਸਿਰ ਗੰਜਾ ਕਰ ਲਾ, ਤੂੰ ਜਿੰਨੇ ਵੀ ਤੇਰੇ ਜਿਹੜੇ ਕੇਸ ਹਨ ਉਹ ਸਾਰੇ ਮੁੰਡਾ ਦੇ, ਆਪਣਾ ਸਿਰ ਮੁੰਡਾ ਕੇ ਬਿਲਕੁਲ ਗੰਜਾ ਹੋ ਜਾ, ਜਿਵੇਂ ਕਿ ਉਹਦੇ ਉੱਤੇ ਕੋਈ ਢੋਲ ਵੀ ਵਜਾ ਸਕੇ। ਤੇ ਕਹਿੰਦੇ ਇੰਨੇ ਚ ਗੋਤ ਕੋ ਲਜਈਐ, ਕਹਿੰਦੇ ਕਿ ਆਪਣੀ ਗੋਤ ਦੀ ਲਜਾ ਨੂੰ ਛੱਡ ਦੇ ਵੀ ਤੂੰ ਰਾਜਾ ਹੈ, ਭੁੱਲ ਜਾ ਤੂੰ ਰਾਜਾ ਹੈ, ਉਹ ਵੀ ਤੂੰ ਛੱਡ ਦੇ। ਤਉ ਥਿਰ ਪਦ ਪਈਐ ਨਾ ਤੋ ਦੇਹ ਬਨਸਾਵਈ। ਹਾਂ ਕਹਿੰਦੇ ਤੂੰ ਥਿਰ ਪਦ ਪਈਏ, ਉਦੋਂ ਤੈਨੂੰ ਅਮਰ ਹੋਊਗਾ ਤੂੰ,
ਤੂੰ ਮੁਕਤੀ ਮਿਲੇਗੀ, ਤੂੰ ਅਸਥਿਰ ਰਹੇਗਾ ਤੇ ਤੇਰੀ ਦੇਹ ਕਿਤੇ ਵੀ ਨਹੀਂ ਮੁੱਕੇਗੀ, ਤੂੰ ਹਮੇਸ਼ਾ ਆਪਣੇ ਸਰੀਰ ਵਿੱਚ ਰਹਿ ਸਕਦਾ ਹਾਂ। ਸੁਨੇ ਬੈਨ ਐਸ ਸੀਸ ਪੱਗ ਤਾਰ ਬੈਸ। ਕਹਿਣਗੇ ਕੀ ਹੋਇਆ ਉਸ ਵੇਲੇ ਇਹ ਗੱਲ ਸੁਣ ਕੇ, ਹਨੀਫਾ ਤੂੰ ਕੀ ਕੀਤਾ? ਤੂੰ ਆਪਣੀ ਪੱਗ ਲਾ ਦਿੱਤੀ, ਤੂੰ ਆਪਣੀ ਪੱਗ ਖੋਲ ਕੇ ਥੱਲੇ ਰੱਖ ਦਿੱਤੀ। ਕਹਿਓ ਮੁੰਡੀਏ ਜੀ ਮੁੰਡ ਜਾਤੇ ਥਿਰ ਪਦ ਪਾਵਈ। ਉਹਨੂੰ ਤੂੰ ਪੱਗ ਲਾ ਕੇ ਕਹਿਣ ਲੱਗਾ ਵੀ ਮੇਰਾ ਸਿਰ ਮੁੰਡੇ ਹੁਣ, ਮੈਨੂੰ ਗੰਜਾ ਕਰ ਦੇ, ਹੁਣ ਤੂੰ ਹੁਣੇ ਕਰ ਦੇ। ਕਹਿਣ ਲੱਗਾ ਤੇ ਮੈਨੂੰ ਥਿਰ ਪਦ ਦੇ ਦੇ, ਮੈਨੂੰ ਹਮੇਸ਼ਾ ਰਹਿਣ ਵਾਲੀ ਜਿਹੜੀ ਸਟੇਟ ਹੈ ਟੂ ਐਵਰਲਾਸਟਿੰਗ ਸਟੇਟ ਮੈਨੂੰ ਦੇ ਦੇ, ਜਿਹਦੇ ਕਰਕੇ ਮੈਂ ਕਿਤੇ ਨਹੀਂ ਮਰਾਂਗਾ। ਗੋਰਖ ਨੇ ਕਾਨ ਪਾਰ ਮੁੰਡਿਓ ਹੈ ਸਵਾਰ ਤੋ ਕੋ। ਉਸ ਵੇਲੇ ਜਿਹੜਾ ਹੈ ਗੋਰਖਨਾਥ ਕੋ ਟੂਲ ਤਾਂ ਸਾਰੇ ਹੁੰਦੇ ਹੀ ਸੀ ਉਹਦੇ ਕੋਲ, ਉਹ ਲੈ ਕੇ ਫਿਰਦਾ ਸੀ ਆਪਣੇ ਟੂਲ ਬਾਕਸ। ਕੀ ਹੋਇਆ ਜੀ, ਉਹਨੇ ਆਪਣਾ ਟੂਲ ਬਾਕਸ ਖੋਲਿਆ ਤੇ ਉਹਦੇ ਵਿੱਚੋਂ ਜਿਹੜਾ ਹੈ ਉਹਨੇ ਜਿਹੜਾ ਹੈ ਇੱਕ ਕੱਢਿਆ, ਉਹ ਜਿਹੜਾ ਲੰਮਾ ਜਿਹਾ ਹੁੰਦਾ ਹੈ, ਉਹਨੇ ਉਹਦੇ ਕੰਨ ਪਾੜ ਦਿੱਤੇ। ਕੰਨ ਪਾੜ ਕੇ ਵਿੱਚ ਕਾਂਟੇ ਪਾਤੇ, ਕਾਂਟੇ ਵੀ ਉਹਦੇ ਕੋਲ ਹੁੰਦੇ ਸਨ। ਹਾਂਜੀ, ਸੋ ਉਹ ਪਾ ਦਿੱਤੇ ਤੇ ਕਹਿੰਦੇ ਮੁੰਡਿਓ ਕੋ ਸਵਾਰ ਤਾਕੋ, ਉਹਦਾ ਸਾਰਾ ਹੀ ਸਿਰ ਮੁੰਨ ਦਿੱਤਾ ਜੀ, ਉਹਨੂੰ ਗੰਜਾ ਕਰਤਾ ਵਿਚਾਰੇ ਨੂੰ। ਤਬ ਹੂੰ ਕੋ ਭਇਓ ਸਿੱਧ ਭਸਮ ਲਗਾ ਬਈ। ਹਾਂ ਕਹਿੰਦੇ ਤਬ ਹੂੰ, ਕਹਿੰਦੇ ਉਦੋਂ ਦਾ ਤੂੰ ਸਿੱਧ ਬਣਿਆ ਹੋਇਆ ਹੈ ਤੇ ਗੋਰਖਨਾਥ ਨੇ ਸਵਾਹ ਲੈ ਕੇ ਤੇਰੇ ਸਾਡੇ ਬੋਡੀ ਤੇ ਮਲ ਦਿੱਤੀ। ਸੋਰਠਾ ਸੁਨ ਕਰ ਵਿਸਮੈ ਹੋਏ ਪਤੇ ਬਤਾਏ ਸਰਬ ਜਬ। ਜਦੋਂ ਸਾਰੀਆਂ ਗੱਲਾਂ ਮਹਾਰਾਜ ਨੇ ਇੰਨੀ ਡਿਟੇਲ ਨਾਲ ਦੱਸਿਆ ਹਨੀਫਾ ਨੂੰ, ਉਹ ਹੈਰਾਨ ਹੋ ਗਿਆ ਸੁਣ ਕੇ। ਭਰਮ ਹਿਰਦੇ ਤੇ ਖੋਏ ਜਾਣੇ ਸ੍ਰੀ ਅਵਤਾਰ ਹਰ। ਉਹਨੇ ਆਪਣੇ ਮਨ ਚ ਭਰਮ ਗਵਾ ਦਿੱਤਾ ਤੇ ਜਾਣਿਆ ਇਹ ਤਾਂ ਕੋਈ ਅਵਤਾਰ ਹੀ ਹੈ, ਪਰਮੇਸ਼ਰ ਹੈ। ਬਿਕੋਜ਼ ਇੱਥੇ ਉੱਥੇ ਜਾਂ ਗੋਰਖਨਾਥ ਸੀ ਜਾਂ ਹਨੀਫਾ ਸੀ ਤੇ ਜਾਂ ਉਹਨਾਂ ਦੇ ਚੇਲੇ ਸੀ, ਹੋਰ ਕੋਈ ਨਹੀਂ ਸੀ ਉੱਥੇ। ਤੇ ਕਹਿੰਦੇ ਗੁਰੂ ਨਾਨਕ ਨੂੰ ਕਿਵੇਂ ਪਤਾ ਲੱਗੀ ਇਹ ਗੱਲ? ਤੇ ਇਹ ਗੱਲ ਬਹੁਤ ਪੁਰਾਣੀ ਹੋਵੇਗੀ, ਕਈ 100 ਸਾਲ ਪਹਿਲਾਂ ਦੀ, ਕਿੰਨੇ 100 ਇਅਰਸ ਪਹਿਲਾਂ ਦੀ ਗੱਲ ਹੈ। ਕਹਿੰਦੇ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ? ਲੱਖ ਨੇ ਚ ਸਫਲ ਸਰੀਰ ਭਇਓ ਦਰਸ ਜਗ ਈਸ ਕੋ। ਜਗਤ ਤੇ ਈਸ, ਜਗ ਦੇ ਮਾਲਕ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕਰਕੇ, ਉਹਨਾਂ ਦੇ ਬਚਨ ਸੁਣ ਕੇ ਹਨੀਫਾ ਨੇ ਸੋਚਿਆ ਮੈਂ ਤਾਂ ਸਫਲ ਹੋ ਗਿਆ, ਮੇਰਾ ਸਰੀਰ ਅੱਜ ਸਫਲ ਹੋ ਗਿਆ। ਇਹਨੇ ਪਤੋ ਗਹੀਰ ਬਹੁਰ ਹਨੀਫਾ ਬੋਲਿਓ। ਤੇ ਹੋਰ ਵੀ ਪੱਤੇ ਲੈਣ ਵਾਸਤੇ, ਹੋਰ ਵੀ ਇਨ ਡੈਪ ਪਤਾ ਕਰਨ ਵਾਸਤੇ ਵੀ ਸੱਚਮੁੱਚ ਗੁਰੂ ਨਾਨਕ ਨੂੰ ਇਹ ਗੱਲ ਦਾ ਪਤਾ ਹੈ, ਉਹਨੂੰ ਹਜੇ ਸੱਚ ਲੱਗ ਨਹੀਂ ਰਿਹਾ। ਕਹਿੰਦਾ ਵੀ ਹੀ ਵਾਸ ਸਰਪ੍ਰਾਈਜ਼ਡ, ਇੰਨਾ ਸਰਪ੍ਰਾਈਜ਼ ਹੋਇਆ, ਉਹ ਕਹਿਣ ਲੱਗਾ ਵੀ ਸੱਚ ਹੈ। ਪਰ ਫਿਰ ਉਹ ਫਰਦਰ ਐਗਜ਼ਾਮਿਨ ਕਰਨ ਲੱਗਿਆ ਜੀ ਗੁਰੂ ਨਾਨਕ ਸਾਹਿਬ ਜੀ ਨੂੰ। ਦੋਹਰਾ ਕੌਣ ਥਾਨ ਮੁੰਡਿਓ ਮੁਝੈ ਸੋ ਤੁਮ ਦੇਹੋ ਬਤਾਏ। ਦੇਖੋ ਕਹਿੰਦਾ ਕਿਹੜੇ ਥਾਂ ਤੇ ਮੇਰਾ ਸਿਰ ਮੁੰਨਿਆ ਸੀ, ਮੈਨੂੰ ਕਿਹੜੇ ਥਾਂ ਤੇ ਬਿਠਾ ਕੇ ਮੈਨੂੰ ਗੰਜਾ ਕੀਤਾ ਸੀ ਗੋਰਖਨਾਥ ਨੇ। ਕਹਿੰਦਾ ਉਹ ਥਾਂ ਦਾ ਨਾਂ ਦੱਸੋ, ਦਾ ਪਾਰਟਿਕੂਲਰ ਪਲੇਸ ਉਹ ਦੱਸੋ ਜੀ। ਜਾਨੋ ਮੈਂ ਅਵਤਾਰ ਤਬ ਭਵ ਤਾਰਨ ਹਿਤ ਆਏ। ਹਾਂ, ਮੈਂ ਫੇਰ ਤੁਹਾਨੂੰ ਅਵਤਾਰ ਜਾਣਾਂਗਾ ਵੀ ਤੁਸੀਂ ਇਸ ਸੰਸਾਰ ਨੂੰ ਤਾਰਨ ਵਾਸਤੇ ਆਏ ਹੋ, ਤੁਸੀਂ ਉਹੀ ਨਾਨਕ ਹੋ ਜੋ ਪਵਿੱਤਰ ਪੁਰਾਣ ਵਿੱਚ ਲਿਖਿਆ ਹੋਇਆ ਹੈ। ਕਬਿਤ ਬੋਲੇ ਹੈ ਕਿਰਪਾਲ ਲੁੰਡੇ ਪੀਪਲ ਕੇ ਤਲੇ ਬੈਠ। ਮਹਾਰਾਜ ਕਹਿੰਦੇ ਉਹ ਲੁੰਡੇ ਪੀਪਲ ਦੇ ਥੱਲੇ ਬਹਿ ਕੇ ਤੈਨੂੰ ਮੁੰਨਿਆ ਸੀ। ਸੋ ਇਹ ਲੁੰਡੇ ਜਿਹੜਾ ਸ਼ਬਦ ਹੈ ਇਹਦੇ ਦੋ ਅਰਥ ਬਣਦੇ ਹਨ। ਇੱਕ ਤਾਂ ਇਹ ਆ ਜਿਹੜਾ ਲਹਿੰਦੇ ਵੱਲ, ਇਹ ਕਾਬੁਲ ਦੀ ਦਰਿਆ ਦੇ ਇੱਕ ਥਾਂ ਹੈ ਜੋ ਉਹਨਾਂ ਦੇ ਕੰਢੇ ਤੇ ਹੈ, ਜੋ ਕਾਬੁਲ ਦੀ ਨਦੀ ਹੈ ਉਹਦੇ ਕੰਢੇ ਤੇ ਇੱਕ ਥਾਂ ਹੈ ਜਿਹਨੂੰ ਲਹਿੰਦੇ ਕਹਿੰਦੇ ਹਨ, ਇਹ ਉਹ ਥਾਂ ਹੈ। ਦੂਸਰਾ ਇਹਦਾ ਜਿਹੜਾ ਬਣਦਾ ਹੈ ਅਰਥ, ਲੁੰਡੇ ਸਿੱਧਾ ਪੰਜਾਬੀ ਚ ਜੇ ਆਪਾਂ ਕਰੀਏ ਤਾਂ ਜਿਹੜਾ ਪਿੱਪਲ ਕੱਟਿਆ ਹੋਵੇ ਉਤੋਂ, ਉਹ ਲੁੰਡਾ ਹੁੰਦਾ ਹੈ। ਜਿਵੇਂ ਉੱਤੋਂ ਕੱਟਿਆ ਹੋਵੇ ਉਹਨੂੰ ਲੁੰਡੇ ਕਿਹਾ ਜਾਂਦਾ ਹੈ। ਕਹਿੰਦੇ ਉਹਦੇ ਥੱਲੇ ਬਿਠਾ ਕੇ ਤੈਨੂੰ ਮੁੰਨਿਆ ਗਿਆ ਸੀ ਤੂੰ। ਮੁੰਡ ਤੇਰੋ ਮੁੰਡ ਸੰਗ ਲੀਨੋ ਹੈ ਰਲਾਇਕਾ। ਤੇਰਾ ਸਿਰ ਉੱਥੇ ਮੁੰਨ ਕਰਕੇ, ਤੇਰਾ ਮੁੰਡ ਮੁੰਡਾ ਕੇ, ਕਹਿੰਦੇ ਫੇਰ ਤੈਨੂੰ ਉਹ ਗੋਰਖਨਾਥ ਨੇ ਆਪਣੇ ਪੰਥ ਵਿੱਚ ਮਿਲਾਇਆ। ਰਾਜ ਦੇਸ ਕੋਸ ਦਾਸੀ ਦਾਸ ਸੁਤ ਨਾਰੀ ਸੈਨਾ। ਦੇਖੋ ਤੇਰਾ ਰਾਜ, ਤੇਰਾ ਦੇਸ਼, ਤੇਰੇ ਖਜ਼ਾਨੇ, ਤੇਰੀਆਂ ਦਾਸੀਆਂ, ਤੇਰੇ ਦਾਸ, ਤੇਰਾ ਪੁੱਤਰ, ਤੇਰੀ ਇਸਤਰੀ, ਤੇਰੀ ਸੈਨਾ, ਤੇਰੀ ਆਮੀ, ਸਭ ਕੁਝ। ਛੋੜ ਦੀਨੀ ਸੋਜ ਨਹਿ ਲੀਨੀ ਸੁਧ ਜਾਏ ਕੈ। ਦੇਖੋ ਸਭ ਕੁਝ ਤੂੰ ਛੱਡ ਦਿੱਤਾ, ਸਭ ਸਮੱਗਰੀ ਤੂੰ ਛੱਡ ਕੇ ਨੇ ਲੀਨੀ, ਤੂੰ ਕਿਤੇ ਉਹਨਾਂ ਦੀ ਖਬਰ ਵੀ ਨਹੀਂ ਲਈ। ਜਸਟ ਇਮੇਜਿਨ, ਇਹ ਘਰੋਂ ਨਿਕਲਿਆ ਸੀ ਸਵੇਰੇ ਹੰਟਿੰਗ ਕਰਨ ਵਾਸਤੇ, ਮੁੜਦਾ ਹੋਇਆ ਵਿਚਾਰਾ ਗੋਰਖਨਾਥ ਨੂੰ ਮਿਲ ਕੇ ਯੋਗੀ ਬਣ ਗਿਆ, ਘਰ ਨੂੰ ਮੁੜ ਕੇ ਗਿਆ ਹੀ ਨਹੀਂ। ਸੋ ਦ ਪੀਪਲ ਐਟ ਹੋਮ ਦੇ ਡਜ਼ਨਟ ਨੋ ਵੈਦਰ ਹੀ ਇਜ਼ ਅਲਾਈਵ ਔਰ ਨਾਟ ਅਲਾਈਵ। ਘਰ ਤਾਂ ਜਾ ਕੇ ਦੱਸਿਆ ਵੀ ਨਹੀਂ ਕਿਸੇ ਨੇ ਵੀ ਮੈਂ ਚੱਲਿਆ ਜੀ ਹੁਣ, ਜਾਂ ਹੋਰ ਕਿਸੇ ਨੂੰ ਕੁਝ ਨਹੀਂ ਪਤਾ। ਉਹਨਾਂ ਵਾਸਤੇ ਇਹ ਜਿਹੜਾ ਸੀਗਾ ਲਾਪਤਾ ਹੋ ਗਿਆ। ਜੇ ਅੱਜ ਕੱਲ ਇੰਸ਼ੋਰੈਂਸ ਹੁੰਦੀ 7 ਸਾਲ ਇੰਸ਼ੋਰੈਂਸ ਹੀ ਨਹੀਂ ਮਿਲਣੀ ਸੀ। ਹਾਂਜੀ ਫਿਰ ਐਸੇ ਸੁਨ ਬੈਨ ਗੁਣ ਐਨ ਕੇ ਪੀ ਚੈਨ ਮਨ। ਹਾਂ ਕਹਿੰਦੇ ਐਸੇ ਸੁਣ ਬੈਨ, ਐਸੇ ਬਚਨ ਇਹ ਸੁਣ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਨੀਫਾ ਨੇ ਐਨ ਕੋ ਪੀ ਚੈਨ, ਕਹਿਣਗੇ ਚੈਨ ਆ ਗਿਆ, ਤਸੱਲੀ ਹੋ ਗਈ
ਵੀ ਸੱਚਮੁੱਚ ਇਹ ਪਰਮਾਤਮਾ ਹੀ ਹਨ ਬੰਦੇ ਗੱਤ ਦੈਨ ਪਦ ਦੋਨੋਂ ਸੀਸ ਨਾਇਕ ਕਿ ਹੈ ਹੱਥ ਬਨ ਕੇ ਗੱਤ ਦੇਣ ਵਾਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਚਰਨੀ ਪੈ ਗਿਆ ਮਹਾਰਾਜ ਨੂੰ ਮੱਥਾ ਟੇਕਿਆ ਹਨੀਫਾ ਨੇ ਕੀਨ ਨੇ ਜ ਜਾਨ ਕੀਨੋ ਮੇਰ ਕੋ ਭਿਆਨ ਫਿਰ ਵਾਪਸ ਚਲਿਆ ਗਿਆ ਜੀ ਸੁਮੇਰ ਤੇ ਜਿੱਥੇ ਉਹਨਾਂ ਦੀ ਮੀਟਿੰਗ ਹੁੰਦੀ ਤੇ ਹੈ ਬਚਨ ਬਖਾਨ ਗਇਓ ਹਿਰਦੇ ਸੁਖ ਪਾਏ ਕੈ ਨਿੱਕੇ ਬਚਨ ਬਖਾਨ ਨਿੱਕੇ ਬਚਨ ਬਲਾਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਇਹ ਚਲੇ ਗਿਆ ਉੱਥੇ ਜਾ ਕੇ ਵੀ ਨੇ ਚੰਗੇ ਬਚਨ ਕੀਤੇ ਦੋਹਰਾ ਗੋਰਖ ਕੇ ਟਿਕ ਜਾਏ ਕੈ ਉਸਤਤ ਕੀਨ ਬਖਾਨਾ ਜਾ ਕੇ ਗੋਰਖਨਾਥ ਕੋਲ ਬਹਿ ਗਿਆ ਗੋਰਖਨਾਥ ਨੂੰ ਚੰਗੀ ਤਰ੍ਹਾਂ ਮਹਾਰਾਜ ਦੀ ਉਸਤਤ ਸੁਣਾਈ ਜੀ ਜੋ ਨਹੀਂ ਸੁਣਨਾ ਚਾਹੁੰਦਾ ਕਲਾਵਾਨ ਸਰਬੱਗ ਸੋ ਮਹਿਮਾ ਜਾਹੇ ਮਹਾਨਾ ਕਹਿੰਦੇ ਗੋਰਖਨਾਥ ਉਹ ਕਲਾਵਾਨ ਹੈ ਉਹ ਸ਼ਕਤੀਆਂ ਦਾ ਮਾਲਕ ਹੈ ਮਹਾਰਾਜ ਕਹਿੰਦੇ ਉਹ ਸਰਬੱਗ ਹੈ ਹੀ ਇਜ਼ ਕੈਪੇਬਲ ਆਫ ਡੂਇੰਗ ਐਨੀਥਿੰਗ ਐਵਰੀਥਿੰਗ ਕਹਿੰਦੇ ਹੀ ਨੋਸ ਐਵਰੀਥਿੰਗ ਸੋ ਕਹਿੰਦੇ ਮਹਿਮਾ ਜਾਹਿਮਾ ਉਹਨਾਂ ਦੀ ਮਹਿਮਾ ਪ੍ਰੇਜ਼ ਵੱਡੀ ਤੋਂ ਵੱਡੀ ਹੈ ਉਹ ਤਾਂ ਬਹੁਤ ਵੱਡੇ ਨੇ ਕਬਿਤ ਗੋਰਖ ਬੁਲਾਏ ਸਿੱਧ ਭੂਤ ਵੇ ਸੁਨਾਏ ਕਹਿਓ ਕਹਿਣ ਲੱਗੇ ਉਸ ਵੇਲੇ ਉਹਨੇ ਗੋਰਖ ਨੇ ਇੱਕ ਹੋਰ ਸਿੱਧ ਸੁਣ ਲਿਆ ਉਹ ਗੋਰਖ ਨੇ ਸੁਣਿਆ ਨਾ ਜਿਵੇਂ ਨਹੀਂ ਸੁਣਨਾ ਚਾਹੁੰਦਾ ਨਾ ਉਹਨੇ ਜਿਵੇਂ ਜਿਹੜਾ ਕਹਿੰਦੇ ਹਾਂ ਮਿਕ ਡੋਨੋ ਜਾ ਕੀਤਾ ਜੀ ਔਰ ਜਿਵੇਂ ਮੈਨੂੰ ਪਤਾ ਨਹੀਂ ਹੁੰਦਾ ਤੂੰ ਦੱਸਿਆ ਕਿ ਨੇ ਮੈਨੂੰ ਨਹੀਂ ਦੱਸਿਆ ਇਸ ਤਰ੍ਹਾਂ ਕਰਕੇ ਉਹਨੇ ਜਿਹੜੇ ਰੋਲ ਦਿੱਤੀ ਜੀ ਗੱਲ ਹਨੀਫਾ ਆਪਣੀ ਮੌਜ ਵਿੱਚ ਬਹਿ ਗਿਆ ਸਮਾਧੀ ਵਿੱਚ ਤੇ ਇਹਨੇ ਇੱਕ ਹੋਰ ਸਿੱਧ ਸੱਦ ਲਿਆ ਗੋਰਖਨਾਥ ਨੇ ਉਹਦਾ ਨਾਂ ਸੀ ਭੂਤਵੇ ਉਹਦਾ ਨਾਂ ਵੀ ਭੂਤਵੇ ਸੀਗਾ ਹੁਣ ਭੂਤਵੇ ਸੱਦ ਲਿਆ ਜੀ ਉੱਥੇ ਤਾਕੋ ਸਮਝਾਏ ਉਪਦੇਸ਼ ਦੇ ਹੋ ਜਾਈਏ ਹਾਂ ਉਹ ਭੂਤਵੇ ਨੂੰ ਕਹਿੰਦਾ ਜਾ ਕੇ ਨਾਨਕ ਨੂੰ ਸਮਝਾ ਉਹਨੂੰ ਉਪਦੇਸ਼ ਦੇ ਆਵਾ ਸੁਨਤਾਏ ਗੁਰੂ ਨਾਨਕ ਸੁਹਾਏ ਜਹੈ ਜਿੱਥੇ ਗੁਰੂ ਨਾਨਕ ਮਹਾਰਾਜ ਸੋਭਾ ਪਾ ਰਹੇ ਸਨ ਉੱਥੇ ਚੱਲ ਕੇ ਆ ਗਿਆ ਭੂਤਵੇ ਬਚਨ ਅਲਾਏ ਬਾਲੇ ਹੱਠ ਕੋ ਗਵਈਏ ਆ ਕੇ ਕਹਿੰਦਾ ਬਾਲੇ ਆਪਣਾ ਢੀਠਪਣਾ ਛੱਡ ਲੈਟ ਗੋ ਯੋਰ ਸਟਬਨੈਸ ਕਮ ਇਨਟੂ ਆਵਰ ਪੰਥ ਹਾਂਜੀ ਫਿਰ ਚਰਨ ਲਗਾਏ ਗੁਰੂ ਗੋਰਖ ਕਰਾਏ ਤੇਰੋ ਹਾਂ ਜਾ ਤੂੰ ਜਾ ਕੇ ਚਰਨ ਫੜ ਲਾ ਗੋਰਖਨਾਥ ਦੇ ਤੇ ਕਹਿੰਦਾ ਆਪਣੇ ਗੋਰਖਨਾਥ ਨੂੰ ਆਪਣਾ ਗੁਰੂ ਕਰ ਲਾ ਹੁਣ ਮਰਨ ਮਿਟਾਏ ਐਸੇ ਪਦ ਕਿਉਂ ਨਾ ਪਾਈਏ ਕਹਿੰਦੇ ਕਿ ਜਿਹੜਾ ਪੰਥ ਯੋਗ ਵਿੱਚ ਪੈ ਕੇ ਤੇਰੀ ਮੌਤ ਨਹੀਂ ਹੋਣੀ ਉਹ ਪੰਥ ਤੂੰ ਕਿਉਂ ਨਹੀਂ ਲੈ ਰਿਹਾ ਵਾਈ ਆਰ ਯੂ ਟੇਕਿੰਗ ਇਟ ਕਹਿੰਦਾ ਇੰਨਾ ਸੋਹਣਾ ਤੈਨੂੰ ਡੀਲ ਮਿਲ ਰਿਹਾ ਹੈ ਇੱਥੇ ਜਿਹੜਾ ਕਿ ਲੋਕਾਂ ਨੂੰ ਆਮ ਕਰਕੇ ਨਿਊ ਈਅਰ ਤੇ ਮਿਲਦਾ ਹੈ ਕ੍ਰਿਸਮਸ ਦੇ ਵੇਲੇ ਮਿਲਦਾ ਹੈ ਈਸਟਰ ਤੇ ਮਿਲਦਾ ਹੈ ਹਾਂਜੀ ਜਿਹੜਾ ਹੈ ਕਹਿੰਦਾ ਇੰਨਾ ਚੰਗਾ ਤੈਨੂੰ ਆਫਰਿੰਗ ਮਿਲ ਰਿਹਾ ਹੈ ਜਿਵੇਂ ਲੋਕਾਂ ਨੂੰ ਡਿਸਕਾਊਂਟ ਮਿਲਦਾ ਹੁੰਦਾ ਹੈ ਕਹਿੰਦਾ ਤੈਨੂੰ ਵੀ ਮਿਲ ਰਿਹਾ ਹੈ ਤੂੰ ਅਮਰ ਹੋ ਜਾਏਗਾ ਪਹੁੰਚਿਓ ਤੂੰ ਆਏ ਨਾ ਛੂਛਾ ਹਟ ਜਾਏ ਅਬ ਹਾਂ ਕਹਿਣ ਲੱਗੇ ਪਹੁੰਚਿਓ ਤੂੰ ਆਏ ਆ ਤਾਂ ਗਿਆ ਤੂੰ ਪਹੁੰਚ ਗਿਆ ਇੱਥੋਂ ਤੱਕ ਪਰ ਕਹਿੰਦਾ ਖਾਲੀ ਕਿਉਂ ਮੁੜਨਾ ਇੰਨੀ ਦੂਰ ਆ ਗਿਆ ਇੰਨੀ ਐਫਰਟ ਲਾਈ ਆ ਹੁਣ ਤੂੰ ਗੁਰੂ ਬਣਾ ਕੇ ਜਾਣਾ ਗੋਰਖਨਾਥ ਨੂੰ ਜਾਂ ਤੇ ਕਹੋ ਤੋਹੇ ਜੀਏ ਹੋਏ ਕੋ ਸੁਣਾਈਏ ਹਾਂ ਕਹਿੰਦੇ ਜਾਂ ਤੇ ਕਹੋ ਤੋਹੇ ਕਹਿਣ ਲੱਗੇ ਜਾਂ ਫਿਰ ਮੈਂ ਤੈਨੂੰ ਕਹਿੰਦਾ ਹਾਂ ਜੀ ਹੋਏ ਕੋ ਸੁਣਾਈਏ ਕਹਿਣ ਲੱਗੇ ਫੇਰ ਤੂੰ ਦੱਸ ਤੇਰੀ ਕੀ ਮਰਜ਼ੀ ਹੈ ਜਾਂ ਫਿਰ ਤੂੰ ਦੱਸ ਦੇ ਗੁਰੂ ਨਾਨਕ ਸਾਹਿਬ ਨੂੰ ਤੂੰ ਕੀ ਕਰਨਾ ਚਾਹੁੰਦਾ ਹੈ ਸ੍ਰੀ ਗੁਰੂ ਕਹਿਤ ਬੈਨ ਛੂਛਾ ਸੋ ਰਹਿਤ ਜੋ ਨਾਮ ਨਾ ਜਪਤ ਕਹਿਣ ਲੱਗੇ ਛੂਛਾ ਖਾਲੀ ਉਹ ਬੰਦਾ ਰਹਿ ਜਾਂਦਾ ਹੈ ਉਹ ਖਾਲੀ ਹੁੰਦਾ ਉਹ ਐਮਟੀ ਹੁੰਦਾ ਹੈ ਜਿਹੜਾ ਦੁੱਖ ਪਾਏ ਜਮ ਤਰਾਸ ਜੋ ਨਾਮ ਨਾ ਜਪਤ ਹਾਂ ਜਿਹੜਾ ਨਾਮ ਨਹੀਂ ਜਪਦਾ ਦੁੱਖ ਪਾਏ ਜਮ ਤਰਾਸ ਕੋ ਉਹ ਦੁੱਖ ਪਾਉਂਦਾ ਹੈ ਉਹਨੂੰ ਸਾਰੇ ਦੁੱਖ ਮਿਲਦੇ ਹਨ ਜਿਹੜਾ ਨਾਮ ਤੋਂ ਰਹਿਤ ਹੋ ਜਾਂਦਾ ਹੈ ਮਾਨ ਕੋ ਮਿਟਾਏ ਸਭੈ ਚਰਨ ਲਗਾਏ ਅਬ ਕਹਿਣਗੇ ਮਾਨ ਕੋ ਮਿਟਾਏ ਕਹਿਣਗੇ ਜਿਹੜੇ ਹਨ ਮਾਨ ਕੋ ਮਿਟਾਏ ਮੈਂ ਤੁਹਾਡਾ ਮਾਨ ਮਿਟਾਉਣ ਵਾਸਤੇ ਆਇਆ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਂ ਗੋਰਖਨਾਥ ਦੇ ਚਰਨੀ ਪਕੜਨ ਆਇਆ ਤੁਹਾਨੂੰ ਮੇਰੇ ਪੜੋ ਫੜਾਉਣ ਆਇਆ ਵੀ ਫੜ ਲਓ ਹੁਣ ਨਹੀਂ ਹਟ ਜਾਹੇ ਹਮ ਆਵੇ ਤੁਮ ਪਾਸ ਕੋ ਮੈਂ ਨਹੀਂ ਹਟਣ ਵਾਲਾ ਮੈਂ ਆ ਰਿਹਾ ਜੀ ਤੁਹਾਡੇ ਕੋਲ ਤੁਸੀਂ ਤਿਆਰ ਹੋ ਬਸ ਮੈਂ ਆ ਰਿਹਾ ਬਸ ਮੈਂ ਆਵਾਂਗਾ ਹੌਲੀ ਹੌਲੀ ਜਿਹੜਾ ਹੈ ਵਿਜ਼ਿਟਿੰਗ ਚੰਗੀ ਤਰ੍ਹਾਂ ਕਰਕੇ ਸਾਈਟ ਸੀਇੰਗ ਕਰਕੇ ਮੈਂ ਫਿਰ ਆਵਾਂਗਾ ਜਨਮ ਮਰਨ ਕੋ ਅੰਤ ਕ ਮਨ ਮਾਨੇ ਸੋ ਹਾਂ ਕਹਿਣਗੇ ਜਨਮ ਮਰਨ ਦਾ ਜਿਹੜਾ ਡਰ ਹੈ ਇਹ ਮਨ ਮਾਨੈ ਸੋ ਮੈਂ ਜਿਹੜਾ ਮਨ ਵਿੱਚ ਤੁਸੀਂ ਮੰਨਿਆ ਹੋਇਆ ਡਰ ਨਾ ਤਾਂ ਹੀ ਤਾਂ ਤੁਸੀਂ ਕਹੀ ਜਾਂਦੇ ਮੁੜ ਕੇ ਤੂੰ ਮਰੇਗਾ ਨਹੀਂ ਮਰੇਗਾ ਮਤਲਬ ਇਹ ਡਰ ਤੁਹਾਡੇ ਮਨ 'ਚ ਹੈਗਾ ਨਾ ਅਜੇ ਜੇ ਯੋਗ ਧਾਰਨ ਕਰ ਲਿਆ ਤਾਂ ਤੁਹਾਨੂੰ ਮੌਤ ਦਾ ਪਤਾ ਹੀ ਨਹੀਂ ਹੋਣਾ ਚਾਹੀਦਾ ਜਿਹੜੀ ਵਸਤੂ ਮਿਟ ਜਾਵੇ ਨਾ ਉਹਦੇ ਬਾਰੇ ਆਪਾਂ ਸੋਚਦੇ ਹੀ ਨਹੀਂ ਪਰ ਜੇ ਤੁਸੀਂ ਸੋਚ ਰਹੇ ਹੋ ਮਤਲਬ ਹਜੇ ਵੀ ਤੁਹਾਡੇ ਵਿੱਚ ਉਹ ਡਰ ਲੱਗਿਆ ਹੋਇਆ ਹੈ ਦੇਹ ਵਿਖੇ ਹੰਤਾ ਅਤ ਧਾਰਿਓ ਅਭਿਆਸ ਕੋ ਹਾਂ ਕਹਿਣ ਲੱਗੇ ਦੇਹ ਵਿਖੇ ਹੰਤਾ ਇਹ ਜਿਹੜੀ ਹੈ ਇਹ ਮੌਤ ਦਾ ਡਰ ਕਿਉਂ ਹੁੰਦਾ ਹੈ ਕਿਉਂ ਨਹੀਂ ਜਾਂਦਾ ਕਿਉਂਕਿ ਬੰਦਾ ਹੰਕਾਰ ਰੱਖਦਾ ਆਪਣੀ ਬਾਡੀ ਤੇ ਇਹ ਬਾਡੀ ਨੂੰ ਆਪਣੀ ਕਰਕੇ ਜਾਣਦਾ ਹੈ ਇਸ ਕਰਕੇ ਰੰਚਕ ਸਨੇਹ ਗਿਆਨੀ ਕਰੇ ਨਾ ਹੈ ਦੇਹ ਵਿਖੇ ਹਾਂ ਕਹਿਣ ਲੱਗੇ ਜਿਹੜਾ ਗਿਆਨੀ ਬੰਦਾ ਹੁੰਦਾ ਉਹ ਤਾਂ ਇਹ ਦੇਹ ਨਾਲ ਥੋੜਾ ਬਹੁਤਾ ਵੀ ਨਹੀਂ ਪਿਆਰ ਕਰਦਾ ਮੋਹ ਨਹੀਂ ਕਰਦਾ ਉਹਨੂੰ ਕੀ ਪਰਵਾਹ ਮਰੇ ਤਾਂ ਜੀਵੇ ਇਹ ਬਾਡੀ ਰਵੇ ਨਾ ਰਵੇ ਉਹਨੂੰ ਕੀ ਫਰਕ ਪੈਂਦਾ ਹੈ ਤੁਹਾਨੂੰ ਤਾਂ ਬੜਾ ਫਰਕ ਪੈ ਰਿਹਾ ਤੁਸੀਂ ਕਹਿੰਦੇ ਬਾਡੀ ਵੀ ਰੱਖਣੀ ਆ ਬੁੱਢੇ ਵੀ ਨਹੀਂ ਹੋਣਾ ਹੈ ਇਹ ਬਾਡੀ ਹਮੇਸ਼ਾ ਵਾਸਤੇ ਹੋਵੇ ਕਹਿੰਦੇ ਫੇਰ ਤਾਂ ਤੁਸੀਂ ਗਿਆਨੀ ਨਾ ਹੋਏ ਗਿਆਨੀ ਤਾਂ ਉਹ ਜਿਹੜਾ ਪਰਵਾਹ ਨਹੀਂ ਕਰਦਾ ਆਪਣੀ ਬਾਡੀ ਦੀ ਤੇ ਹਰਖ ਨਹੀਂ ਸੋਖ ਨਾ ਵਿਨਾਸ਼ ਕੋ ਹਾਂ ਕਹਿਣ ਲੱਗੇ ਉਹਨੂੰ ਇਹ ਬਾਡੀ ਰੱਖਣ ਵਿੱਚ ਕੋਈ ਖੁਸ਼ੀ ਨਹੀਂ
ਇਹਨੂੰ ਮੁਕਾਉਣ ਵਿੱਚ ਕੋਈ ਉਹਨੂੰ ਰੋਸ ਨਹੀਂ, ਉਹਨਾਂ ਨੂੰ ਕੋਈ ਦੁੱਖ ਨਹੀਂ ਹੁੰਦਾ, ਉਹ ਗਿਆਨੀ ਹਨ। ਦੋਹਰਾ ਸੁਨ ਕੇ ਜਾਣੇ ਗਿਆਨ ਘਨ ਗਮਨਿਓ ਨਿਜ ਅਸਥਾਨ। ਉਹ ਤਾਂ ਉਹਨੇ ਤਾਂ ਜਾਣਿਆ ਇਹ ਤਾਂ ਗਿਆਨ ਦਾ ਬੱਦਲ ਹੈ, ਮਾੜਾ ਜਿਹਾ ਛੇੜਿਆ ਉਹਦੇ ਵਰਸਣ ਲੱਗ ਗਿਆ। ਕਹਿੰਦਾ ਉਹ ਤਾਂ ਜਿਹੜਾ ਹੈ ਛੱਡ ਕੇ ਭੱਜ ਗਿਆ ਜੀ। ਇਹ ਜਿਹੜਾ ਭੂਤ ਤੇ ਸੀਗਾ ਇਹ ਚਲਿਆ ਗਿਆ ਜੀ ਵਾਪਸ। ਗੋਰਖ ਕੇ ਟਿਕ ਬੈਠ ਕੇ ਕੀਨ ਬ੍ਰਿਤਾਂਤ ਬਖਾਨ। ਹਾਂ, ਭੂਤਵੇ ਨੇ ਜਾ ਕੇ ਗੋਰਖਨਾਥ ਨੂੰ ਜਾ ਕੇ ਦੱਸੇ ਜੀ, ਸਾਰੀ ਗੱਲ ਦੱਸੀ ਉਸਨੂੰ। ਤੇ ਤੂਸਨ ਕਰਵਾਏ ਕੈ ਗੋਰਖ ਆਇਸ ਦੀਨ। ਹੁਣ ਚੁੱਪ ਕਰਾਤਾ, ਚੁੱਪ ਕਰ ਭੂਤਵੇ ਨੂੰ। ਗੋਰਖ ਕਹਿੰਦਾ ਬੋਲਣਾ, ਕੋਈ ਸੁਣ ਨਾ ਲਵੇ, ਚੁੱਪ ਕਰ। ਹਾਂਜੀ, ਫਿਰ ਗੋਰਖਨਾਥ ਨੇ ਆਗਿਆ ਕੀਤੀ। ਹੈ ਕੋ ਸਿੱਧ ਸਮਰੱਥ ਜੋ ਜੀਤ ਹੈ ਬਚਨ ਪ੍ਰਬੀਨ। ਹਾਂ, ਕਹਿਣ ਲੱਗੇ, ਫਿਰ ਉਹਨੇ ਅਨਾਉਂਸ ਕਰਤਾ ਹੋਰ ਕੋਈ ਸਿੱਧ ਹੈ ਜਿਹੜਾ ਕਿ ਉਹਨੂੰ ਜਾ ਕੇ ਚੈਲੰਜ ਕਰੇ। ਹੁਣ ਜੀ ਹਟਦਾ ਨਹੀਂ ਜੀ ਗੋਰਖਨਾਥ। ਫਿਰ ਚਰਪਟ ਕਰ ਔਰ ਤਮਕ ਕੋ ਆਵਾ ਗੁਰ ਕੇ ਪਾਸ। ਹੁਣ ਆਇਆ ਜੀ ਇੱਕ ਯੋਗੀ, ਇਹਦਾ ਨਾਂ ਹੈ ਚਰਪਟ। ਚਰਪਟ ਇਸਦਾ ਨਾਂ ਹੈ। ਸੋਹਣਾ ਨਾਂ ਵੀ ਬੜਾ ਸੋਹਣਾ ਹੈ, ਐਂ ਲੱਗਦਾ ਜਿਵੇਂ ਕੋਈ ਮਸਾਲੇ ਦਾ ਨਾਂ ਹੁੰਦਾ, ਪਰ ਕੋਈ ਚਰਪਟ। ਕਹਿੰਦੇ ਚਰਪਟ ਜਿਹੜਾ ਹੈ ਉੱਠਿਆ ਜੀ ਬੜੇ ਖੁਣਸ ਜਿਹੇ ਖਾ ਕੇ, ਕਹਿੰਦਾ ਹਾਂ ਮੈਂ ਹੈਗਾ ਜੀ। ਫਿਰ ਬੈਠਿਓ ਤਬਹਿ ਸਮੀਪ ਹੋਇਆ ਕੀਨੇ ਬਚਨ ਪ੍ਰਕਾਸ਼। ਉਹ ਆ ਕੇ ਕੋਲੇ ਬਹਿ ਗਿਆ ਗੋਰਖਨਾਥ ਜੀ, ਕਹਿੰਦਾ ਹਾਂਜੀ ਦੱਸੋ ਜੀ ਕੀ ਹੁਕਮ ਹੈ ਜੀ। ਫਿਰ ਸਵਈਆ ਆਸਨ ਬੈਸਨ ਹੈ ਕਿਹ ਠਾਂ। ਤੇ ਆ ਕੇ ਗੁਰੂ ਨਾਨਕ ਸਾਹਿਬ ਜੀ ਕੋਲ ਆ ਗਿਆ, ਤੇ ਆ ਕਰਕੇ ਕੁਝ ਨਹੀਂ ਕਿਹਾ, ਆ ਕੇ ਜਿਹੜਾ ਕੋਲ ਬਹਿ ਗਿਆ, ਬਹਿ ਕੇ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਨੂੰ, ਆਸਨ ਬੈਸਨ ਹੈ ਕਿ ਭਾਈ ਤੂੰ ਕਿੱਥੇ ਰਹਿਣ ਵਾਲਾ ਹੈ, ਤੇਰਾ ਕਿੱਥੇ ਤੂੰ ਰਹਿੰਦਾ, ਤੇਰਾ ਘਰ ਘੁਰ ਕਿੱਥੇ ਹੈ। ਤਬ ਭੋਜਨ ਕੌਣ ਅਚੋ ਜੋ ਆਧਾਰਾ। ਕਹਿੰਦਾ ਫਿਰ ਤੂੰ ਖਾਣਾ ਕਿਹੜਾ ਖਾਂਦਾ ਹੈ। ਉਹ ਡਾਇਟਰੀ ਵੀ ਪੁੱਛਦਾ ਵਿਚਾਰਾ ਆ ਕੇ। ਹਾਂਜੀ, ਚਰਪਟ। ਹਾਂਜੀ, ਇਹਦਾ ਨਾਂ ਵੀ ਚੂਰਨ ਵਰਗਾ ਹੈ ਤੇ ਗੱਲਾਂ ਵੀ ਹੋ ਜਿਹਾ ਕਰਦਾ ਹੈ। ਕਹਿੰਦਾ ਅਚੋ ਜੋ ਆਧਾਰਾ, ਕਹਿੰਦਾ ਤੂੰ ਕੀ ਖਾ ਰਿਹਾ ਜਿਹਦੇ ਕਰਕੇ ਤੂੰ ਆਪਣੀ ਬੋਡੀ ਨੂੰ ਸਸਟੇਨ ਕਰ ਰਿਹਾ। ਮੈਨੂੰ ਲੱਗਦਾ ਮਹਾਰਾਜ ਬਹੁਤ ਫਿੱਟ ਸੀਗੇ, ਉਹਨੂੰ ਮਹਾਰਾਜ ਦੀ ਡਾਇਟਰੀ ਦਾ ਲੱਗਿਆ ਵੀ ਮੈਂ ਵੀ ਇਹ ਫੋਲੋ ਕਰ ਲਵਾਂ, ਮੇਰਾ ਸਰੀਰ ਵੀ ਸੋਹਣਾ ਹੋ ਜਾਏਗਾ। ਹਾਂਜੀ, ਤੇ ਪੁੱਛਦਾ ਹੈ ਕੀ ਖਾਂਦੇ ਹੋ, ਹਾਂਜੀ ਕੀ ਤੁਹਾਡਾ ਆਧਾਰ ਹੈ, ਕਿਹੜੀਆਂ ਨਿਊਟ੍ਰੀਸ਼ਨ ਖਾਂਦੇ ਹੋ। ਸੇਜ ਡਸਾਏ ਕਹਾ ਵਿਸਰਾਮ ਕੀ। ਹਾਂ, ਕਹਿੰਦੇ ਤੁਸੀਂ ਆਰਾਮ ਕਿੱਥੇ ਕਰਦੇ ਹੋ। ਹਾਂਜੀ, ਇੱਥੇ ਥੋੜਾ ਕੋਈ ਰਹਿਣ ਰੂਣ ਦਾ ਥਾਂ ਹੈਗਾ ਜਿੱਥੇ ਤੁਸੀਂ ਰਿਲੈਕਸ ਕਰਦੇ ਹੋ ਜਾਂ ਰਹਿੰਦੇ ਹੋ। ਕੌਣ ਦਕੂਲ ਸਰੀਰ ਪੈ ਧਾਰਾ। ਹਾਂ, ਕਹਿੰਦੇ ਫਿਰ ਜਿਹੜੇ ਕੱਪੜੇ ਤੁਸੀਂ ਆਪਣੇ ਸਰੀਰ ਤੇ ਪਾਉਂਦੇ, ਕਿਹੜੇ ਤਰ੍ਹਾਂ ਦੇ ਕੱਪੜੇ ਪਾਉਂਦੇ ਆ। ਅੱਜ ਕੱਲ੍ਹ ਆਪਾਂ ਪੁੱਛਦੇ ਹਾਂ ਵਿਚ ਬ੍ਰਾਂਡ। ਹਾਂਜੀ, ਅੱਗੇ ਪੁੱਛਿਆ ਜਾਂਦਾ ਸੀ ਵੀ ਕਿਹੜੇ ਕੱਪੜੇ ਪਾਉਂਦੇ ਹੋ। ਹਾਂਜੀ, ਕਿਹੋ ਜਿਹੇ ਕੱਪੜੇ ਪਾਉਂਦੇ ਹੋ। ਆਸਨ ਬੈਸਨ ਦੇਖ ਕੇ ਭੀਤਰ। ਹਾਂ, ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਇਹ ਗੱਲਾਂ ਸੁਣ ਕੇ ਨਾ ਚਰਪਟ ਦੀਆਂ, ਮਹਾਰਾਜ ਕਹਿੰਦੇ ਆਸਨ ਬੈਸਨ ਦੇਹ ਕੋ ਭੀਤਰ, ਜਿਹੜਾ ਵੀ ਆਸਨ ਹੈ ਉਹ ਆਸਨ ਉੱਤੇ ਬਹਿਣ ਵਾਲਾ ਪਰਮੇਸ਼ਰ ਮੇਰੇ ਅੰਦਰ ਹੀ ਹੈ, ਸਭ ਕੁਝ ਮੇਰੇ ਅੰਦਰ ਵਰਤਦਾ ਹੈ। ਨਾਮ ਸੋ ਭੋਜਨ ਜਾਨ ਹਮਾਰਾ। ਮੈਂ ਭੋਜਨ ਕਿਹੜਾ ਖਾਂਦਾ, ਨਾਮ ਦਾ। ਪਰਮੇਸ਼ਰ ਦਾ ਨਾਮ ਹੀ ਮੇਰਾ ਭੋਜਨ ਹੈ, ਮੇਰਾ ਖਾਣਾ ਹੈ। ਚੀਰ ਖਿਮਾ ਤਨ ਪੈ ਪਹਿਰੇ। ਮੇਰੇ ਸਰੀਰ ਦੇ ਉੱਤੇ ਕਿਹੜੇ ਕੱਪੜੇ ਪਹਿਨੇ ਹੋਏ ਹਨ, ਖਿਮਾ ਦੇ, ਫੋਰਗਿਵਨੈਸ, ਇਹ ਕੱਪੜੇ ਮੈਂ ਪਹਿਨ ਕੇ ਰੱਖਦਾ ਹਾਂ। ਸੁਠ ਸੇਜ ਡਸੀ ਦਸਵੇਂ ਬਰ ਦੁਆਰਾ। ਤੇ ਮੈਂ ਰਹਿੰਦਾ ਕਿੱਥੇ ਹਾਂ, ਆਰਾਮ ਕਿੱਥੇ, ਕਹਿੰਦਾ 10ਵੇਂ ਦੁਆਰ ਵਿੱਚ। ਉੱਥੇ 10ਵੇਂ ਦੁਆਰ ਵਿੱਚ ਜਾ ਕੇ ਮੈਂ ਆਰਾਮ ਕਰ ਲੈਂਦਾ ਜਦੋਂ ਕਰਨਾ ਹੋਵੇ। ਕਬਿਤ ਚਰਪਟ ਖਟਪਟ ਮਿੱਟੀ ਘਟਪਟ। ਦੇਖੋ ਕਿੰਨੀ ਸੋਹਣੀ ਭਾਈ ਕਵੀ ਸੰਤੋਖ ਸਿੰਘ ਨੇ ਕਵਿਤ ਲਿਖਿਆ। ਕਹਿੰਦੇ ਚਰਪਟ ਖਟਪਟ, ਕਹਿੰਦੇ ਜਿਹੜਾ ਚਰਪਟ ਹੈ ਇਹਦੇ ਮਨ ਵਿੱਚ ਖਟਪਟੀ ਉੱਠੀ। ਖਟਪਟੀ ਹੁੰਦੀ ਆ ਵੀ ਅਨਈਜ਼ੀਨੈਸ। ਕਹਿੰਦਾ ਮਿੱਟੀ ਮਿਟ ਗਈ ਜੀ ਵਿਚਾਰਾ, ਜਿਹੜੀ ਉੱਤੇ ਉਬਲੀ ਸੀ ਨਾ ਥੋੜੀ ਜਿਹੀ, ਉਹ ਸ਼ਾਂਤ ਹੋ ਗਈ। ਕਹਿੰਦੇ ਘਟ ਮਿਸ ਹਿਰਦਾ, ਹਿਰਦਾ ਜਿਹੜਾ ਹੈ ਕਹਿੰਦੇ ਫਿਰ ਪਟ ਮਿਸ ਪੜਦਾ, ਪੜਦਾ ਜਿਹੜਾ ਟੱਟ ਜਿਹੜਾ ਉਹਦੇ ਪਾਸ ਸੀਗਾ, ਉਹਦੇ ਕੋਲ ਸੀਗਾ, ਉਹ ਸਾਰਾ ਹੀ ਟੁੱਟ ਗਿਆ ਜੀ। ਜਿਹੜਾ ਪੜਦਾ ਅਗਿਆਨਤਾ ਦਾ ਲੈ ਕੇ ਆਇਆ ਸੀ ਉਹ ਸਾਰਾ ਪਾੜਤਾ ਗੁਰੂ ਨਾਨਕ ਸਾਹਿਬ ਨੇ। ਗੋਰਖ ਕੇ ਸੱਟ-ਪੱਟ ਬੈਠ ਕੇ ਉਚਾਰੀਆ। ਵਾਪਸ ਚਲ ਗਿਆ ਜੀ ਗੋਰਖਨਾਥ ਕੋਲ। ਗੋਰਖਨਾਥ ਕੋਲ ਜਾ ਕੇ ਬਹਿ ਕੇ ਸੱਟ-ਪੱਟ ਛੱਤੀ ਦੇ ਨਾਲ, ਸੱਟ-ਪੱਟ ਵੀ ਛੱਤੀ ਦੇ ਨਾਲ ਬੈਠ ਕੇ ਗੋਰਖਨਾਥ ਨੂੰ ਕਹਿੰਦਾ ਪੂਰਨ ਬਿਕਟ ਨਹਿ ਜਾਨੋ ਤਾਕੋ ਘਟ ਕੈਸੇ। ਕਹਿੰਦੇ ਉਹ ਤਾਂ ਪੂਰਾ ਹੈ ਗੋਰਖਨਾਥ, ਉਹ ਪੂਰਾ ਹੈ, ਉਹਨੂੰ ਉਹ ਅਜਿੱਤ ਹੈ, ਉਹਨੂੰ ਕੋਈ ਨਹੀਂ ਜਿੱਤ ਸਕਦਾ। ਉਹਨੂੰ ਕੋਈ ਉਹ ਜਾਂ ਸਾਰਿਆਂ ਨੂੰ ਜਿੱਤਣ ਵਾਲਾ, ਪਰ ਉਹਨੂੰ ਨਹੀਂ ਕੋਈ ਜਿੱਤ ਸਕਦਾ। ਨਾ ਜਾਣੋ ਤਾਂ ਕੋ ਘਟ ਕੈਸੇ, ਉਹਨੂੰ ਘਟ ਨਾ ਜਾਣ, ਹੀ ਇਜ਼ ਪਰਫੈਕਟ, ਉਹਨੂੰ ਘਟ ਨਾ ਜਾਣ। ਉਹ ਬਿਦ ਲਟੈਨ ਹੈ ਟਰਟ ਨਾ ਟਾਰਿਆ। ਹਾਂ, ਕਹਿਣ ਲੱਗੇ ਉਹਨੂੰ ਜਿਹੜਾ ਹੈ ਕੋਈ ਵੀ ਨਿਰੁੱਤਰ ਨਹੀਂ ਕਰ ਸਕਦਾ, ਹਰ ਇੱਕ ਕੁਐਸਚਨ ਦਾ ਉਹਦੇ ਕੋਲ ਆਨਸਰ ਹੈਗਾ ਹੈ। ਕਹਿੰਦੇ ਕਿ ਉਹਨੂੰ ਕੋਈ ਹਟਾ ਵੀ ਨਹੀਂ ਸਕਦਾ। ਮਹਾਰਾਜ ਉਹ ਹਟਣਾ ਵੀ ਕੋਈ ਨਹੀਂ ਉਹਨਾਂ ਨੇ। ਝੰਗਰ ਸੁਨਤ ਮਨ ਖਾਏ ਕੈ ਤਮਕ ਕਹੈ। ਉਹ ਇਹ ਗੱਲ ਸੁਣ ਲਈ ਜੀ, ਝੰਗਰ ਬੈਠਾ ਸੀ ਕੋਲੇ, ਝੰਗਰ। ਸੋ ਇਹ ਝੰਗਰ ਜਿਹੜਾ ਉਹ ਉੱਠਿਆ ਜੀ ਥੋੜਾ ਗੁੱਸੇ ਜੇ ਕਰਕੇ। ਕੈਸੋ ਮਾਈ ਮੁੰਡਾ ਦੇਹੋ ਆਏ ਸਨਿਹਾਰੀਆ। ਉਹ ਕਹਿੰਦਾ ਜਿਹੜਾ ਹੈ ਉਹਨੇ ਜਿਹੜਾ ਤਮਕ ਖਾ ਕੇ ਕਿਹਾ, ਕਹਿੰਦਾ ਕੈਸੋ, ਕਿਹੋ ਜਿਹਾ ਉਹ ਮਾਈ ਜਿਹੜੀ ਮਾਈ ਮੁੰਨੀ ਹੋਵੇ, ਕਹਿੰਦਾ ਕਿਹੋ ਜਿਹਾ ਮੁੰਡਾ ਹੈ। ਦੇਹੋ ਆਏ ਸਨਿਹਾਰੀਆ। ਮੈਂ ਜਾ ਕੇ ਦੇਖਦਾ ਉਹਨੂੰ, ਇਹ ਜਿਹਾ ਮੁੰਡਾ ਕਿਹੜਾ ਆਇਆ ਹੋਇਆ ਇੱਥੇ, ਚੱਲ ਮੈਂ ਦੇਖਦਾ ਜੀ ਜਾ ਕੇ ਉਹਨੂੰ। ਖਿਨ ਮਾਹੇ ਆਏ ਬੈਠ ਬਚਨ ਅਲਾਏ ਤਿੰਨ। ਉਹ ਜੋ ਇਹ ਜਿਹੜਾ ਸੀਗਾ ਨਾ ਜਿਹੜਾ ਇਹ ਆਪਣਾ ਜਿਹੜਾ ਹੁਣ ਆਇਆ ਹੈ
ਝੰਗਰ ਆ ਕੇ ਜੀ ਗੁਰੂ ਨਾਨਕ ਕੋਲ ਬਹਿ ਗਿਆ, ਆ ਕੇ ਸਿੱਧਾ ਹੀ ਆ ਕੇ ਬਹਿ ਗਿਆ ਜੀ, ਪ੍ਰਗਟ ਹੋ ਗਿਆ ਜੀ, ਆ ਕੇ ਬਾਪੂ ਆ ਗਿਆ। ਹਾਂਜੀ, ਸੋ ਆ ਕੇ ਬਹਿ ਗਿਆ। ਬਿਨਾ दूध बारक को कैसे प्रत पारिया। ਮਹਾਰਾਜ ਨੂੰ ਆ ਕੇ ਕਹਿੰਦਾ ਦੱਸ ਭਾਈ, ਬੱਚਾ ਦੁੱਧ ਤੋਂ ਬਗੈਰ ਰਹਿ ਸਕਦਾ ਹੈ? ਦੁੱਧ ਤੋਂ ਬਗੈਰ ਉਹ ਸਸਤੇ ਨੂੰ ਹੋ ਸਕਦਾ ਹੈ ਜਿਹਨੂੰ ਦੁੱਧ ਨਾ ਦਿੱਤਾ ਜਾਵੇ? दोहरा कौन नाम कित जाहोगे रहो कौन से देश। ਕਹਿੰਦਾ ਤੇਰੀ ਕੋਈ ਮਾਂ ਵੀ ਹੋਗੀ ਨਾ ਤੈਨੂੰ ਦੁੱਧ ਪਿਲਾਉਣ ਵਾਲੀ। ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਤੂੰ ਆਈਂ ਤਾਂ ਨਹੀਂ, ਆਕਾਸ਼ ਤੋਂ ਤਾਂ ਨਹੀਂ ਡਿੱਗਿਆ ਹੋਇਆ। ਕਹਿੰਦਾ ਕੌਣ ਨਾਮ, ਤੇਰਾ ਨਾਮ ਕੀ ਹੈ? ਕਿਤ ਜਾਓਗੇ, ਕਿੱਧਰ ਨੂੰ ਚੱਲਿਆ ਹੈ? रहो कौन से देश। ਕਿਹੜੇ ਦੇਸ਼ ਵਿੱਚ ਤੂੰ ਰਹਿਣ ਵਾਲਾ ਹੈ? झंगर बूझे तोहे को ਇਹ कौन। ਝੰਗਰ ਹੈ। ਬਹੁਤ ਬਾਣ ਨਾਲ ਕਹਿੰਦਾ ਇਹ ਝੰਗਰ ਹੈ, ਮੈਂ ਝੰਗਰ ਤੈਨੂੰ ਪੁੱਛ ਰਿਹਾ ਹਾਂ। कौन तुम्हारा भेष। ਹਾਂ, ਤੇਰਾ ਭੇਸ, ਤੇਰਾ ਕਾਸਟਿਊਮ ਕਿਹੜਾ ਹੈ? सवैया पौधों सुनो हम नानक नाम। ਮਹਾਰਾਜ ਕਹਿੰਦੇ ਇਹ ਭੌਂਦੂ ਪਤਾ ਕੀ ਹੁੰਦਾ ਹੈ? ਜਿਹੜਾ ਭਰਮ ਫਿਰਦਾ ਹੁੰਦਾ, ਰੂਮਿੰਗ ਕਰਦਾ ਹੋਵੇ, ਵੰਡਰਿੰਗ ਜੀ ਕਰਦਾ ਹੋਵੇ, ਬੈਠਾ ਬੰਦਾ ਕੱਲਾ ਤੇ ਦੂਜਾ ਭੌਂਦੂ ਦਾ ਅਰਥ ਆ ਪਾਗਲ। ਕਹਿੰਦਾ ਹੇ ਪਾਗਲਾ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੂੰ ਜਿਹੜਾ ਹੈ ਸੁਣ ਲਾ, ਮੇਰਾ ਨਾਂ ਨਾਨਕ ਹੈ। लगी लिवते और बारक पारा। ਹਾਂ, ਕਹਿਣ ਲੱਗੇ ਜਦੋਂ ਲਿਵ ਜੁੜ ਜਾਂਦੀ ਹੈ ਨਾ ਮਾਤਾ ਦੇ ਕੁੱਖ ਦੇ ਵਿੱਚੋਂ, ਕਿਹੜਾ ਉਹਨੂੰ ਦੁੱਧ ਪਿਲਾਉਂਦਾ ਹੈ? ਉਹਦੀ ਲਿਵ ਜੁੜੀ ਹੁੰਦੀ ਹੈ ਪਰਮਾਤਮਾ ਨਾਲ। ਪਰਮਾਤਮਾ ਦੀ ਲਿਵ ਜੁੜੀ ਕਰਕੇ, ਨਾਮ ਜਪਣ ਕਰਕੇ ਉਹਦਾ ਸਰੀਰ ਮਾਤਾ ਦੇ ਜਿਹੜੇ ਹਨ ਉਹਦੇ ਕੁੱਖ ਦੀ ਅੱਗ ਤੋਂ ਵੀ ਬਚ ਜਠਰਾ ਅਗਨੀ ਤੋਂ ਉਹ ਬਚ ਜਾਂਦਾ ਹੈ। ਉਹਦਾ ਜਨਮ ਹੁੰਦਾ ਹੈ। ਜਦੋਂ ਜਨਮ ਵੀ ਹੁੰਦਾ ਹੈ ਮਾਤਾ ਦੇ ਬ੍ਰੈਸਟ ਦੇ ਵਿੱਚ, ਤਾਂ ਪਹਿਲਾਂ ਹੀ ਉਹ ਮਹਾਰਾਜ ਉਹ ਦੁੱਧ ਪਾ ਦਿੰਦੇ ਹਨ। ਕਹਿੰਦੇ ਤੂੰ ਤੇਰਾ ਇਹਦੇ ਵਿੱਚ ਕਿਹੜਾ ਕੰਮ ਆ? ਉਹ ਬੱਚਾ ਜਾਣੇ, ਉਹਦੀ ਮਾਂ ਜਾਣੇ, ਤੂੰ ਕਿਉਂ ਵਿੱਚ ਆਉਂਦਾ? ਭੰਗਰ ਨੂੰ ਕਹਿ ਭੌਂਦੂ ਪਾਗਲ ਹੈ, ਤੂੰ ਇਹ ਜਿਹੀਆਂ ਗੱਲਾਂ ਕਿਉਂ ਕਰਦਾ ਹੈ? ਉਹ ਪਰਮੇਸ਼ਰ ਨੇ ਪਹਿਲਾਂ ਸਭ ਕੁਝ ਬਣਾਇਆ ਹੋਇਆ ਹੈ। आज जहाँ तह जावहेंगे। ਕਹਿੰਦਾ ਦੇਖ, ਕਹਿੰਦਾ ਜਿਹੜਾ ਹੈ ਝੰਗਰ, ਜਿੱਥੇ ਮੈਂ ਜਾਣਾ ਮੈਂ ਜਾਵਾਂਗਾ, ਜਿੱਥੇ ਮੇਰਾ ਕੰਮ ਹੈ ਮੈਂ ਉੱਥੇ ਜਾਵਾਂਗਾ। नगरी शिव देश पछान हमारा। ਹਾਂ, ਮੇਰਾ ਦੇਸ਼ ਜਿਹੜਾ ਜਿੱਥੋਂ ਮੈਂ ਆਇਆ ਹਾਂ ਉਹ ਕਿਹੜਾ ਹੈ? ਕਲਿਆਣ ਰੂਪ ਪਰਮੇਸ਼ਰ ਹੀ ਮੇਰੀ ਜਗ੍ਹਾ ਹੈ ਜਿੱਥੋਂ ਮੈਂ ਆਇਆ ਹਾਂ। ਭੁੱਲੇ ਸੋ ਗੁਰਖ ਉੱਤਮ ਪੰਥ ਤੇ। ਹਾਂ, ਕਹਿਣ ਲੱਗੇ ਮੈਂ ਇੱਥੇ ਕਿਉਂ ਆਇਆ ਹਾਂ? ਕਿਉਂਕਿ ਤੁਹਾਡਾ ਗੁਰੂ ਭੁੱਲ ਗਿਆ ਹੈ। ਉਹ ਵਿਚਾਰਾ ਭੁੱਲਿਆ ਹੋਇਆ ਥੋੜਾ ਗੁਰੂ, ਉਹਨੂੰ ਭੁੱਲੇ ਨੂੰ ਚੰਗਾ ਰਸਤਾ ਦਿਖਾਉਣ ਵਾਸਤੇ ਮੈਂ ਆਇਆ। ਹੁਣ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਔਦ ਵਧਾਏ ਕੇ ਮਾਨ ਅਪਾਰਾ। ਹਾਂ, ਕਹਿਣ ਲੱਗੇ ਉਹਨੇ ਉਮਰ ਤਾਂ ਵਧਾ ਲਈ, ਨਾਲ ਨਾਲ ਹੰਕਾਰ ਵੀ ਵਧਾਈ ਬੈਠਾ ਹੈ। ਯੋਸਨ ਝੰਗਰ ਲੱਜਤ ਹੋਏ। ਇਹ ਸੁਣ ਕੇ ਨਾ ਚੰਗਰ ਨੂੰ ਇਹ ਨਾ ਪਤਾ ਲੱਗੇ ਵੀ ਮੈਂ ਆਪਣਾ ਮੂੰਹ ਕਿੱਥੇ ਰੱਖਾਂ। ਆਲੇ ਦੁਆਲੇ ਦੇਖਣ ਲੱਗ ਗਿਆ, ਕਿਸੇ ਨੇ ਸੁਣਿਆ ਤਾਂ ਨਹੀਂ ਹੈਗਾ, ਕਿਉਂਕਿ ਬੇਇੱਜ਼ਤੀ ਕਰਾ ਲਈ ਨਾ ਆ ਕੇ ਵਾਧੂ ਦੀ। ਸੁਮੇਰ ਪੈ ਜਾਏ ਕੇ ਬੈਨ ਉਚਾਰਾ। ਹਾਂ, ਕਹਿਣ ਲੱਗੇ ਚੱਲ ਗਿਆ ਜੀ, ਉਹ ਵੀ ਅਚਾਨਕ ਹੀ ਅਲੋਪ ਜਾ ਹੋ ਗਿਆ ਤੇ ਪਹੁੰਚ ਗਿਆ ਜੀ ਜਾ ਕੇ ਗੋਰਖ ਕੋਲ। ਉੱਥੇ ਜਾ ਕੇ ਗੋਰਖ ਨੂੰ ਕੀ ਕਹਿੰਦਾ? ਸਵਈਆ ਕੋ ਜੁਗਤੀ ਕਰਨਾ ਅਟਕੈ। ਕਹਿਣ ਲੱਗੇ ਮੈਂ ਤਾਂ ਟਰਾਈ ਕਰ ਲਿਆ ਜੀ, ਮੈਂ ਤਾਂ ਦਲੀਲਾਂ ਵਰਤ ਲੀਆਂ, ਪਰ ਉਹ ਹਟਣ ਵਾਲਾ ਹੈ ਨਹੀਂ ਕਾ। ਤਤਕਾਲ ਹੀ ਉੱਤਰ ਦੇਤ ਬਤਾਈ। ਉਹ ਤਾਂ ਠੱਪ ਕਰਕੇ ਆਨਸਰ ਦੇਈ ਜਾਂਦਾ ਹੈ, ਜੋ ਮਰਜੀ ਪੁੱਛ ਲੋ ਉਹ ਜਿਹਾ ਆਨਸਰ ਦਿੰਦਾ ਜਿਹੜਾ ਆਪਾਂ ਨੂੰ ਸੋਚਣਾ ਪੈ ਜਾਂਦਾ ਹੈ ਵੀ ਮੈਂ ਕੀ ਸਵਾਲ ਪੁੱਛਿਆ ਸੀ। ਸੰਗਰ ਬੋਲ ਉਠਿਓ ਸੁਣ ਕੇ। ਸੋ ਹੁਣ ਜਦੋਂ ਇਹ ਗੱਲ ਚੱਲ ਰਹੀ ਸੀ ਨਾ ਝੰਗਰ ਦਾ ਹੋ ਗਿਆ ਕੰਮ ਖਤਮ। ਹੁਣ ਸੰਗਰ ਉੱਠਿਆ, ਝੰਗਰ ਨੂੰ ਛੱਡ ਕੇ ਹੁਣ ਸੰਗਰ ਕਹਿੰਦਾ ਜੇ ਝੰਗਰ ਤੋਂ ਨਹੀਂ ਹੋਇਆ ਹੁਣ ਸੰਗਰ ਜਾਏਗਾ। ਕਰ ਬਾਦ ਕੋ ਮੈਂ ਤੇਹ ਰੁਕ ਹੋ ਜਾਏ। ਉਹ ਮੈਂ ਉੱਥੇ ਜਾਣਾ ਹੈ ਜੀ, ਮੈਂ ਜਾ ਕੇ ਉਹਦੇ ਨਾਲ ਆਰਗੂਮੈਂਟ ਕਰੂੰਗਾ, ਉਹਨੂੰ ਮੋੜਾਂਗਾ ਉੱਥੋਂ, ਰੋਕੂੰਗਾ ਉਹਨੂੰ ਉੱਥੋਂ। ਗੋਰਖ ਆਏ ਸਲੇ ਤਬੈ। ਸੰਗਰ ਆ ਗਿਆ ਜੀ ਗੋਰਖਨਾਥ ਕੋਲ, ਕਹਿੰਦਾ ਮਹਾਰਾਜ ਮੈਨੂੰ ਹੁਕਮ ਦਿਓ, ਮੈਂ ਜਾਣਾ ਹਾਂ। ਪਰ ਰੋਸ ਚਲਿਓ ਗੁਰ ਕੇ ਟਿਕਤਾਈ। ਦੇਖੋ ਉੱਥੇ ਨਾ ਅਲਾਲ ਜਾਂ ਅੱਖਾਂ ਕਰਕੇ ਮੂੰਹ ਜਾ ਫੜਕਦਾ ਹੋਇਆ ਬੜੇ ਗੁੱਸੇ ਵਿੱਚ ਗਿਆ ਜੀ ਉੱਥੋਂ। ਲੋਕਾਂ ਨੂੰ ਦਿਖਾਤਾ, ਲੋਕ ਵੀ ਕਹਿੰਦੇ ਵਾਹ ਵਾਹ ਇਹਨੇ ਫੱਟੀ ਚੱਕਦੇ ਨੇ ਜਾ ਕੇ ਉੱਥੇ। ਜਿਉ ਬਿਨ ਤਾਸੁਤ ਕੋ ਚਾਹੇ ਜੀਤਨ। ਹਾਂ, ਕਹਿੰਦੇ ਆਏ ਗਿਆ ਜਿਵੇਂ ਕਿ ਜਿਹੜਾ ਵਿੰਤਾ ਪੁੱਤਰ ਹੁੰਦਾ ਹੈ ਜਿਹੜਾ ਗਰੁੜਾ। ਸੋ ਗਾਰੂਡਾ ਜਿਹੜਾ ਹੁੰਦਾ ਹੈ ਇਹ ਨਾ ਸੱਪਾਂ ਨੂੰ ਮਾਰਦਾ ਹੈ, ਜਿੱਥੇ ਵੀ ਸੱਪ ਨੂੰ ਦੇਖ ਲਓ ਆਪ ਨੂੰ ਮਾਰ ਦਿੰਦਾ। ਸਭ ਤੋਂ ਵੈਰੀ ਵੱਡਾ ਸੱਪਾਂ ਦਾ ਗਰੁੜਾ ਹੈ। ਸੋ ਇਹ ਜਿਹੜਾ ਗਰੁੜਾ ਹੈ ਇਹਨੂੰ ਜਿਹੜਾ ਜਿੱਤਣ ਵਾਸਤੇ ਪੰਨਗ ਬਾਰ ਹੀ ਬਾਰ ਸਿਧਾਈ। ਹਾਂ, ਪੰਨਗ ਰੂਪ ਜਿਹੜਾ ਸੰਗਰ ਹੈ ਇਹ ਸੱਪ ਰੂਪ ਹੈ। ਉਹ ਸੱਪ ਸੋਚਦਾ ਹੈ ਕਿ ਮੈਂ ਗਰੁੜਾ ਨੂੰ ਨਾ ਕੇ ਮਾਰ ਕੇ ਆਉਣਾ। ਉਹਨੂੰ ਇਹ ਨਹੀਂ ਪਤਾ ਵੀ ਗਰੁੜਾ ਨੇ ਇੱਕ ਝਪਟ ਮਾਰਨੀ ਉਹਨੂੰ ਮਾਰ ਦੇਣਾ ਹੈ, ਪਰ ਇਹ ਸੱਪ ਸੋਚਦਾ ਮੈਂ ਚੱਲਿਆ ਜੀ ਉਹਨੂੰ ਮਾਰਨ ਵਾਸਤੇ। ਹਾਂਜੀ, ਸੋ ਇਹ ਜਿਹੜਾ ਹੈ ਓਵਰ ਕੌਨਫੀਡੈਂਟ ਹੋ ਕੇ ਜਾ ਰਿਹਾ ਹੈ। ਦੋਹਰਾ ਗਏ ਅਗਾਰੀ ਕੋ ਗੁਰੂ ਗਿਰ ਮੀਨਾ ਜਹ ਨਾਮ। ਹਾਂਜੀ, ਸੋ ਚਲਿਆ ਗਿਆ ਜੀ ਗੁਰੂ ਦੇ ਅੱਗੇ, ਗੁਰੂ ਮਹਾਰਾਜ ਦੇ ਅੱਗੇ ਚਲਿਆ ਗਿਆ। ਉਹ ਥਾਂ ਜਿੱਥੇ ਆ ਕੇ ਸੰਗਰ ਗੁਰੂ ਨਾਨਕ ਨੂੰ ਮਿਲਿਆ, ਉਹ ਪਰਬਤ ਦਾ ਨਾਮ ਮੀਨਾ ਪਰਬਤ ਤੇ ਜਾ ਕੇ ਮਿਲੇ। ਵੈਸੇ ਆਸਨ ਲਾਇਤ ਹੈ ਹਨਨ ਮਾਨ ਸਿੱਧ ਕਾਮ। ਮਹਾਰਾਜ ਉੱਥੇ ਬੈਠੇ ਸਨ ਆਸਨ ਲਾ ਕੇ, ਮਹਾਰਾਜ ਜੀ ਰੈਸਟ ਕਰ ਰਹੇ ਸਨ, ਸੁੰਦਰ ਸਾਈਟ ਸੀਇੰਗ ਕਰ ਰਹੇ ਸਨ ਤੇ ਲਾਇਤ ਹੈ ਕਿ ਹਨਨ ਮਾਨ ਆਏ ਹਨ ਉੱਥੇ ਸਿੱਧਾਂ ਦਾ ਮਾਨ ਹੰਕਾਰ ਖਤਮ ਕਰਨ ਵਾਸਤੇ। ਸੰਗਰ ਬੋਲਿਓ ਆਨ ਕੈ ਬਾਲੇ ਹੈ ਆਦੇਸ਼। ਉਹ ਸੰਗਰ ਆਇਆ ਜੀ ਹੁਣ ਬੜੇ ਕੌਨਫੀਡੈਂਸ ਦੇ ਨਾਲ, ਕਹਿੰਦਾ ਬਾਲੇ
ਹਾਏ ਆਦੇਸ਼ ਹੈ ਤੈਨੂੰ। ਸੁਨ ਤੂਸਨ ਮੁਖ ਤੇ ਰਹੇ ਮੁਸਕਾਨੇ ਜਗਤੇਸ। ਮਹਾਰਾਜ ਜੀ ਚੁੱਪ ਰਹੇ। ਸੰਗਰ ਨੂੰ ਦੇਖ ਕੇ ਨਾ ਮਹਾਰਾਜ ਜੀ ਹੱਸਣ ਲੱਗ ਗਏ। ਉਹ ਜਗਦੇ ਸਵਾਮੀ ਵੀ ਆਇਆ ਹੁਣ ਸੰਗਰ ਦਾ ਸੰਗਰ। ਹਾਂਜੀ ਸੰਗਰ ਆਇਆ, ਮਹਾਰਾਜ ਦੇਖ ਕੇ ਹੱਸਦੇ ਹਨ ਉਹਨੂੰ। ਸੋਰਠਾ ਰਿਸਮੈ ਸੰਗਰ ਹੋਏ ਅਸਬਿਦ ਬਚਨ ਅਲਾਵਹੀ। ਜਦੋਂ ਮਹਾਰਾਜ ਨੂੰ ਹੱਸਦਿਆਂ ਦੇਖਿਆ ਨਾ ਸੰਗਰ ਨੂੰ ਹੋਰ ਗੁੱਸਾ ਚੜ ਗਿਆ। ਕਹਿੰਦਾ ਇਹ ਮੇਰੇ ਵੱਲ ਦੇਖ ਕੇ ਹੱਸ ਰਿਹਾ। ਹਾਂਜੀ ਉੱਤਰ ਦੇਤ ਨਾ ਕੋਏ ਮਾਈ ਮੁੰਡਾ ਹਸਤ ਹੈ। ਕਹਿੰਦੇ ਉਹਨੇ ਹੁਣ ਕਹਿੰਦਾ ਪਤਾ ਕੀ ਕਹਿੰਦਾ ਸੰਗਰ ਗੁੱਸੇ ਦੇ ਵਿੱਚ, ਕਹਿੰਦਾ ਤੂੰ ਮੈਨੂੰ ਆਨਸਰ ਕਿਉਂ ਨਹੀਂ ਦਿੰਦਾ? ਮੈਂ ਤੈਨੂੰ ਪੁੱਛਿਆ ਕੁਛ, ਤੂੰ ਦੱਸ ਕਿਉਂ ਨਹੀਂ ਰਿਹਾ? ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਮਾਈ ਤੇਰੀ ਮੁੰਨੀਏ, ਕਹਿੰਦਾ ਤੂੰ ਕਿਉਂ ਹੱਸ ਰਿਹਾ ਮੇਰੇ ਉੱਤੇ? ਕਬਿਤ ਮਾਈ ਮੁੰਡਾ ਗੋਰਖ ਹੈ ਤੇ ਖਣਾ ਨਾ ਦੀਨੀ ਤੋਹੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮਾਈ ਤਾਂ ਗੋਰਖ ਦੀ ਮੁੰਨੀ ਪਈ ਆ, ਤੁਹਾਡੇ ਗੁਰੂ ਦੀ ਹੈ ਜੀ। ਤੁਸੀਂ ਮਾਈ ਮੁੰਡੋ ਕਰਦੇ ਫਿਰਦੇ ਆ। ਜਾ ਕੇ ਆਪਣੇ ਗੋਰਖ ਦੀ ਮਾਂ ਨੂੰ ਸੰਭਾਲੋ ਜਾ ਕੇ ਪਹਿਲਾਂ। ਉਹ ਮੁੰਨੀ ਪਈ ਹੈ ਜਿਹਦੇ ਮੁੰਡੇ ਨੇ ਸਾਰੀ ਦੁਨੀਆ ਨੂੰ ਮੁੰਡ ਕੇ ਰੱਖਤਾ, ਕਹਿੰਦੇ ਸਿੱਧਾ ਨੂੰ, ਚੰਗੇ ਭਲਿਆਂ ਨੂੰ। ਤੇ ਕਹਿੰਦਾ ਜਿਹੜਾ ਐਸਾ ਤੀਖਣਾ ਹੈ, ਕਹਿੰਦਾ ਸਿੱਖਿਆ ਜੇ ਦੇਣੀ ਹੈ ਆਪਣੇ ਗੁਰੂ ਨੂੰ ਦੋ, ਜਾ ਕੇ ਮੈਨੂੰ ਕਿਉਂ ਦੇਣ ਆਂਦੇ ਹੋ? ਉਹਨੂੰ ਸਮਝਾਓ ਜਾ ਕੇ ਕੁਛ। ਕਾਨ ਪਾਰ ਮੁੰਦਰਾ ਪਾਏ ਬਿਮਤ ਬਣਾਇਓ ਹੈ। ਹਾਂ ਕਹਿਣ ਲੱਗੇ ਦੇਖੋ ਆ ਤੇਰੇ ਵਰਗਾ ਸੰਗਰ ਨੂੰ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਤੈਨੂੰ ਨਾ ਮੂਰਖ ਬਣਾਇਆ ਹੋਇਆ ਉਹਨੇ। ਕਿਵੇਂ ਮੂਰਖ ਬਣਾਇਆ? ਤੇਰੇ ਚੰਗੇ ਭਲੇ ਦੇ ਕੰਨ ਪਾੜ ਕੇ ਤੇਰੇ ਵਿੱਚ ਮੁੰਦਰਾ ਪਾਈਆਂ ਹੋਈਆਂ ਹਨ। ਤੁਸੀਂ ਆ ਜਿਹੜੇ ਮੂਰਖ ਹੋ ਸਾਰੇ। ਮੂੰਡ ਕੋ ਮੁਢਾਏ ਨੇ ਜਗੋਤ ਕੋ ਲਜਾਏ। ਹਾਂ ਪਹਿਲਾਂ ਤਾਂ ਤੁਸੀਂ ਆਪਣਾ ਸਿਰ ਮੁੰਨੀ ਫਿਰਦੇ ਹੋ ਹੈ। ਦੂਜਾ ਤੁਸੀਂ ਆਪਣੇ ਕੁਲ ਨੂੰ ਲਾਜ ਲਾਤੀ ਪੁੱਠੇ ਕੰਮ ਕਰਕੇ, ਇਹ ਕੰਨ ਪੜਾ ਕੇ ਮੁੰਡ ਕੇ ਆਪਣਾ ਸਿਰ ਕਹਿੰਦੇ ਉੱਤੋਂ ਤੁਸੀਂ ਮੇਰੇ ਕੋਲ ਆਉਂਦੇ ਹੋ। ਹਾਂਜੀ ਬੇਸ਼ਰਮ। ਹਾਂਜੀ ਤਨ ਭਸਮ ਲਗਾਏ ਬਾਅਦ ਜਨਮ ਗਵਾਇਓ ਹੈ। ਹਾਂ ਤੇ ਜਿਹੜਾ ਹਨ ਆਪਣੇ ਸਰੀਰ ਤੇ ਭਸਮ ਮੰਨ ਲਈ ਤੇ ਬਾਅਦ ਜਨਮ ਗਵਾਇਓ। ਮਹਾਰਾਜ ਪਰਮੇਸ਼ਰ ਨੇ ਤੁਹਾਨੂੰ ਮਨੁੱਖਾ ਜਨਮ ਦਿੱਤਾ ਸੀ, ਤੁਹਾਨੂੰ ਬੰਦੇ ਬਣਾਇਆ ਸੀ, ਤੁਸੀਂ ਤਾਂ ਜਾਨਵਰ ਬਣ ਗਏ। ਜੈਸੇ ਨੀਰ ਭੇਕ ਨ ਹੈ ਕਮਲ ਕੀ ਸਾਰ ਜਾਣਾ। ਹਾਂ ਕਹਿਣਗੇ ਜਿਵੇਂ ਜਿਹੜਾ ਨੀਰ ਹੁੰਦਾ ਹੈ, ਜਿਵੇਂ ਜਲ ਦੇ ਵਿੱਚ ਇੱਕ ਡੱਡੂ ਜਿਹੜਾ ਫਿਰਦਾ ਹੋਵੇ ਨਾ ਫਰੋਗ, ਉਹਨੂੰ ਕੀ ਪਤਾ ਹੁੰਦਾ ਵੀ ਉਹ ਤਲਾ ਕਿੱਡਾ ਵੱਡਾ ਹੈ। ਤੇ ਫਰੋਗ ਕੀ ਕਰਦਾ? ਤੇ ਗੰਦਗੀ ਉਹ ਖਾਂਦਾ ਹੈ, ਜਾਲੇ ਖਾਂਦਾ ਹੈ। ਉਹਨੇ ਕਿਹੜੇ ਸੁੰਦਰ ਪਾਣੀ ਜਾਂ ਕਵਲ ਫੁੱਲ ਦੀ ਸੰਗਤ ਕਰਨੀ ਹੈ? ਉਹਨੇ ਤਾਂ ਜਾਲੇ ਹੀ ਖਾਣੇ ਹੁੰਦੇ ਹਨ। ਜੁਗੀਆ ਕਹਾਏ ਨੇ ਜੇ ਜੋਗ ਕੋ ਲਜਾਇਓ ਹੈ। ਕਹਿੰਦੇ ਵੀ ਤੂੰ ਆਪਣੇ ਆਪ ਨੂੰ ਜੋਗੀ ਕਹਾਉਂਦੇ ਹੋ, ਪਰ ਜੋਗ ਦਾ ਤੁਹਾਨੂੰ ਤਾਂ ਕੁਝ ਪਤਾ ਹੀ ਨਹੀਂਗਾ ਵੀ ਜੋਗ ਹੁੰਦਾ ਕੀ ਹੈ। ਸੰਗਰ ਸੁਨਤ ਸਰੁੱਤ ਹੋਏ ਕੇ ਲੱਜਤ ਮਤ। ਹਾਂ ਜੋ ਕਹਿੰਦੇ ਜੋਗਿਆ ਕਹਾਏ ਨਿਜ ਜੋਗ ਕੋ ਲਜਾਏ ਹੋ। ਕਹਿੰਦੇ ਕਿ ਤੁਸੀਂ ਆਪਣੇ ਆਪ ਨੂੰ ਯੋਗੀ ਖਵਾ ਕੇ ਯੋਗ ਨੂੰ ਤੁਸੀਂ ਜਿਹੜੀ ਲੱਜਾ ਲਾ ਰਹੇ ਹੋ। ਕਿਉਂ? ਪਰ ਯੋਗ ਹੁੰਦਾ ਪਰਮੇਸ਼ਰ ਨਾਲ ਏਕਤਾ ਕਰਨੀ। ਤੁਸੀਂ ਤਾਂ ਟੁੱਟੇ ਪਏ ਹੋ, ਤੁਸੀਂ ਤਾਂ ਯੋਗ ਨੂੰ ਵੀ ਸ਼ਰਮਸ਼ਾਰ ਕਰ ਰਹੇ ਹੋ। ਸੰਗਰ ਸੁਨਤ ਸਰੁੱਤ ਹੋਏ ਕੇ ਲੱਜਤ ਮਤ। ਇਹ ਗੱਲ ਸੁਣ ਕੇ ਨਾ ਸੰਗਰ ਜਿਹੜਾ ਆਪਣੇ ਕੰਨਾਂ ਦੇ ਵਿੱਚ ਉਹਨੂੰ ਸ਼ਰਮ ਆ ਗਈ। ਉਨਕਾ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ। ਸੰਸਾ ਧਾਰ ਚਿਤ ਐਸੇ ਬਚਨ ਅਲਾਇਓ ਹੈ। ਉਹਨੇ ਸੰਸਾ ਧਾਰ ਲਿਆ, ਮਨ ਵਿੱਚ ਸੰਸਾ ਹੋ ਗਿਆ ਉਹਦੇ ਵੀ ਸੱਚਮੁੱਚ ਹੀ ਸਮਥਿੰਗ। ਨਾ ਪਹਿਲਾਂ ਤਾਂ ਉਹ ਆਪੋਜ਼ਿਟ ਮਤ ਲੈ ਕੇ ਆਇਆ ਸੀ, ਹੁਣ ਸਿੱਧੀ ਮਤ ਹੋ ਰਹੀ ਹੈ ਉਹਦੀ। ਇਹ ਸੰਸਾ ਲੈ ਕੇ ਨਾ ਉਹਨੇ ਪੁੱਛਿਆ ਗੁਰੂ ਨਾਨਕ ਸਾਹਿਬ ਜੀ ਨੂੰ, ਕਬਿਤ ਕੌਣ ਹੈ ਜੁਗਤ ਜਾਤੇ ਕ੍ਰੋਧ ਹੋ ਕੇ ਜੀਤ ਲੀਜੈ। ਦੇਖੋ ਉਹਨੇ ਪਹਿਲਾ ਸਵਾਲ ਕੀਤਾ, ਕਹਿੰਦੇ ਕੌਣ ਉਹ ਜੁਗਤੀ ਮਿੱਤਰ ਹੈ ਜਿਹਦੇ ਕਰਕੇ ਕ੍ਰੋਧ ਨੂੰ ਜਿੱਤਿਆ ਜਾਵੇ। the person who can conquer his anger. How can one conquer his anger? ਇਹ ਪਹਿਲਾ ਸਵਾਲ ਹੈ। ਦੂਜਾ ਹੋਏ ਕਿ ਅਤੀਤ ਕੈਸੇ ਕਾਮ ਕੋ ਗਵਾਈਏ। ਉੱਤੇ ਦੂਜਾ ਸਵਾਲ ਹੋਏ ਕਿ ਅਤੀਤ ਉਹ ਜਿਹੜਾ ਹੈ ਮਾਇਆ ਤੋਂ ਪਰੇ ਕਿਵੇਂ ਹੋ ਸਕਦਾ ਹੈ। How one can escape from ਮਾਇਆ। ਤੇ ਤੀਜਾ ਸਵਾਲ ਸੀ ਕੈਸੇ ਕਾਮ ਕੋ ਗਵਾਈਏ। How can someone get rid of his lust। ਆਪਣੇ ਜਿਹੜਾ ਜਿਹੜੀ ਕਾਮ ਦੀ ਜਿਹੜੀ ਅੰਦਰ ਵਾਸ਼ਨਾ ਹੈ ਇਹਨੂੰ ਕਿਵੇਂ ਗਵਾ ਸਕਦਾ ਕੋਈ, ਇਹਨੂੰ ਕਿਵੇਂ ਗਵਾਈਏ। ਸੀਸ ਕਾਲ ਟਰੈ ਕੈਸੇ ਲੋਭ ਪਰ ਹਰੈ। ਔਰ ਚੌਥਾ ਸਵਾਲ ਹਾਊ ਕੈਨ ਵਨ ਐਸਕੇਪ ਫਰਮ ਡੈਥ। ਹੁਣ ਜਿਹੜਾ ਡੈਥ ਤੋਂ ਬੰਦਾ ਕਿਵੇਂ ਬਚ ਸਕਦਾ, ਉਹਦੇ ਸੀਸ ਤੇ ਜਿਹੜਾ ਕਾਲ ਪਿਆ ਰਹਿੰਦਾ ਹੈ ਵੀ ਅੱਜ ਆਇਆ ਭਲਕੇ ਆਇਆ, ਉਹ ਕਿਵੇਂ ਟਲ ਜਾਏਗਾ, ਦੂਰ ਕਿਵੇਂ ਹੋਇਆ। ਪੰਜਵਾਂ ਸਵਾਲ ਲੋਭ, ਹਾਊ ਟੂ ਗੈਟ ਰਿਡ ਆਫ ਗ੍ਰੀਡ। ਜਿਹੜੀ ਗ੍ਰੀਡ ਹੁੰਦੀ ਆ ਅੰਦਰ, ਇਹਨੂੰ ਕਿਵੇਂ ਜਿਹੜਾ ਹਨ ਇਹ ਲੋਭ ਨੂੰ ਕਿਵੇਂ ਕੱਢਿਆ ਜਾਵੇ। ਕੌਣ ਸੀ ਜੁਗਤ ਤੇ ਅਮਰ ਪਦ ਜਾਈਏ। ਹੁਣ ਛੇਵਾਂ ਸਵਾਲ the sixth ਜਿਹੜਾ ਕੁਐਸਚਨ ਸੀਗਾ, ਕੌਣ ਸੀ ਜੁਗਤ, ਕਿਹੜੀ ਜੁਗਤੀ ਹੈ, ਕਿਹੜਾ ਮੈਥਡ ਹੈ ਜਿਸ ਦੇ ਕਰਕੇ ਅਮਰ ਪਦ, ਜਿਹਦੇ ਕਰਕੇ ਮੁਕਤੀ ਦੇ ਪਾਉਣ ਕਰਕੇ ਅਮਰ ਹੋ ਜਾਈਏ, ਜਿੱਥੇ ਮਰਨਾ ਨਾ ਹੋਵੇ। ਯੂ ਕੈਨ ਜਿਹੜਾ ਯੂ ਡੋਨਟ ਹੈਵ ਟੂ ਡਾਈ ਐਨੀਮੋਰ, ਉਹ ਕਿਵੇਂ ਹੋਵੇ। ਮਾਇਆ ਤਜ ਕੈਸੇ ਕਰ ਜਗ ਮੈਂ ਰਹਾਏ ਨਰ। ਸੱਤਵਾਂ ਸਵਾਲ the seventh question ਕੀ ਸੀਗਾ, ਮਾਇਆ ਤਜ, ਮਾਇਆ ਨੂੰ ਕਿਵੇਂ ਆਪਣੇ ਜੀਵਨ ਤੋਂ ਦੂਰ ਕਰੀਏ, ਕਿਵੇਂ ਮਾਇਆ ਤੋਂ ਉੱਤੇ ਹੋਈਏ। ਯਗ ਮੈਂ ਰਹਾਏ ਨਰ। ਫਿਰ ਪੁੱਛਦੇ ਹਨ ਅੱਠਵਾਂ ਸਵਾਲ ਇਹ ਹੈ, ਯਗ ਮੈਂ ਰਹਾਏ ਨਰ ਬੁਝਿਓ ਸੋ ਸੰਦੇਹ। ਕਹਿੰਦੇ ਜਿੰਨੇ ਵੀ ਲੋਕ ਇਹ ਦੁਨੀਆ ਤੇ ਰਹਿੰਦੇ ਸਾਰੇ ਦੁਖੀ ਨੇ, ਸਾਰਿਆਂ ਦੇ ਕੋਲ ਕੋਈ ਨਾ ਕੋਈ ਪ੍ਰੋਬਲਮ ਸੰਦੇਹ ਹੁੰਦਾ ਹੈ, ਤਾਂ ਕੋ ਉੱਤਰ ਸੁਣਾਈਏ। ਕਹਿੰਦੇ ਇਹਦਾ ਉੱਤਰ ਸਾਨੂੰ ਦੇ ਦਿਓ। ਇਹ 8 ਸਵਾਲ ਸੰਗਰ ਨੇ ਕੀਤੇ ਗੁਰੂ ਨਾਨਕ ਮਹਾਰਾਜ ਕੋਲ ਆ ਕੇ।
ਐਸੇ ਸੁਨ ਬੈਨ ਗਤ ਦੈਨ ਗੁਣ ਐਨ ਗੁਰੂ। ਹਾਂ, ਸੋ ਕਹਿੰਦੇ ਐਸੇ ਜਿਹੜੇ ਬਚਨ ਉਹਦੇ ਸੁਣ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੋ ਗੁਣਾਂ ਦੇ ਐਨ ਜੋ ਵਰਚੂਸ ਦੇ ਘਰ ਨੇ ਉਹ ਬੋਲੇ ਗੁਰੂ ਨਾਨਕ ਜੀ ਜਾਹੇ ਕੀ ਸਰਨ ਤੇ ਸਰਬ ਸੁਖ ਪਾਈਏ। ਜਿਹਦੀ ਸ਼ਰਨ ਗੁਰੂ ਨਾਨਕ ਸਾਹਿਬ ਜੀ ਦੀ ਲੈ ਕਰਕੇ ਨਾ ਸਾਰੇ ਸੁੱਖ ਮਿਲਦੇ ਹਨ। ਐਸੇ ਗੁਰੂ ਨਾਨਕ ਸਾਹਿਬ ਜੀ ਨੇ ਉਹਦੇ ਆਨਸਰ ਦਿੱਤੇ। ਹੁਣ ਦੇ ਆਨਸਰ ਕੀ ਦਿੱਤੇ ਜੀ, ਸੁਣੋ। ਸਾਤ ਰੋਸ ਜੀਤ ਤਜ ਤ੍ਰਿਗੁਣ ਅਤੀਤ ਹੋਏ। ਉਹਨੇ ਪਹਿਲਾ ਸਵਾਲ ਕੀਤਾ ਸੀ ਹਾਊ ਟੂ ਗੈਟ ਰੀਡ ਆਫ ਯੋਰ ਐਂਗਰ। ਉਹ ਐਂਗਰ ਜਿਹੜਾ ਅੰਦਰੋਂ ਕਿਹੜੀ ਜੁਗਤੀ ਨਾਲ ਕੱਢਿਆ, ਕਹਿੰਦੇ ਸ਼ਾਂਤ ਰੱਖੋ, ਹਰ ਇੱਕ ਚੀਜ਼ ਨੂੰ ਭਾਣਾ ਮੰਨੋ, ਐਕਸੈਪਟ ਕਰੋ ਤੇ ਜਿਹੜਾ ਹੈ ਸ਼ਾਂਤ ਚਿੱਤ ਰੱਖ ਕੇ ਤਾਂ ਕ੍ਰੋਧ ਦੂਰ ਹੋਵੇਗਾ। ਫਰਸਟ ਕੁਐਸਚਨ ਦਾ ਆਨਸਰ। ਸੈਕੰਡ ਦਾ ਤਜ ਤਿਰਗੁਣ ਅਤੀਤ ਹੋਏ। ਕਹਿੰਦੇ ਅਤੀਤ ਕਿਵੇਂ ਹੋਈਏ, ਹਾਊ ਕੈਨ ਯੂ ਬੀ ਅਬਵ ਦ ਮਾਇਆ। ਸੋ ਕਹਿੰਦੇ ਅਤੀਤ ਇਹ ਹੋ ਸਕਦਾ ਹੈ ਜਦੋਂ ਰਜੋ ਤਮੋ ਤੇ ਸਤੋ ਗੁਣ ਤੋਂ ਪਰੇ ਹੋ ਜਾਓ, ਇਹ ਗੁਣਾਂ ਨੂੰ ਆਪਣੇ ਵਿੱਚ ਕੱਢ ਦਿਓ। ਗੁਰੂ ਮੁਖ ਪਾਏ ਗਿਆਨ ਕਾਮ ਕੋ ਗਵਾਈਏ। ਤੇ ਕਾਮ, ਹੁਣ ਤੀਜਾ ਸਵਾਲ ਸੀ ਨਾ, ਕਹਿੰਦੇ ਕਾਮ ਨੂੰ ਕਿਵੇਂ ਗਵਾਈਏ, ਇਹ ਲਸਤ ਜਿਹੜਾ ਅੰਦਰ ਆ ਕਿਵੇਂ ਜਾਵੇ। ਮਹਾਰਾਜ ਕਹਿੰਦੇ ਗੁਰ ਮੁਖ ਪਾਏ ਗਿਆਨ, ਗੁਰੂ ਤੋਂ ਮੂੰਹ ਤੋਂ ਗੁਰੂ ਮਹਾਰਾਜ ਦੇ ਮੁਖਾਰ ਬਿਨ ਤੋਂ ਗੁਰੂ ਦਾ ਕਹਿਆ ਹੋਇਆ ਗਿਆਨ ਉਹ ਜਿਹੜਾ ਆਪਣੇ ਮਨ ਵਿੱਚ ਵਸਾ ਲਓ। ਉਹ ਗਿਆਨ ਦੀ ਵਿਚਾਰ ਕਰਨ ਕਰਕੇ ਕਾਮ ਚਲਿਆ ਜਾਂਦਾ ਹੈ, ਲਸਟ ਚਲਿਆ ਜਾਂਦਾ। ਬਿਕੋਜ਼ ਲਸਟ ਇੱਕ ਫੀਲਿੰਗ ਹੈ ਜੋ ਕਿ ਉਹ ਫੀਲਿੰਗ ਦੇ ਨਾਲ ਬੰਦਾ ਉਹਦੇ ਵਿੱਚ ਹੀ ਫਸ ਜਾਂਦਾ, ਇੱਕ ਬਾਬਲ ਹੈ। ਸੋ ਇਹ ਬਾਬਲ ਨੂੰ ਤੋੜਨ ਵਾਸਤੇ ਗੁਰੂ ਦਾ ਗਿਆਨ ਚਾਹੀਦਾ ਹੈ। ਜਦੋਂ ਗੁਰੂ ਦੇ ਗਿਆਨ ਦੀ ਵਿਚਾਰ ਹੋਗੀ ਲਸਟ ਆਪਣੇ ਆਪ ਹੀ ਚਲਿਆ ਜਾਂਦਾ ਹੈ। ਨਾਮ ਲਿਵ ਕਾਲ ਟਰੈ ਰੋਬ ਤੇ ਸੰਤੋਖ ਧਰੈ। ਚੌਥਾ ਸਵਾਲ ਸੀਗਾ, ਕਹਿੰਦੇ ਸੀਸ ਤੋਂ ਕਾਲ ਕਿਵੇਂ ਟਰੇ, ਜਿਹੜਾ ਹੈ ਬੰਦਾ ਡੈਥ ਤੋਂ ਕਿਵੇਂ ਬਚੇ, ਹਾਊ ਟੂ ਐਸਕੇਪ ਡੈਥ। ਮਹਾਰਾਜ ਕਹਿੰਦੇ ਨਾਮ ਲਿਵ ਕਾਲ ਟਰੈ, ਨਾਮ ਵਿੱਚ ਲਿਵ ਲਾ ਲਓ ਜਿਹਦੇ ਕਰਕੇ ਮੌਤ ਪਰੇ ਹੋ ਜਾਂਦੀ ਹੈ। ਪੰਜਵਾਂ ਸਵਾਲ ਸੀਗਾ ਲੋਭ, ਕਹਿੰਦਾ ਲੋਭ ਕਿਵੇਂ ਦੂਰ ਹੋਵੇ, ਗ੍ਰਿਡ ਕਿਵੇਂ ਦੂਰ ਹੋਵੇ। ਇਹ ਪੰਜਵੇਂ ਸਵਾਲ ਦਾ ਆਨਸਰ ਦਿੱਤਾ ਮਹਾਰਾਜ ਨੇ ਸੰਤੋਖ ਕਰਕੇ। ਜਦੋਂ ਕੰਟੈਂਟਮੈਂਟ ਅੰਦਰ ਆ ਜਾਂਦਾ ਹੈ ਲੋਭ ਚਲਿਆ ਜਾਂਦਾ ਹੈ। ਧਿਆਨ ਹਰ ਕਰੈ ਤੇ ਅਮਰ ਪਦ ਜਾਈਏ। ਫਿਰ ਉਹਨਾਂ ਛੇਵਾਂ ਸਵਾਲ ਸੀ ਅਮਰ ਪਦ। ਅਮਰ ਪਦ ਉਹ ਆ ਜਿੱਥੇ ਮੌਤ ਜਨਮ ਤੇ ਮਰਨ ਨਹੀਂ ਹੁੰਦਾ, ਉਹ ਕਿਵੇਂ ਪ੍ਰਾਪਤ ਹੋਵੇ। ਛੇਵੇਂ ਸਵਾਲ ਦਾ ਜਵਾਬ ਦਿੰਦੇ ਹਨ ਧਿਆਨ ਹਰ ਕਰੈ, ਪਰਮੇਸ਼ਰ ਵਿੱਚ ਆਪਣਾ ਧਿਆਨ ਰੱਖੇ ਤਾਂ ਇਹ ਅਮਰ ਪਦ ਦੀ ਪ੍ਰਾਪਤੀ ਹੁੰਦੀ ਹੈ। ਸੰਤਨ ਕੀ ਸੰਗਤ ਕੈ ਮਾਇਆ ਤੇ ਅਲੇਪ ਰਹੈ। ਹੁਣ ਮਾਇਆ ਤੋਂ ਅਲੇਪ ਕਿਵੇਂ ਰਹੀਏ, ਮਾਇਆ ਨੂੰ ਵਰਤਣਾ ਵੀ ਹੈ ਪਰ ਮਾਇਆ ਨਾਲ ਮੋਹ ਨਹੀਂ ਕਰਨਾ। ਕਹਿੰਦਾ ਇਹ ਸਵਾਲ ਸੀਗਾ ਸੱਤਵਾਂ। ਮਹਾਰਾਜ ਕਹਿੰਦੇ ਸੰਤਾਂ ਦੀ ਸੰਗਤ ਕਰੋ, ਸੰਤਾਂ ਦੇ ਬਚਨ ਸੁਣੋ, ਸੰਤਾਂ ਦੀ ਜੀਵਨੀ ਵੱਲ ਦੇਖੋ, ਸੰਤਾਂ ਦੀ ਸੇਵਾ ਵਿੱਚ ਲੱਗੋ ਨਿਮਰਤਾ ਕਰਕੇ। ਵੇਖਿਆ ਵੇਖ ਜਾਣ ਕੇ ਹਿਰਦੇ ਤੇ ਬਿਸਰਾਈਐ। ਹੁਣ ਕਹਿੰਦਾ ਸੀ ਨਾ ਸਾਰੀ ਦੁਨੀਆ ਹੀ ਕੋਈ ਨਾ ਕੋਈ ਸੰਦੇਹ ਵਿੱਚ ਫਸੀ ਹੋਈ ਹੈ, ਦੁੱਖ ਦੇ ਵਿੱਚ ਫਸੀ ਹੋਈ ਹੈ, ਕੋਈ ਪ੍ਰੋਬਲਮ ਵਿੱਚ ਫਸੀ ਹੋਈ ਹੈ, ਉਹਦੇ ਤੋਂ ਉਧਾਰ ਕਿਵੇਂ ਹੋਵੇ। ਕਹਿੰਦੇ ਵਿਖੈ ਵਿਖ ਜਾਣ ਕੇ ਇਹ ਵਾਸ਼ਨਾ ਨੂੰ ਜ਼ਹਿਰ ਸਮਝੋ, ਕਾਮ ਕ੍ਰੋਧ ਲੋਭ ਮੋਹ ਕਰਨਾ ਇਹਨੂੰ ਪੋਇਜ਼ਨ ਸਮਝੋ, ਇੱਕ ਤਰ੍ਹਾਂ ਦੀ ਪੋਇਜ਼ਨ ਹੈ। ਇਹਨੂੰ ਪੋਇਜ਼ਨ ਸਮਝ ਕੇ ਦੂਰ ਕਰ ਦਿਓ ਹਿਰਦੇ ਤੋਂ, ਇਹਦੇ ਨਾਲ ਮੋਹ ਨਾ ਕਰੋ, ਇਹਦੀ ਇੱਛਾ ਨਾ ਕਰੋ ਤੇ ਇਸ ਕਰਕੇ ਸਾਰੇ ਦੁੱਖ ਮਿਟ ਜਾਣਗੇ। ਸੋ ਇਹ 8 ਸਵਾਲਾਂ ਦੇ 8 ਜਵਾਬ ਦਿੱਤੇ। ਭਾਉ ਸੋ ਭਗਤ ਇਹ ਉੱਤਮ ਜੁਗਤ ਵੱਡੀ। ਹਾਂ, ਕਹਿੰਦੇ ਭਾਉ ਸੋ ਭਗਤ, ਪ੍ਰੇਮਾ ਭਗਤੀ ਸਭ ਤੋਂ ਉੱਤਮ ਜੁਗਤੀ ਹੈ ਪਰਮਾਤਮਾ ਨੂੰ ਮਿਲਣ ਦੀ। ਮਾਨ ਮੋਹ ਤਿਆਗ ਕੇ ਨਿਰਾਲਮ ਰਹਾਈਐ। ਹਾਂ, ਮਾਨ ਤੇ ਮੋਹ ਨੂੰ ਤਿਆਗ ਦਿਓ, ਮਾਨ ਤੇ ਮੋਹ ਨੂੰ ਛੱਡ ਕੇ ਨਿਰਾਲਮ ਰਹਾਈਐ। ਪਰਮੇਸ਼ਰ ਦੇ ਭਾਣੇ ਵਿੱਚ ਰਹਿਣਾ ਕਰੀਏ ਤੇ ਮਾਇਆ ਨੂੰ ਆਪਣੀ ਨਾ ਜਾਣੀਏ, ਪਰਮੇਸ਼ਰ ਨੂੰ ਆਪਣਾ ਜਾਣੀਏ। ਸਵਈਆ ਸੰਗਰ ਸਰੋਣ ਸੁਨੇ ਸਭ ਬੈਨ। ਜਦੋਂ ਸੰਗਰ ਨੇ ਐਸੀਆਂ ਜਿਹੜੀਆਂ ਮਹਾਰਾਜ ਦੇ ਬਚਨ ਕੰਨਾਂ ਨਾਲ ਸੁਣੇ, ਭਈ ਮਨ ਚੈਨ ਸੁਮੇਰ ਸਿਧਾਇਓ। ਉਹ ਮਨ ਵਿੱਚ ਉਹਦੇ ਚੈਨ ਆ ਗਈ ਤੇ ਵਾਪਸ ਮੁੜ ਗਿਆ ਜੀ ਜਿੱਥੋਂ ਆਇਆ ਸੀ। ਆਇਓ ਸੰਭਾਲ ਕਾ ਸਿੱਧ ਤਬੈ। ਉੱਥੇ ਹੁਣ ਕੀ ਹੋਇਆ ਜੀ, ਸੰਗਰ ਮੁੜ ਗਿਆ, ਹੁਣ ਸੰਭਾਲ ਕਾ ਆਇਆ। ਸੰਭਾਲ ਕਾ ਇੱਕ ਹੋਰ ਰਿਸ਼ੀ ਹੈ, ਇੱਕ ਜੋਗੀ ਹੈ, ਉਹ ਆਇਆ ਜੀ। ਹੁਣ ਗੁਰ ਕੇ ਟਿਕ ਬੈਠ ਕੇ ਵਾਕ ਅਲਾਇਓ। ਆ ਗਿਆ ਜੀ ਗੁਰੂ ਨਾਨਕ ਸਾਹਿਬ ਦੇ ਕੋਲ ਬਹਿੰਦੇ ਤੇ ਸਿੱਧ ਲੋਕ ਬੜੇ ਪਿਆਰੇ ਨੇ, ਆ ਕੇ ਮਹਾਰਾਜ ਦੇ ਕੋਲ ਬਹਿ ਜਾਂਦੇ ਨੇ। ਹਾਂਜੀ, ਜਦੋਂ ਵੀ ਆਉਂਦੇ ਉੱਥੇ ਆ ਕੇ ਬਹਿ ਜਾਂਦੇ ਨੇ। ਕਿਉਂ ਵਿਵਹਾਰ ਤਜਿਓ ਜਗ ਕੋ ਤੁਮ। ਕਹਿੰਦੇ ਮਹਾਰਾਜ ਨੂੰ ਅੱਜ ਹੁਣ ਪੁੱਛਿਆ ਆ ਕੇ, ਕਹਿੰਦਾ ਮਹਾਰਾਜ ਕਹਿੰਦੇ ਤੁਸੀਂ ਇਹ ਆਪਣੇ ਜਗਤ ਦੇ ਕਾਰਜ ਕਿਉਂ ਛੱਡੇ ਹੋਏ ਨੇ। ਵਾਈ ਹੈਵ ਯੂ ਅਬੈਂਡਨਡ ਯੋਰ ਵਰਲਡਲੀ ਅਫੇਅਰਸ, ਯੂ ਹੈਵ ਲੈਫਟ ਐਵਰੀਥਿੰਗ ਬਿਹਾਈਂਡ ਟੂ ਕਮ ਓਵਰ ਹੇਅਰ। ਵਾਈ ਹੈਵ ਯੂ ਡਨ ਦੈਟ, ਤੂੰ ਕਿਉਂ ਪਿੱਛੇ ਆਪਣਾ ਕੰਮਕਾਰ ਛੱਡ ਕੇ ਆਇਆ ਹੈ। ਕੈਸੇ ਉਦਾਸੀ ਵਿਖੇ ਮਨ ਲਾਇਓ। ਤੁਹਾਨੂੰ ਉਦਾਸੀ ਕਿਵੇਂ ਹੋਗੀ। what made you to leave the world behind to search for God। ਤੇ ਇੱਥੇ ਪਰਮਾਤਮਾ ਨੂੰ ਪਾਉਣ ਵਾਸਤੇ ਆਇਆ, ਤੂੰ ਦੁਨੀਆ ਨੂੰ ਪਿੱਛੇ ਛੱਡ ਕੇ ਆਇਆ। ਕਹਿੰਦੇ ਇਹ ਉਦਾਸੀ ਜਿਹੜੀ ਤੇਰੇ ਵਿੱਚ ਕਿਵੇਂ ਆ ਗਈ। ਹੋਤਨਾ ਪੂਰਨ ਕਾਜ ਕਬੈ। ਹਾਂ, ਕਹਿੰਦੇ ਹੋਤਨਾ ਪੂਰਨ ਕਾਜ, ਤੇਰਾ ਜਿਹੜਾ ਇਹ ਕਾਰਜ ਆ ਨਾ ਇਹ ਪੂਰਾ ਨਹੀਂ ਹੋਣਾ, ਤੈਨੂੰ ਗੋਰਖ ਦੀ ਲੋੜ ਹੈ। ਬਿਨ ਜੋਗ ਕਰੇ ਜੋ ਚਾਹੋ ਉਰ ਪਾਇਓ। ਹਾਂ, ਕਹਿੰਦੇ ਤੈਨੂੰ ਯੋਗ ਦੀ ਲੋੜ ਆ, ਯੋਗ ਤੋਂ ਬਗੈਰ ਤੈਨੂੰ ਇਹ ਤੇਰੀ ਕਾਮਨਾ ਹੈ ਕਿ ਤੈਨੂੰ ਪਰਮਾਤਮਾ ਮਿਲੇ, ਤੇਰੀ ਮੌਤ ਤੋਂ ਤੇਰਾ ਬਚਾਅ ਹੋਵੇ। ਕਹਿੰਦਾ ਇਹ ਕਿਤੋਂ ਨਹੀਂ ਤੈਨੂੰ ਸੋਲੂਸ਼ਨ ਮਿਲਣਾ, ਯੋਗ ਇਜ਼ ਦ ਓਨਲੀ ਵੇ। ਫਿਰ
ਦੋਹਰਾ ਸੁਨ ਬੋਲੇ ਪੰਕਜ ਬਦਨ ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੰਭਾਲਕਾ ਦਾ ਇਹ ਗੱਲ ਸੁਣ ਕੇ ਮਹਾਰਾਜ ਜੀ ਬੋਲੇ, ਜੇ ਅਲੰਬ ਹੈ ਜੋਗ ਕਹਿਣ ਲੱਗੇ ਯੋਗ ਜਿਹਦੇ ਆਸਰੇ ਤੇ ਖੜਾ ਹੈ, the support of your ਯੋਗ, ਜਿਹੜੇ ਯੋਗ ਨੂੰ ਤੂੰ ਕਹਿ ਰਿਹਾ ਨਾ ਬਹੁਤ ਵੱਡਾ, ਕਿਹਦੇ ਸਪੋਰਟ ਤੇ ਇਹ ਯੋਗ ਖੜਾ ਹੈ? whose support has this ਯੋਗ taken to stand by itself? ਫਿਰ ਸੋ ਨੀਕੀ ਬਿਦ ਸੋ ਗਹਿਓ ਕਹਿਣ ਲੱਗੇ ਉਹ ਆਸਰੇ ਨੂੰ ਪਕੜੋ, ਯੋਗ ਨੂੰ ਛੱਡੋ। ਉਹ ਆਸਰਾ ਪਕੜੋ ਜਿਹਨੇ ਯੋਗ ਨੂੰ ਫੜਿਆ ਹੋਇਆ ਹੈ, ਜਿਹਦੇ ਕਰਕੇ ਯੋਗ ਬਣਿਆ, ਉਸ ਦੇ ਵਿੱਚ ਆਪਣਾ ਧਿਆਨ ਜੋੜੋ। ਕਬਹਿ ਨਾ ਕਰੋ ਬੇਯੋਗ ਹਾਂ, ਕਿਤੇ ਵੀ ਵਿਯੋਗਤਾ ਨਾ ਪਾਓ ਉਸ ਤੋਂ। ਪਰਮਾਤਮਾ ਤੇ ਹੀ ਖੜਾ ਹੈ ਨਾ ਯੋਗ। ਜੇ ਪਰਮਾਤਮਾ ਨਹੀਂ ਤਾਂ ਯੋਗ ਕਾਹਦਾ ਹੋਇਆ? ਕਹਿੰਦੇ ਤੁਸੀਂ ਯੋਗ ਤੋਂ ਕੀ ਲੈਣਾ, ਸਿੱਧਾ ਪਰਮਾਤਮਾ ਨੂੰ ਫੜੋ। ਜਗ ਵਿਵਹਾਰ ਉਦਾਸ ਮੈਂ ਕਹਿਣ ਲੱਗੇ ਜਗਤ ਦੇ ਜਿਹੜੇ ਹਨ ਕਾਰਜਾਂ ਤੋਂ ਮੈਨੂੰ ਉਦਾਸੀ ਇਸ ਕਰਕੇ ਹੈ ਸਦਾ ਨਾਮ ਲਿਵ ਏਕ ਕਿਉਂਕਿ ਨਾਮ ਵਿੱਚ ਮੇਰੀ ਲਿਵ ਜੁੜੀ ਹੋਈ ਹੈ। ਇਸ ਕਰਕੇ ਮੈਨੂੰ ਸੰਸਾਰ ਫਿੱਕਾ ਨਜ਼ਰ ਆਉਂਦਾ ਹੈ, ਮੈਨੂੰ ਉਹ ਝੂਠਾ ਨਜ਼ਰ ਆਉਂਦਾ ਹੈ, ਕਿਉਂਕਿ ਮੈਂ ਨਾਮ ਵਿੱਚ ਆਪਣੀ ਬਿਰਤੀ ਜੋੜੀ ਹੋਈ ਹੈ। ਸਰਬ ਕਾਜ ਪੂਰਨ ਕਰਤ ਕਹਿੰਦੇ ਸਾਰੇ ਕਾਰਜਾਂ ਨੂੰ ਪੂਰਨ ਕਰਨ ਵਾਲਾ ਜਿਸ ਤੇ ਹੋਤ ਵਿਵੇਕ ਉਹੀ ਨਾਮ ਹੈ ਜਿਹਦੇ ਤੋਂ ਸਾਰਾ ਗਿਆਨ ਪ੍ਰਾਪਤ ਹੁੰਦਾ। ਬਿਬ ਏਕ ਹੁੰਦਾ, ਦੋ ਤੋਂ ਇੱਕ ਦੀ ਪਹਿਚਾਨ ਕਰਨੀ, ਉਹ ਨਾਮ ਹੀ ਹੈ ਜੋ ਇਹ ਗਿਆਨ ਨੂੰ ਦੇਣ ਵਾਲਾ ਹੈ। ਸੋਰਠਾ ਸੁਨ ਸੰਭਾਲਕਾ ਸਾਰ ਗਮਨਿਓ ਸਿਖਰ ਸੁਮੇਰ ਪੈ ਸੋ ਇਹ ਗੱਲ ਸੁਣ ਕੇ ਸੰਭਾਲਕਾ ਵੀ ਵਿਚਾਰਾ ਮੁੜ ਗਿਆ ਜੀ ਵਾਪਸ ਜਿੱਥੋਂ ਭੇਜਿਆ ਸੀ ਗੋਰਖਨਾਥ ਨੇ। ਕੀਨ ਬ੍ਰਿਤੰਤ ਉਚਾਰ ਧਿਆਏ ਭਇਓ ਪੂਰਨ ਅਬੈ ਕਹਿਣ ਲੱਗੇ ਹੁਣ ਕਿਨ ਬ੍ਰਿਤਾਂਤ ਉਚਾਰ, ਇਹ ਸਾਰਾ ਜਿਹੜਾ ਬ੍ਰਿਤਾਂਤ ਉਚਾਰ ਕੇ ਦੱਸਿਆ ਹੈ ਇੱਥੇ ਅਧਿਆਇ ਪੂਰਾ ਹੁੰਦਾ ਹੈ। ਸੋ ਇੰਨੇ ਯੋਗੀ ਜਿਹੜੇ ਚੱਲ ਕੇ ਆਏ, ਆ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਜਵਾਲ ਸਵਾਬ ਕੀਤੇ। ਕਿੰਨਾ ਇੰਟਰਸਟਿੰਗ ਹੈ। ਹੁਣ ਦੇਖੋ ਅਗਲੇ ਅਧਿਆਇ 'ਚ ਇਹ ਕੰਟੀਨਿਊ ਹੋਵੇਗਾ। ਸੋ ਹੁਣ ਮਹਾਰਾਜ ਜੀ ਦੇਖੋ ਕਿੰਨਾ ਸੋਹਣਾ ਉਪਦੇਸ਼ ਦੇ ਕੇ ਇਹ ਸਿੱਧਾਂ ਦੇ ਮਨ ਦੇ ਵਿੱਚ ਇਹਨਾਂ ਦਾ ਜਿਹੜੇ ਭੁਲੇਖੇ ਹਨ ਉਹ ਵੀ ਕੱਢਦੇ ਹਨ, ਤੇ ਇਹਨਾਂ ਦੇ ਅੰਦਰ ਜਿਹੜਾ ਹੈ ਭਰਮ ਹੋਇਆ ਉਹ ਵੀ ਦੂਰ ਕਰਦੇ ਨੇ। ਇਹਨਾਂ ਨੂੰ ਸੱਚ ਨਾਲ ਜੋੜਨ ਵਾਸਤੇ ਸਤਿਗੁਰੂ ਜੀ ਆਏ ਨੇ। ਦੇਖੋ ਨਾ, ਇੱਕ ਬੰਦਾ ਬਿਮਾਰ ਹੋਵੇ, ਉਹਨੂੰ ਪਤਾ ਉਹ ਬਿਮਾਰ ਆ, ਉਹ ਆਪਣੇ ਆਪ ਹਸਪੀਟਲ ਜਾਂਦਾ ਹੈ, ਉਹ ਦਵਾਈ ਦਾ ਉਪਚਾਰ ਕਰਦਾ ਹੈ, ਪਰ ਗੁਰੂ ਨਾਨਕ ਤਾਂ ਉਹਨਾਂ ਦਾ ਵੀ ਇਲਾਜ ਕਰਦੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਉਹਨਾਂ ਨੂੰ ਬਿਮਾਰੀ ਹੈ। ਮਹਾਰਾਜ ਜਾ ਕੇ ਉਹਨਾਂ ਨੂੰ ਬਿਮਾਰੀ ਦਾ ਦੱਸ ਕੇ ਫਿਰ ਉਹਨਾਂ ਦਾ ਇਲਾਜ ਕਰਦੇ ਨੇ। ਦੇਖੋ ਗੁਰੂ ਸਾਹਿਬ ਜੀ ਕੈਸੇ ਨੇ, ਐਸੇ ਗੁਰੂ ਨਾਨਕ ਸਾਹਿਬ ਜੀ। ਇਸ ਕਰਕੇ ਕਹਿੰਦੇ ਆ ਨਾ, ਜੇ ਕੋਈ ਵੈਦ ਹੈ ਗੁਰੂ ਨਾਨਕ ਨਾਲੋਂ ਵੱਡਾ ਨਹੀਂ ਕੋਈ ਹੋ ਸਕਦਾ। ਮੇਰਾ ਵੈਦ ਗੁਰੂ ਗੋਬਿੰਦ ਆ। ਹਾਂਜੀ, ਸੋ ਉਹ ਵੈਦ ਨੇ ਜਿਹੜੇ ਜਾ ਕੇ ਬਿਮਾਰੀ ਦਾ ਅਹਿਸਾਸ ਵੀ ਕਰਾਉਂਦੇ ਨੇ, ਵੀ ਤੈਨੂੰ ਪਤਾ ਹੀ ਨਹੀਂ ਤੂੰ ਕਿਹੜੀ ਬਿਮਾਰੀ ਚੱਕੀ ਫਿਰਦਾ ਹਾਂ। ਸੋ ਇਹ ਹੰਕਾਰ ਨੂੰ ਵੀ ਤੋੜਨ ਵਾਲੇ ਨੇ ਗੁਰੂ ਨਾਨਕ ਸਾਹਿਬ ਜੀ। ਇਸ ਕਰਕੇ ਆਪਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਾਰ ਕੇ ਇਹ ਅਧਿਆਇ ਜਿਹੜਾ ਹੈ ਸਮਾਪਤ ਹੋ ਰਿਹਾ ਹੈ। ਸੁਨ ਸੰਭਾਲਕਾ ਸਾਰ ਗਮਨਿਓ ਸਿਖਰ ਸੁਮੇਰ ਪੈ ਕੀਨ ਬਿਰਤਾਂਤ ਉਚਾਰ ਅਧਿਆਏ ਭਇਓ ਪੂਰਨ ਅਬੈ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਸਿੱਧਨ ਚਰਚਾ ਪ੍ਰਸੰਗ ਵਰਣਨ ਨਾਮ 61 ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।